अपना विरसा देख रहे सारे ही दर्शकों ਨੂੰ ਮੇਰੇ ਵੱਲੋਂ ਯਾਨੀ ਕਿ ਮਨਜਿੰਦਰ ਪੰਵਰਾ ਵੱਲੋਂ ਪਿਆਰ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਦੇ ਵਿੱਚ ਵੈਲਕਮ ਕਹਿੰਦੇ ਆ ਜੀ ਜੀ ਆਇਆਂ ਆਖਦੇ ਆ ਅੱਜ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਚੁੱਕੇ ਹਾਂ ਜਿੱਥੇ ਅਸੀਂ ਭਰਪੂਰ ਸਾਰੀ ਜਾਣਕਾਰੀ ਤੁਹਾਡੇ ਲਈ ਅੱਜ ਲੈ ਕੇ ਆਂਦੀ ਆ ਤੇ ਕਾਫੀ ਜਿਹੜਾ ਰੀਅਲ ਸਟੇਟ ਦੇ ਵਿੱਚ ਕੀ ਉੱਪਰ ਥੱਲੇ ਹੋਇਆ ਤੇ ਬਾਕੀ ਬੈਂਕ ਆਫ ਕੈਨੇਡਾ ਨੇ ਕੀ ਉੱਪਰ ਥੱਲੇ ਕੀਤਾ ਹੈਗਾ ਅੱਜ ਉਹਦੀ ਵੀ ਗੱਲਬਾਤ ਕਰਾਂਗੇ ਬਾਕੀ ਜਿਹੜਾ ਹੈਗਾ ਆ ਮਿਊਨਿਸਪਲ ਇਲੈਕਸ਼ਨ ਦੇ ਉੱਪਰ ਕੈਂਡੀਡੇਟਸ ਦੇ ਬਾਰੇ ਗੱਲਬਾਤ ਕੀਤੀ ਜਾਵੇਗੀ ਸੋ ਅੱਜ ਭਰਪੂਰ ਜਾਣਕਾਰੀ ਭਰਪੂਰ ਜਿਹੜਾ ਪ੍ਰੋਗਰਾਮ ਹੈਗਾ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ ਵੈਲਕਮ ਕਰ ਲੈਂਦੇ ਹਾਂ ਪਹਿਲਾਂ ਮੇਰੇ ਨਾਲ ਅੱਜ ਸਾਥ ਨੇ ਪ੍ਰੋਗਰਾਮ ਦੇ ਵਿੱਚ ਜੀਵਨ ਗਿੱਲ ਜੀ ਜਿਹੜੇ ਕਿ ਵਾਰਡ 7 ਤੋਂ ਕਾਉਂਸਲਰ ਵੀ ਨੇ ਤੇ ਆਪਾਂ ਵੈਲਕਮ ਕਰ ਲੈਂਦੇ ਹਾਂ ਪਹਿਲਾਂ ਜੀਵਨ ਜੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਸਤਿ ਸ਼੍ਰੀ ਅਕਾਲ ਬਾਬੀ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਵੀ ਕਾਫੀ ਜਿਹੜਾ ਹੈਗਾ ਆ ਅੱਜ ਗੱਲਾਂ ਕਾਫੀ ਨੇ ਕਰਨ ਵਾਲੀਆਂ ਕਿਉਂਕਿ ਕਾਫੀ ਜਿਹੜੇ ਨੇ ਟੌਪਿਕਸ ਨੇ ਜਿਹੜੇ ਗੱਲਬਾਤ ਦੇ ਇਸ਼ੂ ਦੇ ਚਾਹੀਦੇ ਨੇ ਥੋੜ੍ਹੇ ਬਹੁਤੇ ਇੱਕ ਜਿਹੜਾ ਸਭ ਤੋਂ ਪਹਿਲਾਂ ਮੈਂ ਆਊਟ ਆਫ ਦ ਵੇ ਆਪਾਂ ਉੱਧਰਲੇ ਪਾਸੇ ਹੋਈਏ ਆਪਣੇ ਵਾਲੇ ਪਾਸੇ ਇੱਕ ਜਿਹੜਾ ਕਾਫੀ ਜਿਹੜੀ ਰੂਮਰ ਜਿਹਾ ਫੈਲਾਇਆ ਗਿਆ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਉਹਦੇ 'ਤੇ ਵੀ ਮੈਂ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਜਿਹੜਾ ਕਿ ਕਿਹਾ ਗਿਆ ਜੀ ਹਾਂਜੀ ਜੀ 119 ਸਟੂਡੈਂਟ ਜਿਹੜੇ ਨੇ ਉਹ ਹਰ ਕੋਈ ਇਹੀ ਸਮਝ ਰਿਹਾ ਸੀ ਜਿਹੜੀ ਪਿਛਲੀ ਫਾਈਟ ਹੋਈ ਆ ਬਰੈਂਪਟਨ ਦੇ ਵਿੱਚ ਸਾਈਡਨ ਕਾਲਜ ਦੇ ਵਿੱਚ ਵੀ ਉਸ ਫਾਈਟ ਦੇ ਵਿੱਚ ਉਹਨਾਂ ਨੇ ਬੰਦੇ ਲੱਭ ਕੇ ਤੇ ਉਹਨਾਂ ਨੇ ਜੀ ਡਿਪੋਰਟ ਕਰ ਦਿੱਤੇ ਨਹੀਂ ਜੀ ਇਹ ਬਿਲਕੁਲ ਨਹੀਂ ਹੈ ਇਹ ਜਿਹੜੀਆਂ ਪਹਿਲੀਆਂ ਫਾਈਟਾਂ ਹੋਈਆਂ ਨੇ ਪਹਿਲੇ ਕੇਸਿਸ ਚੱਲੇ ਨੇ ਜਿਹੜੇ ਬੰਦੇ ਚਾਰਜ ਹੋਏ ਨੇ ਉਹਨਾਂ ਦੇ ਵਿੱਚੋਂ ਜਿਹੜੇ ਨੇ ਉਹ 119 ਜਿਹੜੇ ਨੇ ਸਟੂਡੈਂਟ ਜਾਂ ਫੜ ਕੇ ਉਹਨਾਂ 'ਚੋਂ ਉਹ ਡਿਪੋਰਟ ਜਿਹੜੇ ਹੋਏ ਨੇ 119 ਨਾ ਕਿ ਜਿਹੜੀ ਲੇਟੈਸਟ ਫਾਈਟ ਹੋਈ ਆ ਅਤੇ ਉਹਦੇ ਵਿੱਚੋਂ ਬੰਦੇ ਕਹਿੰਦੇ ਜੀ ਕਿਉਂਕਿ ਰੂਮਰ ਇਹੀ ਹੈ ਬਾਹਰ ਵੀ ਪਾਈ ਵੀ ਹਾਂ ਵੀ ਜਿਹੜੀ ਜੀ ਲੇਟੈਸਟ ਫਾਈਟ ਹੋਈ ਆ ਉਹਦੇ ਵਿੱਚੋਂ ਬੰਦੇ ਫੜ ਕੇ ਅਤੇ ਰਾਈਟ ਵੇ ਡਿਪੋਰਟ ਕਰ ਦਿੱਤੇ ਗਏ ਸਿਸਟਮ ਇੱਦਾਂ ਨਹੀਂ ਚੱਲਦਾ ਜੀ ਸਿਸਟਮ ਜਿਹੜਾ ਹੈਗਾ ਆ ਆਪਾਂ ਜੀਵਨ ਜੀ ਦੇ ਨਾਲ ਵੀ ਗੱਲ ਕਰਾਂਗੇ ਵੀ ਜਿਹੜਾ ਸਿਸਟਮ ਦੇ ਵਿੱਚ ਪਹਿਲਾਂ ਬੰਦੇ ਫੜੇ ਜਾਂਦੇ ਆ ਫਿਰ ਉਹਨਾਂ ਦਾ ਕੇਸ ਚੱਲਦੇ ਆ ਫਿਰ ਇਨਵੈਸਟੀਗੇਸ਼ਨਸ ਵੀ ਹੁੰਦੀਆਂ ਸੇਮ ਟਾਈਮ 'ਤੇ ਤੇ ਫਿਰ ਜਿਹੜੀ ਹੈਗੀ ਆ ਸਜ਼ਾ ਜਿਹੜੀ ਹੈਗੀ ਆ ਉਹ ਚੱਲਦੀ ਆ ਹਾਂਜੀ ਬੋਬੀ ਜੀ ਇਹ ਤਾਂ ਯਾਨੀ ਕਿ ਅਸੀਂ ਉਸ ਸੁਸਾਇਟੀ 'ਚ ਰਹਿੰਦੇ ਹੈਗੇ ਜਿੱਥੇ ਹਾਲੇ ਸਟਿਲ ਲਾ ਹੈਗਾ ਐਗਜ਼ਿਸਟ ਕਰਦਾ ਹੈਗਾ ਦੈਟ ਇਜ਼ ਵਟ ਵੀ ਹੈਵ ਫੇਥ ਇਨ ਦੈਟ ਲਾ ਅਤੇ ਇਹ ਚੀਜ਼ਾਂ 'ਤੇ ਜਿਹੜੇ ਯਾਨੀ ਕਿ ਹੁਣ ਆਪਾਂ ਪਿਛਲੇ 2-3 ਸਾਲਾਂ ਤੋਂ ਦੇਖ ਰਹੇ ਹੈਗੇ ਇਹ ਚੀਜ਼ਾਂ ਵੱਧ ਰਹੀਆਂ ਹੈਗੀਆਂ ਇਹਨਾਂ ਨੂੰ ਸਾਨੂੰ ਯਾਨੀ ਕਿ ਕਮਿਊਨਿਟੀਜ਼ ਨੂੰ ਅੰਗੇਜ ਹੋਣਾ ਪੈਣਾ ਪੋਲੀਟੀਸ਼ੀਅਨ ਨੂੰ ਅੰਗੇਜ ਕਰਨਾ ਪੈਣਾ ਵੀ ਵਾਈ ਦੀਜ਼ ਥਿੰਗਸ ਆਰ ਹੈਪਨਿੰਗ ਅਤੇ ਉਹਦਾ ਆਲਟਰਨੇਟਿਵ ਜਿਹੜਾ ਹੈਗਾ ਵੀ ਹਾਂ ਜਿਹੜਾ ਕੋਈ ਬੈਡ ਐਲੀਮੈਂਟ ਹੈਗਾ ਉਹਨੂੰ ਤੁਸੀਂ ਜਿਹੜਾ ਪ੍ਰੋਸੀਜਰ ਫੋਲੋ ਕਰਕੇ ਉਹਨੂੰ ਡਿਪੋਰਟ ਕਰ ਸਕਦੇ ਹੈਗੇ ਆ ਤਾਂ ਉਹ ਯਾਨੀ ਕਿ ਹੋਣਾ ਵੀ ਚਾਹੀਦਾ ਹੈਗਾ ਕਿਉਂਕਿ ਆਪਾਂ ਸਾਰੇ ਅਸੀਂ ਲਾ ਅਬਾਈਡਿੰਗ ਸਿਟੀਜ਼ਨ ਕਰਕੇ ਅਸੀਂ ਜਿਹੜਾ ਕੈਨੇਡਾ ਨੂੰ ਇੰਜੋਏ ਕਰ ਰਹੇ ਹੈਗੇ ਆ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਜਿਹੜਾ ਪੰਜਾਬ ਵਰਗਾ ਮਾਹੌਲ ਇੱਥੇ ਬਣਾ ਲਾਂਗੇ ਤਾਂ ਫਿਰ ਉਹਨਾਂ ਨੇ ਸਾਡੇ ਨਾਲ ਵੀ ਯਾਨੀ ਕਿ ਧੱਕਾ ਹੋਣਾ ਹੈਗਾ ਚਾਹੇ ਅਸੀਂ ਕੀਨੀਆ ਦੇ ਵੇਖਦੇ ਹਾਂ ਜਾਂ ਹੋਰ ਕੰਟਰੀਆਂ 'ਚੋਂ ਉਹ ਉੱਥੋਂ ਬੰਦਿਆਂ ਨੂੰ ਕੱਢਿਆ ਜਾਂਦਾ ਰਿਹਾ ਹੈਗਾ ਈਵਨ 19 ਸੈਂਚੁਰੀ ਦੇ ਵਿੱਚ ਵੀ ਗੱਲਾਂ ਹੈਗੀਆਂ ਤਾਂ ਉਹ ਚੀਜ਼ਾਂ ਨੂੰ ਯਾਨੀ ਕਿ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈਗਾ ਹਾਂ ਸਾਨੂੰ ਜਿੱਥੇ ਅਸੀਂ ਚਾਹੁੰਦੇ ਹੈਗੇ ਸਾਡੇ ਜਿਹੜੇ ਲਵਡ ਵਨਸ ਹੈਗੇ ਆ ਚਾਹੇ ਸਾਡੇ ਬੱਚੇ ਹੈਗੇ ਆ ਪੰਜਾਬ ਤੋਂ ਜਾਂ ਹੋਰ ਕਿਤੋਂ ਆ ਰਹੇ ਹੈਗੇ ਆ ਤਾਂ ਉਹਨਾਂ ਨੂੰ ਵੀ ਥੋੜ੍ਹਾ ਮੋਟਾ ਯਾਨੀ ਕਿ ਇੱਥੋਂ ਦੇ ਸਿਸਟਮ ਦੇ ਨਾਲ ਅਡਾਪਟੇਬਲ ਕਰਨਾ ਚਾਹੀਦਾ ਹੈਗਾ ਵੀ ਜੀ ਆਪਾਂ ਜਦੋਂ ਜੇ ਦੇਖੀਏ ਥੋੜ੍ਹਾ ਜਿਹਾ ਪਿੱਛੇ ਨੂੰ ਝਾਤ ਮਾਰੀਏ ਜਦੋਂ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਵੀ ਜਦੋਂ 90s ਦੇ ਵਿੱਚ ਫੈਮਲੀਜ਼ ਆਉਂਦੀਆਂ ਸੀ ਬੱਚੇ ਆਉਂਦੇ ਸੀ ਪੜ੍ਹਨ ਉਦੋਂ ਵੀ ਬੱਚੇ ਜਿਹੜੇ ਆ ਪੜ੍ਹਨ ਆਉਂਦੇ ਸੀਗੇ ਪੜ੍ਹ ਕੇ ਕਈ ਬੱਚੇ ਇੱਦਾਂ ਦੇ ਦੇਖੇ ਗਏ ਸੀਗੇ ਜਿਹੜੇ ਸਿਰਫ ਪੜ੍ਹਨ ਹੀ ਆਏ ਆ ਸਟੱਡੀ ਕੀਤੀ ਦੇ ਵੈਂਟ ਬੈਕ ਐਂਡ ਉਹਨਾਂ ਨੇ ਆਪਣਾ ਕੋਈ ਨਾ ਕੋਈ ਬਿਜ਼ਨਸ ਐਸਟੈਬਲਿਸ਼ ਕਰ ਲਿਆ ਕਿਸੇ ਨੇ ਕੋਈ ਤਕੜੀ ਜੋਬ ਲੈ ਲਈ ਉਸ ਸਟੱਡੀ ਦੇ ਬੇਸ ਦੇ ਉੱਪਰ ਉੱਥੇ ਇੰਡੀਆ ਦੇ ਵਿੱਚ ਜਾ ਕੇ ਅਤੇ ਕਈ ਉਸ 'ਤੇ ਵੈਲ ਐਸਟੈਬਲਿਸ਼ ਹੋਏ ਨੇ ਅਤੇ ਕਈ ਇੱਥੇ ਰਹਿ ਕੇ ਜਿਹੜੇ ਉਹਨਾਂ ਨੇ ਉਹ ਜਿਹੜੀ ਸੀਗੀ ਵੀ ਉਹ ਕਾਫੀ ਜਿਹੜੀ ਹੈਗੀ ਆਪਣੇ ਆਪ ਨੂੰ ਸਿਕਿਉਰ ਕੀਤਾ ਆਪਣੇ ਆਪ ਉਹਨਾਂ ਨੇ ਬਾਅਦ 'ਚ ਪੇਰੈਂਟਸ ਵੀ ਸੱਦੇ ਉਹਨਾਂ ਨੇ ਪਰ ਜਿਹੜਾ ਆਈ ਥਿੰਕ ਜਿਹੜਾ ਹੁਣ 2005 ਤੋਂ ਬਾਅਦ ਦਾ ਰੁਝਾਨ ਦੇਖੀਏ ਜੀ ਆਪਾਂ 2005-2007 ਤੋਂ ਬਾਅਦ 2005 ਤੋਂ ਵੀ ਨਹੀਂ ਕਹਿ ਸਕਦੇ 2015-16 ਤੋਂ ਬਾਅਦ ਜਦੋਂ ਹੈਗਾ ਕਿਉਂਕਿ ਜਿਹੜਾ ਤੁਸੀਂ ਪਹਿਲਾਂ ਦੀ ਗੱਲ ਕੀਤੀ ਹੈ ਈਵਨ ਇਹ ਜੇ ਅਸੀਂ ਬੈਕ ਜਾਂਦੇ ਹੈਗੇ ਵੈਂਦਰ ਦੇ ਵਿੱਚ ਵੀ I know people who came for study in 1965-66
ਸੋ ਉਹਦਾ ਯਾਨੀ ਕਿ 50 ਸਾਲ ਤੋਂ ਉੱਤੇ ਹੋ ਗਿਆ। ਉਦੋਂ ਉਹ ਆਉਂਦੇ ਸੀਗੇ ਪੋਸਟ ਗ੍ਰੈਜੂਏਸ਼ਨ ਵਾਸਤੇ। ਬਿਲਕੁਲ। ਤਾਂ ਉਹਨਾਂ 'ਚੋਂ ਹੁਣ ਕਾਫੀ ਜੇ ਤੁਸੀਂ ਯੂਨੀਵਰਸਿਟੀ ਆਫ ਵਿੰਜ਼ਰ 'ਚ ਜਾਓ ਉੱਥੋਂ ਕਾਫੀ ਪ੍ਰੋਫੈਸਰ ਮਿਲਣਗੇ ਜਿਹੜੇ ਇੰਡੀਅਨ ਬੈਕਗਰਾਊਂਡ ਦੇ ਹੈਗੇ ਆ, ਪਰ ਉਹ 60 to 70s ਦੇ ਅਰਲੀ ਦੇ ਵਿੱਚ ਆਏ ਹੈਗੇ ਆ। ਤਾਂ ਉਦੋਂ ਉਹ ਹਾਇਰ ਐਜੂਕੇਸ਼ਨ ਵਾਸਤੇ ਆਏ ਸੀ, ਜਾਂ ਮਾਸਟਰ ਵਾਸਤੇ ਆਏ ਸੀ, ਜਾਂ PhD ਵਾਸਤੇ ਆਏ ਸੀਗੇ, ਫਿਰ ਉਹ ਇੱਥੇ ਸੈਟਲ ਡਾਊਨ ਹੋ ਗਿਆ। ਉਦੋਂ ਬਾਅਦ ਵੀ ਜਿਹੜੇ ਆਉਂਦੇ ਰਹੇ ਹੈਗੇ ਆ ਉਹ ਮਾਸਟਰ ਪ੍ਰੋਗਰਾਮ ਵਾਸਤੇ ਆਉਂਦੇ ਸੀਗੇ, ਮਾਸਟਰ ਆਫ ਇੰਜੀਨੀਅਰਿੰਗ, ਮਾਸਟਰ ਆਫ ਬਿਜ਼ਨਸ। ਪਰ ਜਿਹੜਾ ਹੁਣ ਨਵਾਂ ਰੁਝਾਨ ਵਧਿਆ ਹੈਗਾ ਵੀ ਕਾਲਜ ਦੇ ਵਿੱਚ ਆਉਂਦਾ, ਉਹ 18 ਸਾਲ ਦੇ ਏਜ ਦੇ ਗਰੁੱਪ 'ਚੋਂ ਆਉਂਦੇ ਹੈਗੇ ਆ, ਜਿੱਥੇ ਅਸੀਂ ਸਮਝਦੇ ਹੈਗੇ ਵੀ ਮੇ ਬੀ ਉਹਨਾਂ ਕੋਲ ਥੋੜ੍ਹੀ ਜਿਹੀ ਉਹਨਾਂ ਵਿਜ਼ਨ ਨਹੀਂ ਹੁੰਦਾ ਹੈਗਾ, ਉਹਨਾਂ ਉਹ ਉਸ ਚੀਜ਼ ਨੂੰ ਵਰਤਾਰਾ ਨਹੀਂ ਹੁੰਦਾ ਹੈਗਾ ਵੀ ਲੋਕਾਂ ਦੇ ਨੌਲੇਜ। ਤਾਂ ਉਸ ਜਿਵੇਂ ਹੁਣ ਉੱਥੇ ਵੀ ਆਪਾਂ ਵੇਖਦੇ ਹੈਗੇ ਕਾਲਜਾਂ ਦੇ ਵਿੱਚ ਜਾਂ ਸਕੂਲਾਂ ਤੋਂ ਲੜਾਈਆਂ ਪੜ੍ਹਾਈਆਂ ਹੁੰਦੀਆਂ ਹੈਗੀਆਂ, ਉਹ ਕਨਸੈਪਟ ਇਹਨਾਂ ਦੇ ਕਈ ਵਾਰੀ ਉਹ ਕੰਟੀਨਿਊ ਇੱਥੇ ਚੱਲੀ ਜਾਂਦਾ ਹੈਗਾ। ਬਿਲਕੁਲ। ਤੇ ਉਹਨੂੰ ਅਸੀਂ ਐਲੀਮੀਨੇਟ ਕਿਵੇਂ ਕਰ ਸਕਦੇ ਹੈਗੇ ਆ? ਉਹ ਜਾਂ ਤਾਂ ਐਜੂਕੇਸ਼ਨ ਹੈਗੀ ਆ, ਜਾਂ ਫਿਰ ਉਹਨਾਂ ਨੂੰ ਵੀ ਜਿਹੜੇ ਯਾਨੀ ਕਿ ਤੁਹਾਨੂੰ ਹਾਰਡ ਪੈਨਲਟੀਜ਼ ਕਿਸੇ ਵੀ ਚੀਜ਼ ਵਾਸਤੇ, ਜਾਂ ਫਿਰ ਜਿਹੜੀ ਸਕਰੀਨਿੰਗ ਹੈਗੀ ਥੋੜੀ ਜਿਹੀ ਸਟਰੋਂਗ ਸਕਰੀਨਿੰਗ ਦੇ ਥਰੂ ਪ੍ਰੋਸੈਸ ਹੋਵੇ ਵੀ ਭਾਈ ਇਹ ਨਹੀਂ ਹੈ ਵੀ ਜਸਟ ਇੱਕ ਲੈਟਰ ਲੱਗੀ ਤੇ ਨਾਲ ਹੀ ਜੀ ਤੁਹਾਨੂੰ ਵੀਜ਼ਾ ਮਿਲ ਗਿਆ, ਉਹਦਾ ਪ੍ਰੋਪਰਲੀ ਕਾਲਜ ਦੇ ਵਿੱਚ ਉਹਦਾ ਸਾਰਾ ਰਿਕਾਰਡ ਦੇਖਿਆ ਜਾਵੇ, ਜਾਂ ਸਾਰਾ ਉਹ ਪ੍ਰੋਪਰਲੀ ਡਾਕੂਮੈਂਟ ਚੈੱਕ ਹੋਣ। ਇੱਕ ਇਹ ਵੀ ਹੈਗਾ ਪ੍ਰੋਸੀਜਰ। ਪਰ ਜਦੋਂ ਆਪਾਂ ਹੁਣ ਜਿਹੜੀਆਂ ਆ ਸਾਰੀਆਂ ਚੀਜ਼ਾਂ ਆਪਾਂ ਨਾਲ ਦੀ ਨਾਲ ਦੇਖਦੇ ਹਾਂ, ਮੈਂ ਕੋਈ ਜ਼ਰੂਰੀ ਨਹੀਂ ਵੀ ਆਪਣੇ ਇਕੱਲੇ ਇਹ ਪੰਜਾਬੀ ਭਾਈਚਾਰੇ ਦੇ, ਕਈ ਵਾਰੀ ਦੂਜੀ ਭਾਈਚਾਰੇ ਦੇ ਵੀ ਜਿਹੜੇ ਨੇ ਉਹ ਇਨਵੋਲਵ ਹੁੰਦੇ ਨੇ ਵਿੱਚ। ਨਹੀਂ ਹੁੰਦੇ ਹੈਗੇ, ਪਰ ਕਿਉਂਕਿ ਸਾਡਾ ਵਾਹ ਜ਼ਿਆਦਾ ਆਪਣੇ ਛੇਤੀ ਪਤਾ ਲੱਗਦਾ ਹੈਗਾ ਵੀ ਸਾਡੇ ਜਿਹੜੇ ਕਮਿਊਨਿਟੀ ਦੇ ਨਾਲ ਕੋਈ ਵੀ ਚੀਜ਼ ਹੁੰਦੀ ਹੈਗੀ ਆ। ਤਾਂ ਪਰ ਜਿਹੜੀ ਹੁਣ ਸਪੈਸ਼ਲੀ ਆਪਾਂ ਅੱਗੇ ਵੀ ਕਈ ਵਾਰੀ ਗੱਲਬਾਤ ਕੀਤੀ ਹੈਗੀ ਆ, ਜਿਹੜਾ ਫੇਸਬੁੱਕ ਹੈਗਾ, ਜਾਂ ਜਿਹੜੀ ਯੂਨੀਵਰਸਿਟੀ ਆਫ WhatsApp ਯੂਨੀਵਰਸਿਟੀ ਤੇ ਬੈਠੇ ਹੈਗੇ ਆ ਪੜ੍ਹਾਕੂ PhD ਤੇ ਉਹਨਾਂ ਤੋਂ ਬਚਣਾ ਚਾਹੀਦਾ, ਕਿਉਂਕਿ ਉਹਦੇ ਤੇ ਜ਼ਿਆਦਾਤਰ ਰਿਊਮਰਸ ਹੁੰਦੀਆਂ ਹੈਗੀਆਂ, ਗਲਤ ਇਨਫੋਰਮੇਸ਼ਨ ਹੈਗੀ ਹੈ, ਜਾਂ ਤਾਂ ਈਵਨ ਗਵਰਨਮੈਂਟਾਂ ਵੀ ਨਹੀਂ ਕਰਦੇ ਹੈਗੇ। ਹੁਣ ਮੈਂ ਪਿੱਛੇ ਜੇ ਮੈਂ ਕਿਸੇ ਨਾਲ ਗੱਲਬਾਤ ਕਰ ਰਿਹਾ ਸੀਗਾ, ਉਹ ਟਿਕਟੋਕ ਦੇ ਬਾਰੇ ਗੱਲਬਾਤ ਕਰ ਰਿਹਾ ਸੀ, ਕਹਿੰਦਾ ਵੀ ਚਾਈਨਾ ਦੇ ਵਿੱਚ ਜਿਹੜੇ ਟਿਕਟੋਕ ਦਾ ਹੈਗਾ, ਉਹ ਗਵਰਨਮੈਂਟ ਜਿਹੜੀ ਚੀਜ਼ ਉਹਨਾਂ ਦਾ ਅਰਥ ਲੋਗਰਿਥਮਿਕ ਇਹੋ ਜਿਹਾ ਹੈਗਾ ਵੀ ਜਿਹੜੀ ਚੀਜ਼ ਉਹ ਪ੍ਰੈਜ਼ੈਂਟ ਕਰਨਾ ਚਾਹੁੰਦੇ ਉਸੇ ਤੋਂ ਉਹੀ ਜਾਂਦੀ ਹੈਗੀ ਉਹਨਾਂ ਨੂੰ। ਤੇ ਜਿਹੜਾ ਨਾਰਥ ਅਮਰੀਕਾ ਦਾ ਉਹਨਾਂ ਨੇ ਉਹ ਡਿਫਰੈਂਟ ਉਹਨਾਂ ਨੇ ਕੀਤਾ, ਉਹਦੇ ਨਾਲ ਉਹ ਯਾਨੀ ਕਿ ਤੁਹਾਨੂੰ ਡਿਸਟਰਕਸ਼ਨ ਨਾਲ ਨੂੰ ਜ਼ਿਆਦਾ ਤੁਸੀਂ ਜਾ ਰਹੇ ਹੈਗੇ ਆ। ਜੇ ਆਪਾਂ ਚਾਈਨਾ ਦੀ ਤੁਸੀਂ ਗੱਲ ਕੀਤੀ ਹੈ, ਚਾਈਨਾ ਦੇ ਵਿੱਚ ਜਿਹੜੀ ਕਮਿਊਨਿਸਟ ਪਾਰਟੀ ਹੈਗੀ ਹੈ, ਕਮਿਊਨਿਸਟ ਕਮਿਊਨਿਟੀ ਹੈਗੀ ਆ, ਉਹ ਜਿਹੜਾ ਹੈਗਾ ਸਾਰਾ ਕੰਟਰੋਲਡ ਜਿਹੜੀ ਚੀਜ਼ ਆ ਉਹ ਆਪਣੀ ਪਬਲਿਕ ਨੂੰ ਦਿਖਾ ਰਹੇ ਨੇ। ਉਹ ਈਵਨ ਜਿਹੜਾ ਉਹਨਾਂ ਦਾ ਸੋਸ਼ਲ ਮੀਡੀਆ ਵੀ ਆ, ਉਹਨਾਂ ਦੇ ਆਪਣੇ ਪਲੇਟਫਾਰਮਸ ਨੇ ਸਾਰੇ। ਉਹ ਕੋਈ ਵੀ ਬਾਹਰਲਾ ਪਲੇਟਫਾਰਮ ਜੇ ਅੰਦਰ ਜਾਂਦਾ ਵੀ ਉਹਨਾਂ ਦੇ ਫਿਲਟਰ ਹੋ ਕੇ ਜਾਂਦਾ। ਦੇ ਡੋਂਟ ਟੇਕ ਵਾਇਲੈਂਸ, ਦੇ ਡੋਂਟ ਸ਼ੋ ਦਮ ਐਨੀਥਿੰਗ। ਨਹੀਂ, ਪਰ ਉਹੀ ਹੈ ਨਾ ਵੀ ਜਿਹੜੇ ਬੱਚੇ ਆ, ਜਿਵੇਂ ਬੱਚੇ ਹੈਗੇ ਆ ਵੇਖਦੇ ਆ, ਉਹਨਾਂ ਨੂੰ ਉਹ ਮੋਰ ਆਫ ਐਜੂਕੇਸ਼ਨਲ ਚੀਜ਼ ਹੀ ਅਪਰੋਚੇਬਲ ਹੈਗੀ ਆ। ਤੇ ਜਦੋਂ ਤੁਹਾਨੂੰ ਓਪਨ ਸਾਰਾ ਕੁਝ ਹੁੰਦਾ ਹੈਗਾ ਤੇ ਤੁਸੀਂ ਉਹਨੂੰ ਯਾਨੀ ਕਿ ਬਹੁਤ ਡਿਫਰੈਂਟਲੀ ਵੇਖਦੇ ਹੈਗੇ ਆ। ਤੁਸੀਂ ਉਸੇ ਦੇ ਯਾਨੀ ਕਿ ਜਿਹੜਾ ਫਾਲਸ ਜਿਹੜੀ ਆ ਲਾਈਫ ਸਟਾਈਲ ਤੁਹਾਡੀ ਬਣ ਜਾਂਦੀ ਆ, ਉਹ ਮੈਨੂੰ 100,000 ਲਾਈਕਸ ਮਿਲ ਗਏ ਹੈਗੇ ਆ, ਪਤਾ ਨਹੀਂ ਮੈਂ ਕਿੰਨਾ ਪਾਪੂਲਰ ਹੋ ਗਿਆ ਹੈਗਾ। ਦਿਸ ਇਜ਼ ਨਾਟ ਦੀ ਟਰੂਥ। ਨੋ, ਇਟਸ ਕਿਉਂਕਿ ਜੇ ਆਪਾਂ ਦੇਖਿਆ ਹੋਵੇ ਸੋਸ਼ਲ ਮੀਡੀਆ ਦੇ ਉੱਪਰ ਅੱਜ ਦੇ ਯੁੱਗ ਦੇ ਵਿੱਚ, ਜੇ ਤੁਹਾਨੂੰ ਅੱਜ ਇੱਕ ਬੰਦਾ ਕੋਈ ਮੰਨ ਲਓ ਵੀ 1 ਮਿਲੀਅਨ ਵਿਊ ਮਿਲ ਗਏ, ਤੁਹਾਨੂੰ ਇੱਕ ਦਿਨ ਲਈ ਬੰਦਾ ਜਾਣਦਾ, ਦੂਜੇ ਦਿਨ ਕਿਸੇ ਹੋਰ ਨੂੰ ਮਿਲ ਗਿਆ, ਤੁਸੀਂ ਭੁੱਲ ਗਏ। ਸੋ ਇਟਸ ਫॉर 1 ਡੇ ਓਨਲੀ ਤੁਸੀਂ ਹੈਗੇ ਹੋ। ਉਹ ਨਾਲੇ ਕੀ ਟੌਪਿਕ ਕਿਹੜੇ ਤੇ ਹੈਗਾ, ਕੋਈ ਉਹਦੇ ਤੇ ਯਾਨੀ ਕਿ ਅਸੀਂ ਵੇਖਦੇ ਹੈਗੇ ਆ ਹਰੇਕ ਹੀ ਡਾਕਟਰ ਬਣਿਆ ਹੋਇਆ ਹੈਗਾ, ਹਰੇਕ ਹੀ ਯਾਨੀ ਕਿ ਹੈਲਥ ਕੇਅਰ ਸਪੈਸ਼ਲਿਸਟ ਬਣਿਆ ਹੈਗਾ, ਹਰੇਕ ਹੀ ਯਾਨੀ ਕਿ ਚਾਹੇ ਉਹ ਜਿਮ ਦਾ ਟ੍ਰੇਨਰ ਬਣਿਆ ਹੋਇਆ ਹੈਗਾ। ਬਹੁਤ ਵਾਈਡ ਪ੍ਰੋਗਰਾਮ ਹੈਗਾ। ਹੁਣ ਸਾਨੂੰ ਨਹੀਂ ਪਤਾ ਹੈਗਾ ਵੀ ਅਸੀਂ ਫਿਰ ਉਹੀ ਚੀਜ਼ਾਂ ਫੋਲੋ ਕਰਨਾ ਸ਼ੁਰੂ ਕਰ ਦਿੰਦੇ। ਉਹਨੇ ਕਹਿਤਾ ਜੀ ਇਹ ਪਤਾ ਨਹੀਂ ਉਹ ਡਾਕਟਰ ਹੀ ਹੈਗਾ, ਤਾਂ ਵੀ ਇਹਨੇ ਆਹ ਫਾਰਮੂਲਾ ਦਿੱਤਾ ਤੇ ਫਿਰ ਸਾਡੇ ਤੇ ਕੋਈ ਇੰਪੈਕਟ ਨਹੀਂ ਹੁੰਦਾ। ਫਿਰ ਅਸੀਂ ਕਿਉਂਕਿ ਅੱਜ ਇੱਕ ਮੈਨੂੰ ਨਾ ਪੋਸਟ ਆਈ, ਤੇ ਵੈਸੇ ਵਧੀਆ ਲੱਗੀ ਪੋਸਟ। ਉਹ ਆਸਟ੍ਰੇਲੀਆ ਦੀ ਪੋਸਟ ਸੀਗੀ। ਇੱਕ ਬੰਦਾ ਜੀ ਸਟੈਂਡ ਦੇ ਉੱਪਰ ਸਾਈਕਲ ਲੱਗਾ, ਉਹਨੂੰ ਸਾਈਕਲ ਨੂੰ ਚਲਾਈ ਜਾ ਰਿਹਾ। ਕਹਿੰਦਾ ਭਾਈ ਸਾਹਿਬ, ਕਹਿੰਦਾ ਸਟੈਂਡ ਦੇ ਉੱਪਰ ਸਾਈਕਲ ਚਲਾ ਰਹੇ ਹੋ ਹੈ ਨਾ, ਵੀ ਇਹਨਾਂ ਕਿੱਥੇ ਪਹੁੰਚ ਜਾਓਗੇ ਤੁਸੀਂ, ਵੀ ਕਿਤੇ ਪਹੁੰਚਣਾ ਤਾਂ ਹੈ ਨਹੀਂ। ਕਹਿੰਦਾ ਜੀ ਮੈਂ ਵੀ ਇਹੀ ਦੱਸਣਾ ਚਾਹੁੰਦਾ ਹਾਂ, ਜਿਹੜੇ ਅੱਜ ਕੱਲ੍ਹ ਦੇ ਸਟੂਡੈਂਟ ਆ ਰਹੇ ਨੇ ਉਹ ਕਿਤੇ ਨਹੀਂ ਪਹੁੰਚ ਰਹੇ। ਬੇਸਿਕਲੀ ਉਹ ਖੜੇ ਨੂੰ ਪੈਡਲ ਮਾਰ ਰਹੇ ਆ, ਕਹਿੰਦਾ ਸਾਈਕਲ ਨੂੰ, ਸਾਈਕਲ ਤੁਰ ਨਹੀਂ ਰਿਹਾ। ਕਹਿੰਦੇ ਜਸਟ ਖੜਾ ਹੀ ਆ ਉੱਥੇ ਉਹ। ਨਹੀਂ, ਇਹੀ ਹੈ ਵੀ ਜਿਹੜੇ ਅੱਜ ਕੱਲ੍ਹ ਜਿਹੜੇ ਕੋਰਸਿਸ ਵੀ ਬੱਚੇ ਲੈ ਰਹੇ ਨੇ, ਉਹਨਾਂ ਦੀ ਕੋਈ ਬੁੱਕਤ ਨਹੀਂ ਪੈ ਰਹੀ।
ਬੁੱਕ ਤੇ ਇਹੀ ਹੈ ਨਾ ਵੀ ਜਿਹੜੀ ਚੀਜ਼ ਹੁਣ ਹੈਗੀ ਆ ਵੀ ਜੋ ਯੂਨੀਵਰਸਿਟੀ ਕਾਲਜਾਂ ਨੇ ਜਿਹੜਾ ਸਪੈਸ਼ਲੀ ਕਾਲਜਿਸ ਨੇ ਬਣਾਇਆ ਹੈਗਾ ਉਹਦਾ ਕੋਈ ਕ੍ਰਾਈਟੇਰੀਆ ਹੈ ਨਹੀਂਗਾ। ਹਾਂ ਉਹਨਾਂ ਨੇ ਪ੍ਰੋਗਰਾਮ ਬਣਾਤੇ ਹੈਗੇ ਆ ਬਿਜ਼ਨਸ ਐਡਮਿਨਿਸਟ੍ਰੇਸ਼ਨ, ਪਰ ਜੇ ਉਹਨੂੰ ਤੁਸੀਂ ਡੀਪਲੀ ਵੇਖੋ ਉਹਦਾ ਕਨਸੈਪਟ ਇਹ ਹੈਗਾ ਉਹਨਾਂ ਨੂੰ ਇੱਕ ਐਜੂਕੇਟਡ ਲੇਬਰ ਕਲਾਸ ਮਿਲ ਰਹੀ ਹੈਗੀ ਆ ਜਿਹੜੀ ਅੱਗੇ ਉਹ ਦੂਜੇ ਕੈਟੇਗਰੀਆਂ ਦੇ ਵਿੱਚੋਂ ਆਉਂਦੀ ਸੀਗੀ, ਫੈਮਿਲੀ ਕਲਾਸ ਦੇ ਵਿੱਚੋਂ ਉਹਨਾਂ ਨੂੰ ਉਹਦੇ 'ਤੇ ਪੈਸੇ ਖਰਚਣੇ ਪੈਂਦੇ ਸੀ। ਹੁਣ ਇਹ ਪੈਸਾ ਨਾਲ ਲੈ ਕੇ ਆ ਰਹੇ ਹੈਗੇ ਆ, ਫਿਰ ਵੀ ਇਹਨਾਂ ਕੋਲ ਐਜੂਕੇਸ਼ਨ ਹੈਗੀ ਆ, ਯੰਗ ਹੈਗੀ ਆ। ਕਰਨ ਦੇ ਲਈ ਲੇਬਰ ਕਰਨੀ ਪੈਣੀ ਆ, ਕੋਈ ਨਾ ਕੋਈ ਤਾਂ ਕਰਨਾ ਹੀ ਪੈਣਾ ਆ, ਕਿਉਂਕਿ ਜੇ ਉੱਪਰਲੀ ਜੌਬ ਨਹੀਂ ਮਿਲੇਗੀ ਥੱਲੇ ਕਰਨੀ ਪੈਣੀ ਹੈ, ਕਿਉਂਕਿ ਜੇ ਸਰਵਾਈਵ ਤੁਸੀਂ ਕਰਨਾ ਕੈਨੇਡਾ ਦੇ ਵਿੱਚ ਤੁਹਾਨੂੰ ਕੰਮ ਕਰਨਾ ਪੈਣਾ ਆ। ਸੋ ਉਹ ਕੰਮ ਕਰਨ ਦੇ ਲਈ ਫਿਰ ਤੁਸੀਂ ਕੋਈ ਨਾ ਕੋਈ ਹੋਰ ਰਾਹ ਲੱਭੋਗੇ। ਓਕੇ ਯਾਰ ਮੈਂ ਚੱਲ ਮੈਨੂੰ ਆਪਣੇ ਫੀਲਡ ਤਾਂ ਜੌਬ ਮਿਲੀ ਨਹੀਂ ਹੈ, ਚੱਲ ਮੈਂ ਇਲੈਕਟ੍ਰੀਸ਼ੀਅਨ ਵੀ ਨਹੀਂ ਦੇਖ ਲਵਾਂ, ਚੱਲ ਮੈਂ ਇੱਧਰ ਮਸ਼ੀਨਾਂ ਦੇ ਵੀ ਨਹੀਂ ਹੋ ਜਾਵਾਂ, ਜਾਂ ਮੈਂ ਮਸ਼ੀਨ ਸ਼ਾਪ ਉਹ ਨਹੀਂ ਹੋ ਜਾਵਾਂ। ਸੋ ਦੈਨ ਯੂ ਬਿਕਮ ਟੂ ਅ ਲੇਬਰ ਜੌਬ, ਜਾਂ ਤੁਸੀਂ ਟ੍ਰੇਡ ਵਰਕ ਦੇ ਵਿੱਚ ਆ ਜਾਓਗੇ। ਨਹੀਂ ਉਹੀ ਹੈ ਨਾ ਵੀ ਉਸੇ ਕਰਕੇ ਉਹ ਆ ਵੀ ਵੱਡਾ ਜਿਹੜਾ ਬੈਨੀਫਿਟ ਉਹ ਵੇਖ ਰਹੀ ਹੈ ਗਵਰਨਮੈਂਟ, ਯਾਨੀ ਕਿ ਸਾਡੇ ਤੋਂ 40-100 ਸਾਲ ਪਹਿਲਾਂ ਅੱਗੇ ਦੀ ਸੋਚਦੇ ਆ। ਹੁਣ ਉਹ ਤੁਸੀਂ ਦੇਖੋ ਵੀ ਜਿਹੜਾ 18 ਸਾਲ ਦਾ ਆ ਗਿਆ, ਜੇ 3 ਸਾਲ ਦੇ ਵਿੱਚ ਵੀ ਉਹਨੂੰ ਪੱਕਾ ਜਾਂ 5 ਸਾਲ ਦੇ ਵਿੱਚ ਵੀ ਪੱਕਾ ਹੋ ਗਿਆ, ਉਹਨੇ ਇੱਥੋਂ ਦਾ ਸਿਸਟਮ ਨੂੰ ਜਾਣ ਲਿਆ ਹੈਗਾ, ਤਾਂ ਉਹ ਅਗਲੇ 40 ਸਾਲ ਇੱਥੇ ਯਾਨੀ ਕਿ ਕੰਮ ਕਰਨ ਵਾਸਤੇ ਐਲੀਜੀਬਲ ਹੈਗਾ। ਬਿਲਕੁਲ। ਜਿਹਦੇ ਹੁਣ ਯਾਨੀ ਕਿ ਪਹਿਲੇ 20-25 ਸਾਲ ਤਾਂ ਉਹਨੂੰ ਕੋਈ ਖਰਚਾ ਨਹੀਂ ਉਹਦੇ 'ਤੇ, ਕਿਉਂਕਿ ਉਹਦੀ ਹੈਲਥ ਵੀ ਚੰਗੀ ਹੋਣੀ ਹੈਗੀ ਆ ਅਤੇ ਬਾਕੀ ਉਹਨੂੰ ਹੋਰ ਪ੍ਰੋਬਲਮਸ ਵੀ ਘਟਣੀਆਂ ਹੈਗੀਆਂ। ਹੁਣ ਜਿਹੜੀਆਂ ਇਸੇ ਕਰਕੇ ਹੁਣ ਜਿਹੜਾ ਸਭ ਤੋਂ ਵੱਡਾ ਇੰਪੈਕਟ ਹੈਗਾ ਉਹ ਫੈਮਿਲੀ ਕਲਾਸ 'ਤੇ ਪਿਆ ਹੈਗਾ। ਫੈਮਿਲੀ ਕਲਾਸ ਦੇ ਵਿੱਚ ਇਕੱਲੇ ਸਪਾਊਜ਼ਲ ਨੂੰ ਉਹ ਥੋੜ੍ਹਾ ਜਿਹਾ ਦੇ ਰਹੇ ਹੈਗੇ ਆ ਵੀ ਓਪਨ ਹੈਗਾ, ਪਰ ਉਹਦੇ ਨਾਲ ਕਾਫੀ ਡਿਮਾਂਡ ਹੈਗੀ ਆ ਵੀ ਜਿਹੜੇ ਐਂਟਰਪ੍ਰੇਨਿਓਰ ਹੈਗੇ ਆ, ਜਿਹੜੇ ਮਨੀ ਲਿਆ ਕੇ ਬਿਜ਼ਨਸ ਦੇ ਵਿੱਚ ਇਨਵੈਸਟ ਕਰਨ, ਉਹਨਾਂ ਨੂੰ ਥੋੜ੍ਹੀ ਜਿਹੀ ਕੈਟੇਗਰੀ ਚੇਂਜ ਕਰਨੀ ਪੈਣੀ ਆ ਵੀ ਨੰਬਰ ਆਫ ਹੁਣ ਜਿਵੇਂ ਲਾਸਟ ਈਅਰ ਦੇ ਵਿੱਚ 4 ਲੱਖ ਤੋਂ ਉੱਤੇ ਸਟੂਡੈਂਟ ਇਕੱਲਾ ਆਇਆ ਹੈਗਾ। ਬਿਲਕੁਲ। ਅਤੇ ਉਹਨੂੰ ਘੱਟ ਕਰਕੇ ਯਾਨੀ ਕਿ ਡਿਫਰੈਂਟ ਕੈਟੇਗਰੀਜ਼ ਨੂੰ ਵਧਾਉਣਾ ਚਾਹੀਦਾ ਹੈਗਾ। ਇਹਨਾਂ ਨੂੰ ਗਵਰਨਮੈਂਟ ਨੂੰ ਇੱਧਰ ਨੂੰ ਥੋੜ੍ਹਾ ਮੋਟਾ ਧਿਆਨ ਦੇਣਾ ਚਾਹੀਦਾ ਹੈਗਾ। ਸਾਨੂੰ ਵੀ ਯਾਨੀ ਕਿ ਇਹ ਚੀਜ਼ਾਂ brought it to the attention of local MPs ਜਿਹੜੇ ਹੈਗੇ ਆ, ਤਾਂ ਕਿ ਜਦੋਂ ਪਾਲਿਸੀਆਂ ਬਣਦੀਆਂ ਹੈਗੀਆਂ they can raise these concerns and these can be find a solution for these problems। ਬਿਲਕੁਲ ਜੀ। ਆਪਾਂ ਅਗਲੀ ਚੱਲ ਪੈਂਦੇ ਹਾਂ ਨਾਲ ਬਾਰਡਰ ਸਿਟੀ ਦੇ ਨਾਲ। ਕਹਿੰਦੇ ਵੀ ਜਿਹੜੀ ਆਪਣੀ ਮੈਰਾਥਨ ਰੇਸ ਹੋ ਰਹੀ ਆ, ਉਹਦੇ ਵੀ ਥੋੜ੍ਹੀ ਬਹੁਤੀ ਗੱਲਬਾਤ ਕਰ ਲਈਏ। ਹਾਂਜੀ ਬੋਬੀ ਜੀ, ਇਹ ਬਹੁਤ ਯਾਨੀ ਕਿ ਪਾਪੂਲਰ ਰੇਸ ਹੈਗੀ ਆ ਜਿਹੜੀ ਆਪਣੇ ਡਿਟਰੋਇਟ ਤੋਂ ਚੱਲਦੀ ਹੈਗੀ ਆ। ਇਹ ਘੱਟੋ ਘੱਟ 26 ਕਿਲੋਮੀਟਰ ਲੰਮੀ ਹੁੰਦੀ ਹੈਗੀ ਆ ਮੈਰਾਥਨ। ਇਹ ਦੋਨਾਂ ਕੰਟਰੀਆਂ ਦੇ ਵਿੱਚ ਦੀ ਹੁੰਦੀ ਹੈਗੀ ਆ। 10-12 ਕਿਲੋਮੀਟਰ ਕੈਨੇਡਾ ਦੇ ਆ, ਇਹ ਬ੍ਰਿਜ ਉੱਥੋਂ ਦੀ ਕ੍ਰਾਸ ਕਰਦੇ ਆ ਅਤੇ ਟਨਲ ਵਿੱਚ ਦੀ ਵਾਪਸ ਜਾਂਦੇ ਹੈਗੇ ਆ। ਓਕੇ ਜੀ। ਅਤੇ ਉਹਦੇ ਨਾਲ ਇਹ ਹੁਣ ਇੱਕ ਇਹਦੇ 'ਚ ਪ੍ਰੋਬਲਮ ਉਹੀ ਆ ਰਹੀ ਹੈ ਜਿਹੜੀ ਆਪਾਂ ਅੱਗੇ ਵੀ ਡਿਸਕਸ ਕੀਤੀ ਹੈਗੀ ਆ, ਅਰਾਈਵ ਕੈਨੇਡਾ। ਜਿਹੜੇ ਨੇ ਉੱਥੇ ਰਨ ਕਰਨਾ ਹੈਗਾ ਉਹਦੇ ਕੋਲ ਅਰਾਈਵ ਕੈਨੇਡਾ ਦੇ ਅਪਰੂਵਲ ਹੋਣੀ ਚਾਹੀਦੀ ਹੈਗੀ, ਉਹਦੇ ਕੋਲ ਡਾਕੂਮੈਂਟੇਸ਼ਨ ਉਹਦੇ 'ਚ ਭਰਿਆ ਹੋਣਾ ਚਾਹੀਦਾ, ਤਾਂ ਉਹ ਕ੍ਰਾਸ ਕਰ ਸਕਦਾ ਹੈ। ਬਿਲਕੁਲ। ਸੋ ਸਾਡਾ ਮਕਸਦ ਇਹੀ ਸੀਗਾ ਵੀ ਤੁਹਾਨੂੰ ਅਵੇਅਰ ਕਰਨ ਦਾ, ਜੇ ਤੁਸੀਂ ਐਜ਼ ਪੰਜਾਬੀ ਜਾਂ ਤੁਸੀਂ ਪਾਰਟ ਲੈ ਰਹੇ ਹੋ ਇਸ ਮੈਰਾਥਨ ਦੇ ਵਿੱਚ, ਤਾਂ ਤੁਸੀਂ ਅਰਾਈਵ ਕੈਨ ਜਿਹੜਾ ਹੈਗਾ ਆ ਪਹਿਲਾਂ ਹੀ ਭਰ ਲਿਓ। ਤੁਹਾਨੂੰ ਟਾਈਮ ਤਾਂ ਪਤਾ ਹੀ ਹੋਏਗਾ ਵੀ ਕਿਸ ਕੁ ਟਾਈਮ ਅਸੀਂ ਉਹ ਕ੍ਰਾਸ ਕਰਨੀ ਹੈਗੀ ਆ, ਉਸ ਕੁ ਟਾਈਮ ਦਾ ਭਰ ਕੇ ਤੁਸੀਂ ਭਾਵੇਂ ਉਹਨੂੰ 3-4 ਘੰਟੇ ਪਹਿਲਾਂ ਹੀ ਭਰ ਕੇ ਛੱਡ ਦਿਓ, ਤਾਂ ਕਿ ਤੁਸੀਂ ਜਦੋਂ ਬਾਰਡਰ ਦੇ ਉੱਪਰ ਆਵੋ ਤਾਂ ਤੁਹਾਨੂੰ ਫਿਰ ਉਹ ਜ਼ਿਆਦਾ ਖੱਜਲ ਖੁਆਰੀ ਨਾ ਕਰਨੀ ਹੋਵੇ ਤੁਹਾਡੀ। ਨਹੀਂ, ਇਹ ਬਹੁਤ ਜ਼ਰੂਰੀ ਗੱਲ ਹੈਗੀ ਆ। ਇਹਦੇ ਵਾਸਤੇ ਇਹਨਾਂ ਨੇ ਤਾਈਓ ਉਹਨਾਂ ਨੇ ਕਿਹਾ ਹੈਗਾ ਵੀ ਤੁਹਾਡੇ ਜਿਹੜੇ ਉਹਨਾਂ ਨੇ ਸਾਰੇ ਜਿੰਨੇ ਵੀ ਰਨਰਸ ਹੈਗੇ ਕਰਨ ਵਾਲੇ, ਉਹਨਾਂ ਨੂੰ ਉਹਨਾਂ ਨੇ ਇਨਫੋਰਮੇਸ਼ਨ ਭੇਜ ਦਿੱਤੀ ਹੈਗੀ ਆ। ਬਾਰਡਰ ਵਾਲਿਆਂ ਨੇ ਵੀ ਈਵਨ ਜਿਹੜੇ ਰੇਸ ਕਰਾਉਂਦੇ ਹੈਗੇ ਉਹਨਾਂ ਨੇ ਵੀ। ਅਤੇ 16 ਅਕਤੂਬਰ ਦੀ ਇਹ ਹੈਗੀ ਆ। ਕਾਫੀ ਇਹਦੇ 'ਚ ਮੈਂ ਪਿਛਲੀ ਅੱਗੇ ਵੇਖਿਆ, ਹੁਣ 2 ਸਾਲ ਤੋਂ ਬਾਅਦ ਤੀਜੇ ਸਾਲ ਆ ਇਹ, ਤੀਜੇ ਸਾਲ ਤੋਂ ਬਾਅਦ ਇਹ ਆ ਰਹੀ ਹੈਗੀ ਆ। ਪਹਿਲਾਂ ਰੈਗੂਲਰ ਹੁੰਦੀ ਸੀਗੀ, ਉਹਦੇ 'ਚ ਆਪਣੇ ਪੰਜਾਬੀ ਮੁੰਡੇ ਵੀ ਕਈ ਭੱਜਦੇ ਵੇਖੇ ਮੈਂ, ਜਿਹੜੇ ਡਿਟਰੋਇਟ ਅਤੇ ਉੱਧਰਲੇ ਮਿਸ਼ੀਗਨ 'ਚ ਰਹਿੰਦੇ ਹੈਗੇ ਆ, ਉਹਨਾਂ 'ਚੋਂ ਕਾਫੀ ਪਾਰਟੀਸਪੇਟ ਕਰਦੇ ਹੈਗੇ। ਇਟਸ ਗੁੱਡ ਟੂ ਰਨ, ਬਟ ਮੇਕ ਸ਼ੋਰ ਯੂ ਹੈਵ ਅ ਪ੍ਰੋਪਰ ਡਾਕੂਮੈਂਟੇਸ਼ਨ, ਉਹ ਮੇਕ ਸ਼ੋਰ ਕਰ ਲਿਓ ਵੀ। ਬਿਲਕੁਲ ਜੀ। ਅਤੇ ਅਗਲੀ ਜਿਹੜੀ ਖਬਰ ਹੈ ਜੀ ਉਹ ਆਪਾਂ ਨਾਲ ਸਾਂਝੀ ਕਰ ਲਈਏ। ਹਾਂਜੀ, ਜੇ ਅਸੀਂ ਮੈਂ ਜਿਹੜਾ ਹੁਣ ਕੱਲ੍ਹ ਸਾਡੀ ਜਿਹੜੀ ਕੌਂਸਲ ਮੀਟਿੰਗ ਸੀ ਉਹਦੇ 'ਚ ਇੱਕ ਅਸੀਂ H4 ਹੱਬ, ਉਹਦੇ 'ਚ ਕੀ ਹੈਗਾ ਆਪਣਾ ਜਿਹੜਾ ਹੋਮਲੈਸਨੈਸ ਦੀ ਪ੍ਰੋਬਲਮ ਵੱਧ ਰਹੀ ਹੈਗੀ ਆ, ਉਹਦੇ ਵਾਸਤੇ ਇੱਕ ਹੱਬ
ਕ੍ਰੀਏਟ ਕਰ ਰਹੇ ਹੈਗੇ ਆ। ਉਹ ਨਵਾਂ ਇਨੋਵੇਸ਼ਨ ਪ੍ਰੋਜੈਕਟ ਅਸੀਂ ਸ਼ੁਰੂ ਕੀਤਾ ਹੈਗਾ ਜਦੋਂ ਦਾ ਪੈਂਡੇਮਿਕ ਆਇਆ। ਉਹਦੇ 'ਚ ਜਿਹੜਾ ਯਾਨੀ ਕਿ ਪ੍ਰੋਬਲਮ ਇਹਨਾਂ ਨੂੰ ਆਉਂਦੀਆਂ ਸੀਗੀਆਂ ਵੀ ਇਹ ਇੱਕ ਸਿੰਗਲ ਪ੍ਰੋਬਲਮ ਨਹੀਂ ਹੈਗੀ ਹੋਮਲੈਸਨੈਸ, ਉਹਦੇ 'ਚ ਹੈਲਥ ਨਾਲ ਰਿਲੇਟਡ ਵੀ ਪ੍ਰੋਬਲਮ ਹੈਗੀ ਆ, ਮੈਂਟਲ ਹੈਲਥ ਵੀ ਇਸ਼ੂ ਹੈਗੀ ਆ, ਡਰੱਗ ਐਡਿਕਸ਼ਨ ਦੀ ਵੀ ਹੈਗੀ ਆ। ਉਹ ਹੁਣ ਸਾਰੀਆਂ ਚੀਜ਼ਾਂ ਇੱਕ ਅੰਬਰੇਲਾ ਦੇ ਅੰਡਰ ਲਿਆ ਕੇ ਉਹਨਾਂ ਨੂੰ ਹੋਮਲੈਸਨੈਸ, ਹਾਊਸਿੰਗ, ਹੈਲਥ ਐਂਡ ਚੌਥੀ ਹੱਬ H4 ਦੇ ਨਾਲ ਇਹਦਾ ਅਸੀਂ ਯਾਨੀ ਕਿ ਯੂਨੈਨਿਮਸਲੀ ਸਾਰੇ ਕਾਉਂਸਲ ਨੇ ਅਪਰੂਵ ਕੀਤਾ ਹੈਗਾ, ਜਿਹਦਾ ਕਿ ਇਹਦਾ ਪ੍ਰੋਜੈਕਟ ਹੈਗਾ ਵੀ ਵਿਦਨ 5 ਈਅਰ ਦੇ ਵਿੱਚ 40,000 ਤੋਂ ਲੈ ਕੇ 100,000 ਤਾਈਂ ਅਸੀਂ ਦੇਖ ਰਹੇ ਹੈਗੇ ਆ ਵੀ ਜਿਹੜਾ ਬਿਲਡਿੰਗ ਸਾਨੂੰ ਚਾਹੀਦੀ ਹੈਗੀ ਆ। ਬੇਸਡ ਔਨ ਦੈਟ ਬਿਲਡਿੰਗ ਵੀ ਵਿਲ invest, and we also looking for the provincial and federal funding for that one। ਇਹ 'ਚ ਘੱਟੋ ਘੱਟ 30 ਤੋਂ 40 ਮਿਲੀਅਨ ਡਾਲਰ ਦਾ ਪ੍ਰੋਜੈਕਟ ਹੋਣਾ ਹੈਗਾ, ਜਿੱਥੇ ਇਹ ਚੀਜ਼ ਨੂੰ ਅਸੀਂ ਯਾਨੀ ਕਿ ਤੁਸੀਂ ਹੋਮਲੈਸਨੈਸ ਜਿਹੜੀ ਹੈਗੀ ਆ ਜਾਂ ਉਹਨੂੰ ਟੈਕਲ ਕਰਨ ਵਾਸਤੇ ਇਹ ਚੀਜ਼ ਹੈਗੀ ਆ। ਬੇਸਿਕਲੀ ਸਿਟੀ ਇਜ਼ ਗੋਣਾ ਲੁੱਕ ਫॉर ਅਨਦਰ ਬਿਲਡਿੰਗ ਜਿੱਥੇ ਉਹ 1000 ਕੁ ਸ਼ੈਲਟਰ ਬਣਾ ਸਕੇ ਤਾਂ ਕਿ ਸਾਰਾ ਕੁਝ ਉੱਥੇ ਹੋਊਗਾ। ਹੁਣ ਹਾਲੇ ਟੈਂਪਰੇਰੀਲੀ ਅਸੀਂ ਜਿਹੜਾ ਵਾਟਰ ਵਰਲਡ ਹੈਗਾ ਵਾਈਨਡੋਟ ਸਟਰੀਟ ਤੇ ਉਹਦੇ 'ਚ ਰਨ ਕਰ ਰਹੇ ਹੈਗੇ ਆ, ਪਰ ਉਹ ਐਡਾ ਵੱਡਾ ਨਹੀਂ ਹੈਗਾ, ਪਰ ਸਟਿਲ ਫਰੋਮ ਦੀ ਪੈਂਡੇਮਿਕ ਦੇ ਵਿੱਚ ਤੋਂ ਟਾਈਮ ਤੋਂ ਇਹ ਸ਼ੁਰੂ ਕੀਤਾ ਸੀਗਾ। ਉਹਦੇ 'ਚ ਵੀ ਜੇ ਅਸੀਂ ਵੇਖਿਆ ਜਾਵੇ ਤਾਂ ਉਹਦੇ 'ਚ ਐਵਰੇਜ ਯਾਨੀ ਕਿ ਉਹਨਾਂ ਨੇ ਹੁਣ ਜੂਨ ਤੋਂ ਲੈ ਕੇ ਯਾਨੀ ਕਿ 2200 ਯੂਨੀਕ ਕਲਾਇੰਟ ਵਿਜ਼ਿਟ ਹੈਗੀਆਂ। Every day 100 to 150 people comes and visit for different things। ਘੱਟੋ ਘੱਟ ਹੁਣ ਜੋ ਉਹਦੇ 'ਚ 60,000 ਤੋਂ ਉੱਤੇ ਯਾਨੀ ਕਿ ਵਿਜ਼ਿਟ ਹੋ ਚੁੱਕੀਆਂ ਹੈਗੀਆਂ। ਆਈ ਥਿੰਕ ਇਟਸ ਇੱਕ ਕਾਈਂਡ ਆਫ ਇਨੋਵੇਸ਼ਨ ਹੈਗਾ। ਇਹਦੇ ਨਾਲ ਦਾ ਕਿਤੇ ਵੀ ਯਾਨੀ ਕਿ ਕੈਨੇਡਾ ਦੇ ਵਿੱਚ ਐਗਜ਼ਿਸਟਿੰਗ ਨਹੀਂ ਹੈਗਾ। ਡਿਫਰੈਂਟ ਕੰਪੋਨੈਂਟ ਅਲੱਗ-ਅਲੱਗ ਹੈਗੇ ਆ, ਪਰ ਸਾਰੇ ਕੰਪੋਨੈਂਟ ਅੰਡਰ ਵਨ ਅੰਬਰੇਲਾ ਨਹੀਂ ਹੈਗੇ ਆ। ਆਈ ਥਿੰਕ ਇਟਸ ਮੇ ਬੀ ਏ ਗੁੱਡ ਪ੍ਰੋਜੈਕਟ ਫॉर ਦੀ ਫਿਊਚਰ, ਲਾਈਕ ਵੀ ਜਿਹਦਾ 'ਚ ਇਹਦੇ ਯਾਨੀ ਕਿ ਲੀਡ ਲੈ ਕੇ ਹੋਰ ਵੀ ਸਿਟੀਜ਼ ਇਸ ਚੀਜ਼ ਤੋਂ ਅਡਾਪਟ ਕਰਨਗੀਆਂ। ਤਾਂ ਆਈ ਥਿੰਕ ਵੀ ਆਰ ਗੋਇੰਗ ਇਨ ਦੈਟ ਡਾਇਰੈਕਸ਼ਨ, ਕਿਉਂਕਿ ਇਹ ਵੀ ਇੱਕ ਵੱਡੀ ਪ੍ਰੋਬਲਮ ਬਣਦੀ ਜਾ ਰਹੀ ਹੈਗੀ ਆ ਕੈਨੇਡਾ ਵਾਈਡ ਵੀ ਹੈ ਅਤੇ ਈਵਨ ਵਰਲਡ ਵਾਈਜ਼ ਵੀ ਹੈਗਾ। ਵਿੰਜ਼ਰ ਦੇ ਵਿੱਚ ਜੇ ਹੁਣ ਅਸੀਂ ਵੇਖਦੇ ਹੈਗੇ ਆ 300 ਤੋਂ 400 ਹੋਮਲੈਸ ਪੀਪਲ ਹੈਗੇ ਆ ਜਿਹੜੇ ਬਾਹਰ ਕਈ ਵਾਰੀ ਬਾਹਰ ਰਹਿੰਦੇ ਹੈਗੇ, ਜਾਂ ਜਿਹੜਾ ਡਾਊਨਟਾਊਨ ਮਿਸ਼ਨ ਹੈਗਾ ਉਹਨਾਂ ਦੇ ਸ਼ੈਲਟਰ 'ਚ ਰਹਿੰਦੇ ਹੈਗੇ ਆ। there is the Salvation Army shelter ਹੈਗਾ, there is another women's shelter ਹੈਗਾ। 4-5 ਛੋਟੇ ਸੈਂਟਰ ਹੈਗੇ ਜਿੱਥੇ ਕਾਫੀ ਇਹਨਾਂ ਨੂੰ ਟਰਾਈ ਕਰਦੇ ਅਕੋਮੋਡੇਟ ਕਰਨ ਨੂੰ, ਪਰ ਉਹਨਾਂ ਨੂੰ bringing to one umbrella, that is what H4 is। I think it's a good opportunity for city to develop in that direction। ਬਿਲਕੁਲ ਜੀ। ਤੇ ਜੇ ਉਸ ਤੋਂ ਗਾਂਹ ਚੱਲੀਏ ਤਾਂ ਆਪਣੇ ਹੁਣ ਜੇ ਜਿਹੜਾ ਅੱਜ ਦੀ ਲੇਟੈਸਟ ਹੈਗੀ ਆ ਬੈਂਕ ਆਫ ਕੈਨੇਡਾ ਦੀ, ਬਿਲਕੁਲ ਆਪਾਂ ਉੱਤੇ ਵੀ ਗੱਲ ਕਰਨੀ ਹੈਗੀ ਆ, ਕਿਉਂਕਿ ਬੈਂਕ ਆਫ ਕੈਨੇਡਾ ਨੇ ਇੱਕ ਵਾਰੀ ਫੇਰ ਜਿਹੜਾ ਹੈਗਾ ਝਟਕਾ ਦਿੱਤਾ ਹੈਗਾ ਆ ਜਿਹੜੇ ਮੌਰਗੇਜ ਦੇ ਜਿਹੜੇ ਜਾਂ ਇੰਟਰਸਟ ਰੇਟ ਜਿਹੜਾ ਹੈਗਾ ਆ, ਚਾਹੇ ਲੋਨ ਦਾ ਹੋਵੇ ਚਾਹੇ ਮੌਰਗੇਜ ਦਾ ਹੋਵੇ, ਉਹਦੇ ਨਾਲ ਜਿਹੜੀ ਹੈਗੀ ਆ ਹਰ ਇੱਕ ਚੀਜ਼ ਜਿਹੜੀ ਹੈਗੀ ਆ ਹੁਣ ਫੇਰ ਦੁਬਾਰਾ ਮਹਿੰਗੀ ਹੋਣੀ ਆ ਥੋੜੀ ਜਿਹੀ ਹੋਰ। ਯਾਨੀ ਉਹੀ ਚੀਜ਼ ਹੈਗੀ ਹੈ ਵੀ ਉਹ ਇੱਕ ਜਿਹੜੀ ਇਨਫਲੇਸ਼ਨ ਆਪਾਂ ਵੇਖ ਰਹੇ ਹੈਗੇ ਪਿਛਲੇ 3-4 ਮਹੀਨਿਆਂ ਤੋਂ 7 ਤੋਂ 8% ਦੇ ਵਿੱਚ ਚੱਲ ਰਹੀ ਹੈਗੀ ਆ, ਉਹਨੂੰ ਟੈਕਲ ਕਰਨ ਵਾਸਤੇ ਇਹ ਯੂਜ਼ ਕੀਤਾ ਜਾਂਦਾ ਹੈਗਾ ਵੀ ਇੰਟਰਸਟ ਰੇਟ ਵਧਾਓ, ਉਹ ਨਾਲ ਫਿਰ ਜਿਹੜਾ ਇੰਪੈਕਟ ਹੋਊਗਾ ਬੌਂਡ 'ਤੇ ਜਾਂ ਹੋਰ ਜਿਹੜੀਆਂ ਚੀਜ਼ਾਂ ਦਾ ਉਹਦੇ ਨਾਲ ਫਿਰ ਇਨਫਲੇਸ਼ਨ ਦਾ ਥੋੜ੍ਹਾ ਜਿਹਾ ਸਲੋ ਡਾਊਨ ਹੁੰਦਾ ਹੈਗਾ। ਹੁਣ ਇਹ ਪਹਿਲਾਂ ਤਾਂ ਰਿਊਮਰ ਚੱਲੀ ਜਾਂਦੀਆਂ ਸੀਗੀਆਂ ਜਦੋਂ ਦੀ ਪਿਛਲੀ ਮੀਟਿੰਗ ਆ, ਉਦੋਂ ਵੀ ਇਹਨਾਂ ਨੇ US ਨੇ 0.75 ਇਨਕਰੀਜ਼ ਕੀਤਾ ਸੀ, ਕੈਨੇਡਾ ਨੇ 1% ਇਨਕਰੀਜ਼ ਕਰਤਾ ਸੀਗਾ। ਤੇ ਹੁਣ ਐਤਕੀ US ਨੇ ਕੋਈ ਨਹੀਂ, ਪਿਛਲੇ ਮਹੀਨੇ ਕੋਈ ਨਹੀਂ ਇਨਕਰੀਜ਼ ਕੀਤਾ, ਤੇ ਉਦੋਂ ਸੀਗਾ ਵੀ ਇਹ ਸ਼ਾਇਦ ਕਰਨ ਕਿ ਨਾ ਕਰਨ, 25 ਹੋਊਗਾ, 0.25 ਹੋਊਗਾ ਕਿ 0.5 ਹੋਊਗਾ, ਪਰ ਇਹਨਾਂ ਨੇ ਸਟਿਲ ਕੰਟੀਨਿਊ ਐਟ 0.75 ਹੈਗਾ। ਜੇ ਹੁਣ ਅਸੀਂ ਮਾਰਚ ਤੋਂ ਵੇਖਦੇ ਹੈਗੇ ਆ, ਮਾਰਚ ਤੋਂ ਲੈ ਕੇ ਹੁਣ ਤਾਈਂ ਯਾਨੀ ਕਿ 3 ਘੱਟੋ ਘੱਟ ਇਹ 3.3% ਦੇ ਕਰੀਬ ਇਨਕਰੀਜ਼ ਹੋ ਗਿਆ ਹੈਗਾ ਜੀ। ਬਿਲਕੁਲ। ਤਾਂ ਉਹਦੇ ਨਾਲ ਜਿਹੜਾ ਹੈਗਾ ਪ੍ਰਾਈਮ ਰੇਟ ਹੈਗਾ ਉਹ ਅਪ ਟੂ 3.25 ਤੇ ਚਲਾ ਗਿਆ, ਲੈਂਡਿੰਗ ਰੇਟ 3.25 ਤੇ ਜਿਹੜਾ ਸਾਲ ਵਿੱਚ ਜਿਹੜੇ ਬੈਂਕ ਦਿੰਦੀ ਆ ਤੁਹਾਨੂੰ, ਜੇ ਵੇਰੀਏਬਲ ਦੇ ਵਿੱਚ ਵੀ ਹੋਵੇ ਤਾਂ ਪ੍ਰਾਈਮ +1 ਹੁੰਦਾ ਮੋਸਟਲੀ। ਤਾਂ ਉਹਦੇ 'ਚ ਤੁਹਾਡੀ ਮੌਰਗੇਜ ਹੈਗੀ ਜਿਹੜੀ ਉਹ 5 ਤੋਂ 6 ਦੇ ਵਿੱਚ ਚਲੀ ਜਾਣੀ ਹੈਗੀ ਆ। ਮੈਨੂੰ ਲੱਗਦਾ ਕਈ ਬੈਂਕਾਂ ਨੇ ਥੋੜ੍ਹਾ ਜਿਹਾ ਰੇਜ਼ ਕਰਤੇ, ਕਈਆਂ ਨੇ ਆਉਣ ਵਾਲੇ ਦਿਨਾਂ 'ਚ ਰੇਜ਼ ਕਰਨਗੇ। ਪਰ ਉਹਦੇ ਨਾਲ ਜਿਹੜੀ ਸਭ ਤੋਂ ਵੱਡੀ ਚੀਜ਼ ਚੈਲੰਜ ਹੋਣੀ ਹੈਗੀ ਆ, ਜਿਨ੍ਹਾਂ ਕੋਲੇ ਤਾਂ ਵੇਰੀਏਬਲ ਹੈਗੇ ਆ ਉਹਦੇ 'ਚ ਵੀ ਹੈਗਾ ਵੀ ਤੁਹਾਡੇ ਕੋਲ ਕਲੋਜ਼ਡ ਪੇਮੈਂਟ ਸਕੀਮ ਹੈਗੀ ਆ ਕਿ ਓਪਨ ਪੇਮੈਂਟ ਸਕੀਮ ਹੈਗੀ ਆ। ਜੇ ਓਪਨ 'ਚ ਹੈਗੀ ਆ ਉਹਦੇ ਨਾਲ ਤੁਹਾਡੀ
ਪੇਮੈਂਟ ਵੱਧ ਸਕਦੀ ਹੈਗੀ। ਜੇ ਅੱਗੇ 1500 ਸੀ ਹੁਣ ਉਹ 1800 ਜਾਂ 1900 ਹੋ ਗਈ 1900 ਹੋ ਸਕਦੀ ਹੈ। ਤੇ ਜੇ ਉਹ ਤੁਹਾਡੀ ਫਿਕਸ ਪ੍ਰਾਈਸ ਰੱਖੀ ਹੈਗੀ ਹੈ ਫਿਰ ਜਿਹੜਾ ਪ੍ਰਿੰਸੀਪਲ ਫੈਕਟਰ ਹੈਗਾ ਉਹ ਘਟ ਜਾਣਾ ਹੈਗਾ। ਕਈਆਂ ਦਾ ਉਹ ਜ਼ੀਰੋ ਵੀ ਹੋ ਗਿਆ ਹੈਗਾ ਜਾਂ ਮਾਈਨਸ ਵੀ ਹੈਗਾ। ਕਈ ਮੈਂ ਦੇਖਿਆ ਕਿ ਕਈ ਆਪਾਂ ਗੱਲ ਕਰਦੇ ਸੀ ਪਹਿਲਾਂ ਵੀ ਕਈਆਂ ਦੇ ਜਿਹੜੇ ਹੈਗੇ ਆ ਉਹ ਬਿਲਕੁਲ ਐਜ ਦੇ ਉੱਪਰ ਸੀਗੇ ਵੀ ਚਲੋ ਵੀ ਓਕੇ ਵੀ $200-300 ਜੇ ਮੰਨ ਲਓ ਵੀ ਆਪਾਂ ਐਗਜ਼ਾਮਪਲ ਲਾ ਕੇ ਚੱਲਦੇ ਹਾਂ $1500 ਮੌਰਗੇਜ ਪੇਮੈਂਟ ਸੀਗੀ ਮਹੀਨੇ ਦੀ ਤਾਂ 1500 ਦੇ ਵਿੱਚੋਂ $300 ਜਿਹੜਾ ਸੀਗਾ ਜਾਂ $400 ਜਿਹੜਾ ਸੀਗਾ ਉਹ ਪ੍ਰਿੰਸੀਪਲ ਦਾ ਜਾਂਦਾ ਸੀ ਤੇ 1100 ਤੋਂ ਲੈ ਕੇ $1200 ਜਿਹੜਾ ਸੀਗਾ ਉਹ ਇੰਟਰਸਟ ਦਾ ਜਾਂਦਾ ਸੀਗਾ। ਪਰ ਹੁਣ ਜਦੋਂ ਉਹ ਆਹ ਇੰਟਰਸਟ ਰੇਟ ਵੱਧ ਗਏ ਨੇ ਤੇ ਉਹ ਵੇਰੀਏਬਲ ਫਿਕਸਡ ਜਿਹੜੀ ਹੈਗੀ ਆ ਪੇਮੈਂਟ ਤਾਂ ਤੁਹਾਡੀ ਉੱਥੇ ਰਹੇਗੀ ਪਰ ਇੰਟਰਸਟ ਵਧਣ ਦੇ ਨਾਲ ਹੋ ਸਕਦਾ ਵੀ ਜਿਹੜੀ ਤੁਹਾਡੀ ਪ੍ਰਿੰਸੀਪਲ ਸੀਗਾ ਉਹ ਨੈਗੇਟਿਵ ਦੇ ਵਿੱਚ ਜ਼ੀਰੋ ਜਾਂ ਨੈਗੇਟਿਵ ਦੇ ਵਿੱਚ ਹੋ ਜਾਵੇ। ਸੋ ਬੇਸਿਕਲੀ ਤੁਹਾਡੀ ਮੌਰਗੇਜ ਜਿਹੜੀ ਹੈ ਘਟਣ ਦੀ ਬਜਾਏ ਹੁਣ ਮੌਰਗੇਜ ਭਾਵੇਂ ਉਹ ਹਰ ਮਹੀਨੇ ਉਹਦੇ ਵਿੱਚ $25 ਜਾਂ $50 ਜਾਂ $100 ਉਹਦੇ ਵਿੱਚ ਹੋਰ ਐਡ ਹੋਣਾ ਸ਼ੁਰੂ ਹੋ ਜਾਵੇ। ਯਾਨੀ ਇਹ ਇਜ਼ ਗੋਇੰਗ ਟੂ ਬੀ ਅ ਚੈਲੰਜ ਫॉर ਸਮ ਪੀਪਲ। ਬਾਕੀ ਜਿਹੜਾ ਹੈਗਾ ਹੁਣ ਜਿਹੜੇ ਸਪੈਸ਼ਲੀ ਜਿਨ੍ਹਾਂ ਨੇ ਹੁਣ 20s ਦੇ 20 ਔਰ 18 ਔਰ 19 ਦੇ ਵਿੱਚ ਯਾਨੀ ਕਿ ਮੈਂ ਪੈਂਡੇਮਿਕ ਤੋਂ ਪਹਿਲਾਂ ਰਿਨਿਊ ਕਰਾਈਆਂ ਸੀ ਉਹਨਾਂ ਦੇ ਅਗਲੇ ਸਾਲ ਤਾਈਂ ਜਿਨ੍ਹਾਂ ਦੀਆਂ ਰਿਨਿਊ ਲਾਉਣੀਆਂ ਹੈਗੀਆਂ ਉਹਨਾਂ ਨੂੰ ਵੱਡਾ ਇੰਪੈਕਟ ਪੈਣਾ ਹੈਗਾ। ਉਹਦੇ 'ਚ ਯਾਨੀ ਕਿ 1/3 ਕੁਆਟਰ 1/3 ਜਿਹੜੀ ਹੈਗੀਆਂ ਮੌਰਗੇਜ ਟੋਟਲ ਮੌਰਗੇਜਿਸ ਉਹ ਓਪਨ ਮੌਰਗੇਜਿਸ ਹੈਗੀਆਂ। ਜਿਹੜੇ ਫਿਕਸਡ ਵਾਲਿਆਂ ਨੂੰ ਵੀ ਪ੍ਰੋਬਲਮ ਪੈਣੀ ਕਿਉਂਕਿ ਉਦੋਂ ਹੁਣ ਜੇ 18 ਜਾਂ 19 ਤੁਸੀਂ 2 ਜਾਂ 2.5% ਤੇ ਕਰਾਇਆ ਹੁਣ ਜਦੋਂ ਤੁਸੀਂ ਰਿਨਿਊ ਕਰਾਉਣੀ ਆ ਅਗਲੇ ਸਾਲ ਤਾਈਂ ਤਾਂ ਉਹ ਤੁਹਾਨੂੰ 5 ਜਾਂ 6% ਤੇ ਇਨਕਰੀਜ਼ ਹੋਣੀ ਹੈਗੀ ਆ। ਉਹ ਤੁਹਾਡਾ ਯਾਨੀ ਕਿ ਬਜਟ ਦੇ ਵਿੱਚ ਇੰਪੈਕਟ ਪੈਣਾ ਹੈਗਾ। ਇਹਦੇ ਵਾਸਤੇ ਜੇ ਹਾਂ ਉਹਨੂੰ ਅਸੀਂ ਦੂਜੇ ਪਾਸੇ ਉਹਨੂੰ ਓਵਰਆਲ ਰਿਐਕਟ ਕਰੀਏ ਪਰ ਅਸੀਂ ਕਹਿੰਦੇ ਸੀ ਵੀ ਇੱਕ ਪਾਸੇ ਅਸੀਂ ਕਹਿੰਦੇ ਹੈਗੇ ਵੀ ਪ੍ਰਾਈਸਿਸ ਕਮਿੰਗ ਡਾਊਨ ਪਰ ਜੇ ਉਹਨੂੰ ਇੱਕ ਕੰਪੇਅਰੇਬਲ ਕਰੀਏ $100 ਮਿਲੀਅਨ ਦਾ ਘਰ ਸੀਗਾ ਉਹ 'ਤੇ ਤੁਸੀਂ $2 ਲੱਖ ਡਾਊਨ ਕੀਤਾ ਹੈਗਾ 2.5% ਦੇ ਹਿਸਾਬ ਨਾਲ ਤੁਹਾਡਾ $3500-3600 ਪੇਮੈਂਟ ਬਣਦੀ ਹੈਗੀ ਆ। ਤਾਂ ਜੇ ਹੁਣ ਉਹ ਘਰ ਦੀ ਕੀਮਤ 8% ਹੋ ਗਈ ਆ 4.5% ਤੇ ਮੌਰਗੇਜ ਕਰਕੇ ਪੇਮੈਂਟ ਤੁਹਾਡੀ ਉਨੀ ਬਣ ਰਹੀ ਹੈਗੀ ਆ ਪਰ ਐਵਰੇਜ ਬੰਦੇ ਉਹਨੂੰ ਕੋਈ ਬੈਨੀਫਿਟ ਨਹੀਂ ਹੋਇਆ ਹੈਗਾ। ਉਹ ਕਹਿੰਦਾ ਵੀ ਮੈਂ ਹਾਊਸ ਸਸਤਾ ਲੈ ਲਿਆ ਪਰ ਉਹ ਸਸਤਾ ਨਹੀਂ ਪੈ ਰਿਹਾ ਹੈਗਾ। ਇਹ ਚੀਜ਼ਾਂ ਯਾਨੀ ਕਿ ਤੁਹਾਨੂੰ ਡਿਟੇਲ ਦੇ ਵਿੱਚ ਇਨਵੈਸਟੀਗੇਟ ਕਰਨੀਆਂ ਚਾਹੀਦੀਆਂ ਹੈਗੀਆਂ ਵੀ ਜਿਹੜੀਆਂ ਚੀਜ਼ਾਂ ਆਪਾਂ ਜਦੋਂ ਕਰਦੇ ਹੈਗੇ ਆ। ਇੱਕ ਕੁਐਸਚਨ ਹੈ ਜਸਟ ਰੈਂਡਮ ਕੁਐਸਚਨ ਦਿਮਾਗ ਦੇ ਵਿੱਚ ਆਇਆ ਕਿ ਕਈ ਬੰਦਿਆਂ ਨਾਲ ਅੱਜ ਮੇਰੀ ਗੱਲ ਹੁੰਦੀ ਸੀਗੀ ਤੇ ਉਹ ਕਹਿੰਦੇ ਵੀ ਹੁਣ ਜਿਹੜੀ ਹੈਗੀ ਆ ਸੇਲ ਵਧੇਗੀ ਪਰ ਮੈਂ ਜਿਹੜੀ ਆਪਣੀ ਸੋਚ ਦੇ ਮੁਤਾਬਕ ਜਾਂ ਆਪਣੀ ਸਮਝ ਦੇ ਮੁਤਾਬਕ ਕਹਿ ਰਿਹਾ ਸੀ ਨਹੀਂ ਵੀ ਹਲੇ ਵੀ ਸੇਲ ਜਿਹੜੀ ਥੱਲੇ ਜਾਏਗੀ। ਨਹੀਂ ਸੇਲ ਘਟੂਗੀ। ਸੇਲ ਜੇ ਆਪਾਂ ਜੇ ਸੇਲ ਦਾ ਆਪਾਂ ਕਰਦੇ ਹੈਗੇ ਜਿਹੜੇ ਆਪਣੇ ਅਗਸਤ ਦੇ ਨੰਬਰਸ ਆਏ ਹੈਗੇ ਆਪਣੇ ਵਿਜ਼ਿਟਰ ਬੋਰਡ ਦੇ ਉਹਨੂੰ ਅਸੀਂ ਐਨਾਲਾਈਜ਼ ਕਰਦੇ ਹੈਗੇ ਆ। ਜੇ ਅਸੀਂ ਉਹਨਾਂ ਨੂੰ ਯਾਨੀ ਕਿ ਸੇਲ ਪੁਆਇੰਟ ਆਫ ਵਿਊ ਨਾਲ ਵੇਖਿਆ ਜਾਵੇ ਜਦੋਂ ਕਿ ਮੈਂ 2021 ਤੇ 2022 ਨੂੰ ਵੀ ਕੰਪੇਅਰ ਕਰਦੇ ਹੈਗੇ ਆ 2021 'ਚ ਉਹਨਾਂ ਮਾਰਚ ਤੋਂ ਲੈ ਕੇ ਅਗਸਤ ਤਾਈਂ ਇੰਨਾ ਚੇਂਜ ਨਹੀਂ ਆਇਆ ਸੀਗਾ। ਉਹਦੇ 'ਚ ਯਾਨੀ ਕਿ 735 ਤੋਂ ਲੈ ਕੇ 680 ਦੇ ਵਿੱਚ ਇੰਨੀ ਕੁ ਸੇਲ ਚੱਲਦੀ ਰਹੀ ਹੈਗੀ ਹੈ ਜਦੋਂ ਕਿ ਹੁਣ ਮਾਰਚ 2022 ਤੋਂ ਲੈ ਕੇ ਜੇ ਇਹ ਰੈਪਿਡਲੀ ਘਟ ਰਹੀ ਹੈਗੀ ਆ। 698 ਯੂਨਿਟਸ ਸੋਲਡ ਇਨ ਮਾਰਚ ਤੇ ਜਿਹੜੇ ਕਿ ਮਈ ਦੇ ਵਿੱਚ 583 ਹੋ ਗਏ ਆ ਜੁਲਾਈ ਦੇ ਵਿੱਚ 393 ਹੋ ਗਏ ਆ ਅਗਸਤ ਦੇ ਵਿੱਚ ਵੀ 393 ਹੈਗੇ ਆ। ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੇ ਦਿੰਦੇ ਆ। ਆਪਾਂ ਜਦੋਂ 2-3 ਮਹੀਨੇ ਪਹਿਲਾਂ ਗੱਲਬਾਤ ਕਰਦੇ ਸੀਗੇ ਤਾਂ ਮੰਨ ਲਓ ਵੀ ਫੋਰ ਐਗਜ਼ਾਮਪਲ ਮੈਂ ਇੱਕ ਐਗਜ਼ਾਮਪਲ ਦੇ ਰਿਹਾ 90 ਘਰ ਮਾਰਕੀਟ ਦੇ ਵਿੱਚ ਆਏ ਦਿਹਾੜੀ ਦੇ ਮੈਂ ਦਿਹਾੜੀ ਦੀ ਜਿਹੜੀ ਹੈਗੀ ਆ ਉਹ ਨੰਬਰ ਲੈ ਕੇ ਚੱਲਿਆ ਦਿਹਾੜੀ ਦੇ 90 ਘਰ ਜਿਹੜੇ ਆ ਜੀ ਉਹ ਮਾਰਕੀਟ 'ਚ ਆਉਂਦੇ ਨੇ ਤੇ ਉਹਨਾਂ ਦੇ ਵਿੱਚੋਂ 60-65 ਜਿਹੜੇ ਸੀ ਉਹ ਵਿਕ ਰਹੇ ਸੀਗੇ ਉਸ ਵੇਲੇ। ਅੱਜ ਦੀ ਸਥਿਤੀ ਜਿਹੜੀ ਉਹ ਹੈਗੀ ਆ ਵੀ ਅੱਜ 90 ਘਰ 98 ਘਰ ਜਿਹੜੇ ਹੈਗੇ ਆ ਉਹ ਆ ਰਹੇ ਅੱਜ ਦੀ ਡਾਟਾ ਮੈਂ ਤੁਹਾਨੂੰ ਨਾਲ ਸ਼ੇਅਰ ਕਰ ਰਿਹਾ 96 ਘਰ ਮਾਰਕੀਟ ਦੇ ਵਿੱਚ ਆਏ ਨੇ ਤੇ ਜਿਨ੍ਹਾਂ ਦੇ ਵਿੱਚੋਂ ਸਿਰਫ 16 ਵਿਕੇ ਨੇ। ਨਹੀਂ ਉਹੀ ਹੈ ਨਾ ਵੀ ਉਹ ਤਾਈਓ ਇਹ ਜਿਹੜੇ ਨੰਬਰਸ ਹੈਗੇ ਡਿਫਰੈਂਸ ਹੈਗਾ ਹੁਣ 700 ਘਰ ਕਿੱਥੇ ਵਿਕੇ ਸੀਗੇ ਮਾਰਚ ਦੇ ਵਿੱਚ ਤੇ ਹੁਣ 400 ਦੇ ਕਰੀਬ ਆ ਗਏ 300 ਘਰ ਘਟ ਗਏ ਹੈਗੇ। ਇਹਦਾ ਮਤਲਬ ਉਹੀ ਹੈ ਨਾ ਜਿਹੜੀ ਆਪਾਂ ਮੋਸਟਲੀ ਗੱਲ ਕਰਦੇ ਹੈਗੇ ਜਿਹੜਾ ਇਨਵੈਸਟਰ ਹੈਗਾ ਉਹਨੇ ਸਟਾਪ ਕਰਤਾ ਹੈਗਾ ਬਾਏ ਕਰਨਾ। ਜਿਹੜਾ ਰੈਗੂਲਰ ਕਸਟਮਰ ਹੈਗਾ ਉਹ ਥੋੜਾ ਉਹ ਹਲੇ ਚੱਲ ਰਿਹਾ ਹੈਗਾ ਕਿਸੇ ਨੇ ਅਪਗ੍ਰੇਡ ਕਰਨਾ ਜਾਂ ਡਾਊਨਗ੍ਰੇਡ ਕਰਨਾ ਉਹ ਮਾਰਕੀਟ ਦੇ ਵਿੱਚ ਹੈਗਾ।
ਪਰ ਜਿਵੇਂ ਆਪਾਂ ਪ੍ਰਾਈਸ ਦਾ ਕੰਪੇਅਰੇਬਲ ਕੀਤਾ ਹੈਗਾ ਉਹਦੇ ਨਾਲ ਤੁਹਾਡਾ ਯਾਨੀ ਕਿ ਟੋਟਲ ਕਾਸਟ ਦਾ ਮੇਬੀ ਤੁਹਾਡੀ ਆਊਟ ਆਫ ਪਾਕਟ ਜਿੰਨੀ ਪੇਮੈਂਟ ਦੀ ਬਾਹਲਾ ਫਰਕ ਨਾ ਪਵੇ, ਪਰ ਉਹ ਚੀਜ਼ਾਂ ਦਾ ਹੈਗਾ ਵੀ ਹਾਂ ਤੁਹਾਨੂੰ ਲੱਗਦਾ ਹੈਗਾ ਵੀ ਮੈਂ $2 ਲੱਖ ਪ੍ਰਾਈਸ ਘਟ ਗਿਆ ਹੈਗਾ। ਜੇ ਹੁਣ ਆਪਾਂ ਐਵਰੇਜ ਸੇਲ ਪ੍ਰਾਈਸ ਵੀ ਵੇਖਦੇ ਹਾਂ, ਮਾਰਚ ਦੇ ਵਿੱਚ ਉਹ 7,23,000 ਤੇ ਪਹੁੰਚ ਗਈ ਸੀਗੀ, ਜਿਹੜੀ ਕਿ ਹੁਣ ਘਟ ਕੇ ਫਿਰ 5,20,000 ਹੋ ਗਈ ਐਵਰੇਜ ਜਾਂ ਮੀਡੀਅਨ ਪ੍ਰਾਈਸ। ਤਾਂ ਜੇ ਸੇਮ ਜੇ ਹੁਣ ਪਿਛਲੇ ਸਾਲ ਦਾ ਅਸੀਂ ਵੇਖਿਆ ਉਹਦੇ 'ਚ ਇੰਨਾ ਚੇਂਜ ਨਹੀਂ ਪਿਆ ਸੀ, ਉਹਦੇ 'ਚ 535 ਸੀਗੀ ਮਾਰਚ ਦੇ ਵਿੱਚ ਤੇ ਉਹਦੇ 'ਚ ਅਗਸਤ ਦੇ ਵਿੱਚ 568 ਸੀਗੀ, ਤਾਂ ਉਹਦੇ 'ਚ ਬਾਹਲਾ ਫਰਕ ਨਹੀਂ ਪਿਆ। ਇਹ ਜਾਨੀ ਕਿ ਜੂਨ ਜੁਲਾਈ ਤੋਂ ਲੈ ਕੇ ਜਿਹੜਾ ਮਾਰਚ ਤਾਈਂ 6-7 ਮਹੀਨੇ ਉਹਦੇ 'ਚ ਇਹਨੇ ਜੰਪ ਕੀਤਾ, 568 ਤੋਂ 725 ਦੇ ਕਰੀਬ ਚਲੀ ਗਈ ਤੇ ਉਹ ਹੁਣ ਘਟ ਕੇ ਫੇਰ ਆ ਗਈ ਹੈਗੀ ਆ। ਹਾਂ ਠੀਕ ਹੈ ਵੀ ਜਿਹੜਾ ਫਸਟ ਟਾਈਮ ਬਾਇਰ ਹੈਗਾ ਉਹਨੂੰ ਥੋੜਾ ਜਿਹਾ ਲੱਗ ਰਿਹਾ ਹੈਗਾ ਵੀ ਮੈਨੂੰ ਪ੍ਰਾਈਸ ਘੱਟ ਮਿਲ ਰਹੀ ਹੈਗੀ ਆ ਜੀ, ਤੇ ਉਸ ਹਿਸਾਬ ਨਾਲ ਆਪਾਂ ਨੂੰ ਇਹ ਚੀਜ਼ਾਂ ਦਾ ਵੀ ਐਨਾਲਾਈਜ਼ ਪ੍ਰੋਪਰਲੀ ਕਰਨਾ ਚਾਹੀਦਾ ਹੈਗਾ ਵੀ ਕੀ ਹੈਗਾ ਕੀ ਨਹੀਂ ਹੈਗਾ। ਤਾਂ ਜੇ ਹੁਣ ਉਹਦੇ ਨਾਲ ਆਪਾਂ ਲਿਸਟਿੰਗ ਤੇ ਵੀ ਨਿਗਾਹ ਮਾਰੀਏ, ਲਿਸਟਿੰਗ ਯਾਨੀ ਕਿ ਉਹ ਵੀ ਇਨਕਰੀਜ਼ ਹੋਈਆਂ ਹੈਗੀਆਂ। ਹੁਣ ਮਾਰਚ ਦੇ ਵਿੱਚ 1050 ਲਿਸਟਿੰਗਾਂ ਸੀਗੀਆਂ ਤੇ ਹੁਣ ਜਦੋਂ ਕਿ ਜੁਲਾਈ ਦੇ ਵਿੱਚ 1305 ਤੇ ਸੀਗੇ, ਜੂਨ ਦੇ ਵਿੱਚ 1557 ਸੀਗੀਆਂ, ਜਿਹਦੇ 'ਚ ਘੱਟੋ ਘੱਟ ਹੁਣ ਜੁਲਾਈ ਤੋਂ ਅਗਸਤ ਦੇ ਵਿੱਚ ਵੀ 5% ਯਾਨੀ ਕਿ ਪਿਛਲੇ ਸਾਲ ਨਾਲੋਂ 5% ਜ਼ਿਆਦਾ ਹੈਗੀਆਂ, ਜਦੋਂ ਕਿ ਜੁਲਾਈ ਦੇ ਵਿੱਚ 20% ਲਿਸਟਿੰਗ ਜ਼ਿਆਦਾ ਸੀਗੀ 2021 ਨਾਲੋਂ। ਸੋ ਇਹ ਚੀਜ਼ਾਂ ਸਾਰੀਆਂ ਨੂੰ ਜੇ ਅਸੀਂ ਐਨਾਲਾਈਜ਼ ਕਰਦੇ ਹੈਗੇ, ਹਾਂ ਠੀਕ ਹੈ ਵੀ ਉਹਦੇ ਨਾਲ ਲੱਗਦਾ ਹੈਗਾ ਵੀ ਸਪੈਸ਼ਲੀ ਆ ਜਿਹੜਾ ਹੁਣ ਇੰਟਰਸਟ ਰੇਟ ਹੈਗਾ ਇਹਦੇ ਜਿਹੜਾ ਇੰਪੈਕਟ ਹੋਣਾ ਆਉਣ ਵਾਲੇ 3 ਜਾਂ 4 ਵੀਕਾਂ ਦਾ ਇਹਦਾ ਤੁਹਾਨੂੰ ਰੀਅਲ ਡਾਟਾ ਆਉਣਾ ਸ਼ੁਰੂ ਹੋਣਾ ਵੀ ਕਿੰਨਾ ਇੰਪੈਕਟ ਪੈਣਾ ਹੈਗਾ। ਪਰ ਮੇਰੇ ਹਿਸਾਬ ਨਾਲ ਵੀ ਇਹ ਥੋੜਾ ਜਿਹਾ ਮਾਰਕੀਟ ਥੱਲੇ ਹੋਰ ਸਲੋ ਹੋਊਗੀ, ਪ੍ਰਾਈਸ ਥੋੜ੍ਹੀਆਂ ਜਿਹੀਆਂ ਥੱਲੇ ਨੂੰ ਹੋਰ ਜਾਣਗੀਆਂ। ਬਿਲਕੁਲ। ਸੋ ਅੱਜ ਦੀ ਗੱਲਬਾਤ ਦੇ ਵਿੱਚੋਂ ਤੁਸੀਂ ਇਹ ਦੇਖ ਲਓ ਵੀ ਪ੍ਰਾਈਸਾਂ ਜਿਹੜੀਆਂ ਨੇ ਥੋੜੀ ਅਫੋਰਡੇਬਿਲਿਟੀ ਵੀ ਥੱਲੇ ਆਈ ਹੈ, ਕਿਉਂਕਿ ਨਵੰਬਰ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇੱਕ ਝਟਕਾ ਹੋਰ ਲੱਗਣਾ ਆ, ਸੋ ਸਾਨੂੰ ਉਹਦੇ ਲਈ ਵੀ ਪ੍ਰਪੇਅਰ ਹੋਣਾ ਪੈਣਾ। ਹਾਂਜੀ, ਨਹੀਂ ਉਹਦੇ 'ਚ ਪੋਸੀਬਿਲਿਟੀ ਹੈਗੀ ਹੈ ਵੀ ਇੱਕ ਵਾਰੀ ਇਹਨਾਂ ਦੇ ਫੇਰ ਇਸ ਸਾਲ ਦੇ ਵਿੱਚ ਜਿਹੜੀ ਲਾਸਟ ਮੀਟਿੰਗ ਹੈਗੀ ਨਵੰਬਰ ਦੇ ਵਿੱਚ, ਉੱਥੇ ਸ਼ਾਇਦ ਫੇਰ ਹਲੇ ਤਾਂ ਹਾਲ ਦੀ ਪ੍ਰੈਡਿਕਸ਼ਨ ਇਹੀ ਹੈ ਵੀ ਉਹ ਵਧਾ ਰਹੇ ਹੈਗੇ ਆ, ਤੇ ਪਰ ਬਾਕੀ ਉਦੋਂ ਟਾਈਮ ਦੇ ਕਲੋਜ਼ ਜਾ ਕੇ ਪਤਾ ਲੱਗੂਗਾ। ਕਿਉਂਕਿ ਜਿਵੇਂ ਹੁਣ US ਨੇ ਵੀ ਲਾਸਟ ਮਿੰਟ ਤੇ ਓਕੇ ਵੀ ਭਾਈ ਵੀ ਅਸੀਂ ਨਹੀਂ ਨਾ ਵਧਾਉਣ ਦਾ ਉਹਨਾਂ ਨੇ ਮਨ ਬਣਾ ਲਿਆ, ਪਰ ਹੋ ਸਕਦਾ ਕਿ ਜਿਹੜੀ ਬੈਂਕ ਆਫ ਕੈਨੇਡਾ ਆ ਉਹ ਲਾਸਟ ਮਿੰਟ ਤੇ ਕਵੇ ਭਾਈ ਵੀ ਹਾਂ ਵੀ ਠੀਕ ਆ ਵੀ ਅਸੀਂ ਇਹ ਚੀਜ਼ ਨਹੀਂ ਕਰਦੇ, ਚਲੋ ਆਪਣਾ ਹੁਣ ਜਾਂ 0.7 ਵਧਾਉਣ ਦੀ ਬਜਾਏ 0.25 ਵਧਾ ਦਿਓ, 0.5 ਵਧਾ ਦਿਓ। ਲਾਈਕ ਹੋ ਸਕਦਾ ਲਾਈਕ ਹਲੇ ਉਹ ਟਾਈਮ ਪਿਆ ਹੈ, ਹਲੇ 2-3 ਮਹੀਨੇ ਪਏ ਨੇ, 2 ਮਹੀਨੇ ਪਏ ਨੇ, 56 ਦਿਨਾਂ ਬਾਅਦ ਹੁੰਦੀ ਹੈਗੀ ਆ, ਸਮਝ ਲਓ ਵੀ ਨਵੰਬਰ ਮਿਡ ਨਵੰਬਰ ਦੇ ਵਿੱਚ ਚਲੇ ਜਾਣਾ ਹੈਗਾ, ਸਟਾਰਟਿੰਗ ਆਫ ਨਵੰਬਰ ਦੇ ਵਿੱਚ। ਹਾਂ, ਤੇ ਬਾਕੀ ਜਿਹੜਾ ਹੈਗਾ ਆ ਹੁਣ ਇਸ ਵੇਲੇ ਜਿਹੜੀ ਹੈਗੀ ਆ ਅਫੋਰਡੇਬਿਲਿਟੀ ਦੀ ਵੀ ਜਿਹੜੀ ਹੈਗੀ ਆ ਉਹ ਥੱਲੇ ਆਈ ਹੈਗੀ ਆ ਹੁਣ, ਕਿਉਂਕਿ ਅੱਜ ਦੇ ਇੰਟਰਸਟ ਰੇਟ ਦੇ ਮੁਤਾਬਕ ਜਿਹੜੇ ਬੈਂਕ ਵਾਲੇ ਨੇ ਉਹਨਾਂ ਨੇ ਵੀ ਦੁਬਾਰਾ ਫੇਰ ਦੇਖਣਾ ਸ਼ੁਰੂ ਕਰ ਲੈਣਾ ਵੀ ਭਾਈ ਵੀ ਹਾਂ ਵੀ ਬੰਦੇ ਦੀ ਇੰਟਰਸਟ ਰੇਟ ਕਿੱਥੇ ਹੈਗਾ, ਵੀ ਕਿੱਥੇ ਇਹ ਕੀ ਅਫੋਰਡੇਬਿਲਿਟੀ ਕਰ ਸਕੇਗਾ। ਹੁਣ ਉਹਦੇ ਨਾਲ ਕੀ ਆ ਕਿ ਹੋ ਸਕਦਾ ਕਿ ਤੁਹਾਡੀ ਜਿਹੜੀ ਤੁਸੀਂ ਮਹੀਨਾ ਪਹਿਲਾਂ ਸੋਚਦੇ ਹੋ ਚੱਲ ਕੋਈ ਨਹੀਂ ਯਾਰ ਵਿੱਚ 0.75 ਵੀ ਸੀਗਾ, ਚਲੋ ਇੱਥੇ ਨਾਲ ਅਸੀਂ ਆਪਾਂ ਅਫੋਰਡ ਕਰ ਸਕਦੇ ਹਾਂ, ਪਰ ਅੱਜ ਦਾ ਜਿਹੜਾ 0.75 ਵਧਾਉਣ ਦੇ ਨਾਲ ਤੁਹਾਡੀ ਹੋਰ ਵੀ ਉਹ ਜਿਹੜਾ ਤੁਹਾਡੀ ਪਾਕਟ ਦੇ ਵਿੱਚੋਂ ਐਕਸਟਰਾ ਮਨੀ ਬਾਹਰ ਆ ਗਈ। ਤੇ ਬਾਕੀ ਜਿਹੜਾ ਹੈਗਾ ਆ ਇਹਦਾ ਕੱਲਾ ਮੌਰਗੇਜ ਦੇ ਉੱਪਰ ਨਹੀਂ, ਇਹਨਾਂ ਦਾ ਲੋਨਾਂ ਦੇ ਉੱਪਰ, ਜਿਵੇਂ ਸਾਡੀ ਹਰੇਕ ਚੀਜ਼ ਹੈ, ਚਾਹੇ ਕਾਰ ਦੇ ਲੋਨ ਲੈਣੀ ਹੈਗੀ ਹੈ, ਚਾਹੇ ਈਵਨ ਕ੍ਰੈਡਿਟ ਕਾਰਡਾਂ ਦਾ ਹੈਗਾ, ਸਾਰੀਆਂ ਚੀਜ਼ਾਂ ਤੇ ਹਰੇਕ ਚੀਜ਼ ਨੇ ਵਧਾਉਣਾ ਸ਼ੁਰੂ ਕਰਤਾ ਜਦੋਂ ਪ੍ਰਾਈਮ ਵੱਧਦਾ ਹੈਗਾ। ਹੁਣ ਤੁਹਾਨੂੰ ਜਿਹੜੇ ਪ੍ਰਾਈਮ ਪਲੱਸ ਤੇ ਤੁਹਾਡੇ ਵੀਜ਼ੇ ਵੀ ਹੈਗੇ ਉਹਨਾਂ ਨੇ ਆਲਰੇਡੀ ਵਧਾਤਾ ਹੈਗਾ, ਅੱਗੇ ਜਿੱਥੇ ਉਹ 6 ਪ੍ਰਾਈਮ ਪਲੱਸ 1 ਸੀਗਾ ਜਾਂ ਹੁਣ ਪ੍ਰਾਈਮ ਪਲੱਸ ਉਦੋਂ ਬਾਅਦ 3 ਹੋਰ ਵੱਧ ਗਿਆ, ਇਹਦਾ ਮਤਲਬ ਹੁਣ ਪ੍ਰਾਈਮ ਪਲੱਸ 3 ਯਾਨੀ ਕਿ ਹੋ ਗਿਆ, ਉਹ 6-7 ਦੇ ਕਰੀਬ ਤੁਹਾਨੂੰ ਉਹ ਸਿਕਿਉਰਡ ਲੋਨ ਵੀ ਤੁਹਾਨੂੰ ਮਿਲਦੇ ਹੈਗੇ ਆ। ਸਪੈਸ਼ਲੀ ਈਵਨ ਕਾਰਾਂ ਵਾਲਾ ਵੀ ਉਹੀ ਆਪਾਂ ਕੰਸੈਪਟ ਦੇਖਿਆ ਹੈਗਾ ਵੀ ਅੱਗੇ ਜਿਹੜਾ 0% ਵਾਲਾ ਉਹ ਵੀ ਐਲੀਮੀਨੇਟ ਹੋ ਰਿਹਾ ਹੈਗਾ। ਪਹਿਲੀ ਗੱਲ ਤਾਂ ਕਾਰ ਹੈ ਨਹੀਂ ਗਾ ਮਾਰਕੀਟ ਦੇ ਵਿੱਚ, 0% ਵਾਲਾ ਤਾਂ ਮਕਸਦ ਹੀ ਨਹੀਂ ਕੋਈ, ਕਿਉਂਕਿ ਹੁਣ ਅੱਜ ਕੱਲ ਕਾਰ ਅਵੇਲੇਬਲ ਹੀ ਨਹੀਂ ਹੈ ਮਾਰਕੀਟ ਦੇ ਵਿੱਚ। ਜਦੋਂ ਕਾਰ ਅਵੇਲੇਬਲ ਨਹੀਂ ਅਗਲੇ ਕਹਿੰਦੇ ਭਾਈ ਵੀ ਤੁਸੀਂ ਲੈਣੀ ਆ ਲਓ, ਸਾਡੇ ਕੋਲ 0% ਤਾਂ ਉਹ ਤਾਂ ਸੁਣ ਕੇ ਹੁਣ ਮੈਂ ਇੱਕ ਦਿਨ ਦੇਖਦਾ ਪਿਆ ਸੀਗਾ ਈਵਨ ਲੀਜ਼ ਤੇ ਵੀ ਜਿਹੜੀ ਹੈਗੀ ਆ ਉਹਦੀ ਵੀ ਵੱਧ ਗਈਆਂ ਪੇਮੈਂਟਾਂ, 3 ਦੇ ਉੱਪਰ ਲੀਜ਼ ਤੋਂ ਸ਼ੁਰੂ ਹੋ ਰਹੇ ਨੇ, ਕੁਝ ਵੀ ਘੱਟ ਹੈ ਹੀ ਨਹੀਂਗਾ। ਬਿਲਕੁਲ, ਅੱਗੇ ਨਹੀਂ ਤਾਂ ਜਦੋਂ ਮਾਰਕੀਟ ਦੇ ਵਿੱਚ ਆਪਾਂ ਦੇਖਦੇ ਸੀਗੇ ਕਿ ਕਾਰਾਂ ਲੋਟ ਦੇ ਵਿੱਚ ਖੜੀਆਂ ਹੁੰਦੀਆਂ ਸੀਗੀਆਂ ਤੇ ਉਹ ਆਪ ਕਹਿੰਦੇ ਸੀ ਭਾਈ ਵੀ ਹਾਂ ਵੀ ਸਪੈਸ਼ਲ ਆ 15 ਦਿਨਾਂ ਲਈ ਆ 20 ਦਿਨਾਂ ਦੇ ਲਈ ਵੀ 0% ਤੇ ਲੀਜ਼ ਤੁਸੀਂ ਕਰ ਲਓ, 0% ਤੇ ਤੁਸੀਂ ਫਾਈਨੈਂਸਿੰਗ ਚੱਕ ਲਓ, ਵੀ ਅਸੀਂ ਆਹ ਪੁਰਾਣੇ ਮਾਡਲ ਕੱਢਣੇ ਨੇ। ਸਪੈਸ਼ਲੀ ਜਿਹੜੇ ਸਤੰਬਰ ਦੇ ਵਿੱਚ ਆ ਕੇ ਜਦੋਂ
ਈਅਰ ਚੇਂਜ ਹੁੰਦਾ ਆ ਵਹੀਕਲਾਂ ਦਾ। ਸਤੰਬਰ ਦੇ ਵਿੱਚ ਜਿਹੜੇ ਨੇ 20 ਜਿਵੇਂ ਹੁਣ ਐਗਜ਼ਾਮਪਲ ਦੇ ਤੌਰ ਤੇ 2023 ਦੇ ਵਹੀਕਲ ਜਿਹੜੇ ਸਤੰਬਰ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਅਗਸਤ ਦੇ ਵਿੱਚੋਂ ਸੇਲਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਤੇ ਭਾਈ ਵੀ ਅਸੀਂ ਲਾਟ ਖਾਲੀ ਕਰਨੇ ਨੇ, 23 ਦੇ ਵਹੀਕਲ ਲਿਆ ਕੇ ਰੱਖਣੇ ਨੇ, ਸੋ 22 ਵਾਲੇ ਸਾਰੇ ਵੇਚਣੇ ਨੇ। ਸੋ ਹੁਣ ਉਹ ਚੀਜ਼ ਹੈ ਨਹੀਂ ਗੀ। ਹੁਣ ਤਾਂ ਕਹਿੰਦੇ ਭਾਈ ਵੀ ਹਾਂ ਵੀ ਤੁਸੀਂ ਦੱਸੋ ਜੇ ਤੁਹਾਨੂੰ ਚਾਹੀਦਾ ਆ ਮੰਗਵਾ ਦਿੰਦੇ ਆ, 22 ਵਾਲਾ ਲੈ ਲਓ, 23 ਵਾਲਾ ਲੈ ਲਓ, ਜਿਹੜਾ ਕਹੋਗੇ ਅਸੀਂ ਉਹ ਬਣਾ ਦਾਂਗੇ ਤੁਹਾਡੇ ਲਈ। ਨਹੀਂ ਇਹ ਕਾਫੀ ਚੇਂਜਸ ਆ ਰਹੀਆਂ ਹੈਗੀਆਂ। ਉਹੀ ਹੈ ਨਾ ਵੀ ਉਹ ਸਾਰੀਆਂ ਚੀਜ਼ਾਂ ਦਾ ਇੰਪੈਕਟ ਜਿਹੜਾ ਹੈਗਾ ਇਨਫਲੇਸ਼ਨਰੀ ਇਨਫੈਕਟ ਪੈ ਰਿਹਾ ਹੈਗਾ, ਉਹ ਚਾਹੇ ਫੂਡ ਹੈਗੀ ਹੈ ਚਾਹੇ ਇਹ ਚੀਜ਼ਾਂ ਹੈਗੀਆਂ ਵੀ ਉਹ ਚੀਜ਼ਾਂ ਦਾ ਹਾਊ ਵੀ ਕੈਨ ਟੈਕਲ ਦੈਟ ਵਨ, ਉਹਦੇ ਕਰਕੇ ਇਹ ਇੰਟਰਸਟ ਰੇਟ ਵੱਧ ਰਿਹਾ ਹੈਗਾ। ਪਰ ਉਹਦੇ ਨਾਲ ਐਵਰੇਜ ਜਿਹੜਾ ਹੋਮ ਓਨਰ ਹੈਗਾ ਜਾਂ ਕੋਈ ਵੀ ਬੰਦਾ ਰਹਿ ਰਿਹਾ ਹੈਗਾ ਉਹਦੇ ਵਾਸਤੇ ਹਾਰਡਸ਼ਿਪ ਆ ਰਹੀ ਹੈਗੀ ਹੈ। ਬਿਲਕੁਲ। ਤੇ ਇਸ ਤੋਂ ਆਪਾਂ ਜਿਹੜਾ ਹੁਣ ਬਾਕੀ ਦੀਆਂ ਵੀ ਹੋਰ ਜਿਹੜੀ ਹੈਗੀ ਆ ਗੱਲਬਾਤ ਕਰ ਲੈਂਦੇ ਥੋੜ੍ਹੀ ਜੀ, ਜਦ ਤੱਕ ਫੋਨ ਕਾਲ ਦੇ ਵਿੱਚ ਅਸੀਂ ਆਉਂਦੇ ਹਾਂ। ਤੇ ਉਹਦੇ 'ਚ ਜੇ ਹੁਣ ਆਪਾਂ ਜੇ ਉਹਦੇ 'ਚ ਇੱਕ ਦੋ ਚੀਜ਼ਾਂ ਯਾਨੀ ਕਿ ਆਊਟ ਆਫ ਏਰੀਏ ਦੀਆਂ ਵੀ ਥੋੜ੍ਹੀਆਂ ਜਿਹੀਆਂ ਮੈਂ ਡਿਸਕਸ ਕਰਨਾ ਚਾਹੁੰਦਾ, ਕਿਉਂਕਿ ਆਪਾਂ ਹੁਣ ਜਿੱਥੇ ਪੋਲੀਟਿਕਸ ਦੀ ਗੱਲਬਾਤ ਕਰਦੇ ਹੈਗੇ ਉਹਦੇ 'ਚ ਆਪਣੇ ਜਿਹੜੀ ਫੈਡਰਲ PC ਪਾਰਟੀ ਦੀ ਵੀ ਲੀਡਰਸ਼ਿਪ ਰੇਸ ਚੱਲ ਰਹੀ ਹੈਗੀ ਆ, ਉਹਦਾ ਰਿਜ਼ਲਟ SHA ਤਾਈਂ ਆ ਜਾਣਾ ਹੈਗਾ। ਉਹਦਾ ਵੋਟਿੰਗ ਦਾ ਸਾਰਾ ਕੱਲ੍ਹ ਪ੍ਰਕਿਰਿਆ ਖਤਮ ਹੋ ਗਈ ਆ। ਮੇਲ ਇਨ ਵੋਟਾਂ ਸੀਗੀਆਂ, ਉਹਦੇ 'ਚ 6,78,000 ਦੇ ਕਰੀਬ ਉਹਨਾਂ ਦੇ ਮੈਂਬਰ ਸੀਗੇ ਜਿਨ੍ਹਾਂ ਨੇ ਵੋਟਾਂ ਪਾਈਆਂ। ਉਹਦੇ 'ਚ 5 ਕੈਂਡੀਡੇਟ ਖੜੇ ਹੈਗੇ ਆ। ਪੀਅਰ ਪੋਲੀਵਰ ਹੈਗਾ ਜਿਹੜਾ ਹਾਲੇ ਲੀਡ ਕਰ ਰਿਹਾ ਹੈਗਾ, ਅਤੇ ਜੀਨ ਸ਼ਰੇ ਹੈਗਾ ਜਿਹੜਾ ਕਿਊਬਿਕ ਤੋਂ ਪ੍ਰੀਮੀਅਰ ਰਹੇ ਹੈਗੇ ਆ, ਲੈਸਲਿਨ ਲੂਇਸ, ਸਕੌਟ ਐਟਕਿਨਸਨ ਅਤੇ ਰੋਮਨ ਬਾਰਬਰ, 5 ਜਾਣੇ ਹੈਗੇ ਆ ਰੇਸ ਦੇ ਵਿੱਚ। ਇਹਦਾ ਇਹੀ ਸਿਸਟਮ ਹੈਗਾ, ਜਿਹਨੂੰ 50% +1 ਵੋਟ ਨਾ ਮਿਲੀ ਤਾਂ ਜਿਹਦੀਆਂ ਸਭ ਤੋਂ ਲੋਐਸਟ ਵੋਟਾਂ ਹੋਣਗੀਆਂ ਉਹ ਸੀਕੁਐਂਸਲ ਬੈਲਟ ਕਹਿ ਲੈਂਦੇ ਹੈਗੇ ਆ। ਤੁਸੀਂ ਸਾਰਿਆਂ ਨੂੰ ਇੱਕ ਪ੍ਰੈਫਰੈਂਸ ਦਿੱਤੀ ਆ, ਮੇਰੀ ਪ੍ਰੈਫਰੈਂਸ 1 A 2 3 ਆ, ਜਿਹਦੀ ਸਭ ਤੋਂ ਲੋਐਸਟ ਵੋਟ ਹੋਊਗੀ ਉਹਦੇ ਨਾਲ ਉਹਨਾਂ ਨੇ ਉਹਨਾਂ ਚਿਰ ਡਰੋਪ ਹੋਈ ਜਾਣਾ ਜਿੰਨਾ ਚਿਰ ਕਿਸੇ ਦੇ 50+1 ਨਹੀਂ ਬਣਦੀ ਹੈਗੀ ਆ। ਠੀਕ ਹੈ। ਆਉਣ ਵਾਲੇ ਦਿਨਾਂ 'ਚ ਸਾਨੂੰ ਪਤਾ ਲੱਗ ਜੂਗਾ। ਇਹ ਚੌਥਾ ਲੀਡਰ ਹੋਊਗਾ ਵੀ ਆਹ ਪਿਛਲੇ 5 ਸਾਲਾਂ 6 ਦੇ ਵਿੱਚ ਜਿਹੜਾ PC ਪਾਰਟੀ ਇਲੈਕਟ ਕਰ ਰਹੀ ਹੈਗੀ ਹੈ, ਜਦੋਂ ਦੇ ਸਟੀਵਨ ਹਾਰਪਰ ਇਸ ਯਾਨੀ ਕਿ ਇਲੈਕਸ਼ਨ ਤੋਂ ਯਾਨੀ ਕਿ ਛੱਡ ਕੇ ਗਏ ਹੈਗੇ ਪੋਲੀਟਿਕਸ ਜੀ। ਅਤੇ ਉਸ ਦੇ ਨਾਲ ਦੀ ਨਾਲ ਹੀ ਇੱਕ ਜਿਹੜੀ ਬ੍ਰਿਟਿਸ਼ ਇੰਗਲੈਂਡ ਤੋਂ ਵੀ ਖਬਰ ਆ ਰਹੀ ਹੈਗੀ, ਉੱਥੇ ਵੀ ਉਹਨਾਂ ਦੇ ਜਿਹੜੀ ਲੀਡਰਸ਼ਿਪ ਚੱਲ ਰਹੀ ਸੀਗੀ, ਉਹਦੇ 'ਚੋਂ ਜਿਹੜੀ ਹੈਗੀ ਆਪਣੀ ਲਿਜ਼ ਟਰੱਸ ਉਹ ਇਲੈਕਟ ਹੋ ਗਈ ਹੈਗੀ ਆ। ਉਹਨਾਂ ਨੂੰ 81,326 ਵੋਟਾਂ ਪਈਆਂ ਹੈਗੀਆਂ ਅਤੇ ਉਹਦੇ ਵਰਸਸ ਸੀਗਾ ਇੱਕ ਭਾਰਤੀ ਮੂਲ ਦਾ ਸੋਨੈਕਸ, ਉਹ ਰਨ ਕਰ ਰਿਹਾ ਸੀਗਾ, ਉਹਨਾਂ ਨੂੰ 60,000 ਵੋਟਾਂ ਪੈ ਗਈਆਂ ਹੈਗੀਆਂ। ਤਾਂ ਇਹ ਵੀ ਉੱਥੋਂ ਦੀ ਇੱਕ ਯਾਨੀ ਕਿ ਪੋਲੀਟਿਕਸ ਦੇ ਵਿੱਚ ਚੇਂਜ ਵੱਡੀ ਆਈ ਹੈਗੀ ਆ, ਜਦੋਂ ਕਿ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਪਿਛਲੇ 2 ਮਹੀਨੇ ਪਹਿਲਾਂ ਰਿਜ਼ਾਈਨ ਕਰ ਦਿੱਤਾ ਸੀਗਾ ਜੀ। ਤਾਂ ਉਹ ਵੀ ਅਪਡੇਟ ਹੈਗੀ ਆ ਵੀ ਉੱਥੋਂ ਵੀ ਨਵੇਂ ਯਾਨੀ ਕਿ PC ਦਾ ਲੀਡਰ ਚੁਣਿਆ ਗਿਆ ਹੈਗਾ। ਤੇ ਜੇ ਹੁਣ ਅਸੀਂ ਇੱਥੋਂ ਦੀਆਂ ਕਵਰ ਕਰਨੀਆਂ ਆਪਾਂ ਬਾਅਦ 'ਚ ਕਰ ਲੈਂਦੇ ਹਾਂ। ਪਹਿਲਾਂ ਆਪਣੇ ਨਾਲ ਲਾਈਨ 'ਤੇ ਆਪਣੇ ਨਾਲ ਸਿਮਰਤ ਸਿੰਘ ਗਰੇਵਾਲ ਜਿਹੜੇ ਨੇ ਉਹ ਜੁੜ ਚੁੱਕੇ ਨੇ। ਸੋ ਪ੍ਰੋਗਰਾਮ ਦੇ ਵਿੱਚ ਆਪਾਂ ਸਿਮਰਤ ਜੀ ਨੂੰ ਅੱਜ ਵੈਲਕਮ ਕਰ ਲੈਂਦੇ ਹਾਂ। ਸਿਮਰਤ ਜੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ। ਹਾਂ ਬਾਬੂ ਜੀ, ਮੇਰੇ ਵੱਲੋਂ ਤੁਹਾਨੂੰ ਵੀ, ਗਿੱਲ ਸਾਹਿਬ ਨੂੰ ਵੀ, ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਵੀ ਸਤਿ ਸ੍ਰੀ ਅਕਾਲ। ਅੱਛਾ, ਅੱਜ ਆਪਾਂ ਕੁਝ ਜਿਹੜੀਆਂ ਖਾਸ ਖਬਰਾਂ ਨੇ ਇੱਥੇ ਦੀਆਂ ਉਹ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਖਬਰ ਹੈ ਜੀ, ਅੰਟਾਰੀਓ ਵਿੱਚ ਸਾਰੇ ਸਕੂਲ ਖੁੱਲ੍ਹ ਗਏ ਨੇ। ਸੋ ਜਿਹਦੇ ਵਿੱਚ ਬੀਤੇ ਮੰਗਲਵਾਰ ਨੂੰ ਸਕੂਲ ਖੁੱਲ੍ਹਣੇ, ਅਤੇ ਉਸ ਤੋਂ ਬਾਅਦ ਕਿਉਂਕਿ ਜਿਹੜੀ ਕੋਵਿਡ ਦੀ ਡਰ ਅਜੇ ਵੀ ਲੋਕਾਂ ਵਿੱਚ ਪਾਇਆ ਜਾ ਰਿਹਾ, ਪਰ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ ਸਟੀਫਨ ਲਾਚੇ, ਉਹਨਾਂ ਨੇ ਕਿਹਾ ਕਿ ਭਾਵਕ ਤਰ੍ਹਾਂ ਦੀ ਗਾਰੰਟੀ ਦਿੱਤੀ ਹੈ ਵੀ ਕੁਝ ਵੀ ਹੋ ਜਾਵੇ, ਜਿਹੜੇ ਸਕੂਲ ਨੇ ਅਗਲੇ ਸਾਲ ਜੂਨ ਤੱਕ, ਭਾਵ ਕਿ ਪੂਰਾ ਜਿਹੜਾ ਸਕੂਲ ਈਅਰ ਹੈ ਉਹ ਪੂਰਾ ਕੀਤਾ ਜਾਵੇਗਾ, ਸਕੂਲ ਵਿਚਾਲੇ ਬੰਦ ਨਹੀਂ ਕੀਤੇ ਜਾਣਗੇ ਜੀ। ਉਹਨਾਂ ਨੇ ਇਹ ਵੀ ਕਿਹਾ ਕਿ ਬੈਕ ਟੂ ਸਕੂਲ ਜਿਹੜਾ ਪਲਾਨ ਹੈ ਉਹ ਬਿਲਕੁਲ ਲਾਗੂ ਕੀਤਾ ਗਿਆ ਹੈ, ਸਾਰੇ ਪ੍ਰੋਟੋਕਾਲਸ ਫੋਲੋ ਕਰਕੇ। ਜਿਹੜਾ 2022 ਅਤੇ 2023 ਦਾ ਸਕੂਲ ਈਅਰ ਹੈ ਉਹਦੇ ਲਈ ਸਾਰੀਆਂ ਤਿਆਰੀਆਂ ਨੇ, ਅਤੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੇ ਪੇਰੈਂਟਸ ਆ ਬੱਚਿਆਂ ਨੂੰ ਡਰਨ ਵਾਲੀ ਗੱਲ ਨਹੀਂ ਗੀ ਕਿ ਜੇ COVID-19 ਦੀ ਇਨਫੈਕਸ਼ਨ ਦੇ ਵਿੱਚ ਕੋਈ ਵਾਧਾ ਹੁੰਦਾ ਹੈ, ਕੋਈ ਸਪਾਈਕ ਹੁੰਦੀ ਹੈ ਤਾਂ ਸਕੂਲ ਬੰਦ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗੀ, ਸਕੂਲ ਬਿਲਕੁਲ ਬੰਦ ਨਹੀਂ ਕੀਤੇ ਜਾਣਗੇ ਇਸ ਸਾਲ ਵਿੱਚ।
ਦੂਸਰੀ ਖਬਰ ਹੈ ਜੀ BC ਤੋਂ ਹੈ। BC ਦੇ ਵਿੱਚ ਸਰਕਾਰ ਜਿਹੜੀ ਕੈਨੇਡਾ ਦੀ ਫੈਡਰਲ ਸਰਕਾਰ ਹੈ ਉਹ $1.4 ਬਿਲੀਅਨ ਦੀ ਡੀਲ ਕੀਤੀ ਹੈ BC ਦੇ ਵਿੱਚ ਫਸਟ ਨੇਸ਼ਨਸ ਦੇ ਨਾਲ, ਜਿਹਦੇ ਵਿੱਚ ਕਿ 3000 ਜਿਹੜੇ ਰੈਂਟਲ ਘਰ ਨੇ, ਰੈਂਟਲ ਯੂਨਿਟ ਬਣਾਉਣੇ ਨੇ। ਇਹ ਜਿਹੜਾ ਵੈਨਕੂਵਰ ਦੀ ਫਸਟ ਨੇਸ਼ਨ ਹੈ, ਜਿਹੜਾ ਇਹ ਸਰਕਾਰ ਵੱਲੋਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਲੋਨ ਦਿੱਤਾ ਗਿਆ ਹੈ ਜਿਹੜਾ ਕਿ 1.4 ਬਿਲੀਅਨ ਦਾ ਹੈ, ਤੇ ਉਸ ਜਗ੍ਹਾ ਨੂੰ ਡਿਵੈਲਪ ਕਰਨ ਲਈ ਦਿੱਤਾ ਗਿਆ ਜਿਹੜੀ ਕਿ 1 ਸੈਂਚੁਰੀ ਪਹਿਲਾਂ ਜਿਹੜੇ ਫਸਟ ਨੇਸ਼ਨ ਲੋਕ ਸੀ ਉਹਨਾਂ ਤੋਂ ਖੋਹ ਲਏ ਗਏ ਸੀ, ਉਹਨੂੰ ਜਲਾ ਦਿੱਤਾ ਗਿਆ ਸੀ ਤੇ ਜਗ੍ਹਾ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਸੀ। ਤੋਂ 2003 ਦੇ ਵਿੱਚ ਅਦਾਲਤ ਦੇ ਜ਼ਰੀਏ ਇਹ ਜਿਹੜੀ ਜਗ੍ਹਾ ਜਿਹੜੀ ਫਸਟ ਨੇਸ਼ਨ ਨੂੰ ਵਾਪਸ ਕੀਤੀ ਗਈ ਸੀ। ਸੋ ਹੁਣ ਇਹਦੇ ਤੇ ਜਿਹੜਾ ਫੈਡਰਲ ਸਰਕਾਰ ਦੀ ਸਹਾਇਤਾ ਦੇ ਨਾਲ ਘਰ ਬਣਾਏ ਜਾਣਗੇ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਸ ਦੇ ਨਾਲ ਵੈਨਕੂਵਰ ਦੇ ਵਿੱਚ ਜਿਹੜੀ ਘਰਾਂ ਦੇ ਕਿਰਾਏ ਲਗਾਤਾਰ ਵੱਧ ਰਹੇ ਨੇ ਉਹਨੂੰ ਵੀ ਠੱਲ ਪਾਉਣ ਦੇ ਵਿੱਚ ਸਹਾਇਤਾ ਮਿਲੇਗੀ ਜੀ। ਇਸ ਤੋਂ ਅਗਲੀ ਖਬਰ ਹੈ ਜਿਹੜੀਆਂ ਮੇਜਰ ਟੈਲੀਕਾਮ ਕੰਪਨੀਆਂ ਨੇ ਉਹਨਾਂ ਦੇ ਵਿੱਚ ਇੱਕ ਡੀਲ ਸਾਈਨ ਹੋਈ ਹੈ। ਇਹ ਡੀਲ ਹੈ ਕਿ ਜੇ ਫਿਊਚਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਜਿਸ ਤਰ੍ਹਾਂ ਦੀ ਜੁਲਾਈ ਦੇ ਵਿੱਚ ਰੋਜਰਸ ਨੈਟਵਰਕ ਦੇ ਫੇਲ ਹੋਣ ਦੇ ਨਾਲ ਵਾਪਰੀ ਸੀ, ਸੋ ਉਸ ਨੂੰ ਟੈਕਲ ਕਰਨ ਦੇ ਲਈ ਜਿਹੜੀਆਂ ਮੇਜਰ ਟੈਲੀਕਾਮ ਕੰਪਨੀਆਂ ਨੇ ਉਹਨਾਂ ਨੇ ਇੱਕ ਡੀਲ ਸਾਈਨ ਕੀਤੀ ਹੈ ਕਿ ਜੇ ਮੁੜ ਕੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਜਿਹੜੇ ਲੋਕ ਨੇ ਉਹਨਾਂ ਦੀ ਸਰਵਿਸ ਦੇ ਵਿੱਚ ਵਿਘਨ ਨਾ ਪਵੇ, ਭਾਵ ਜੇ ਉਹ ਕਾਲ ਕਰ ਸਕਣ, 911 ਐਕਸੈਸ ਕਰ ਸਕਣ ਤੇ ਜੇ ਕਿਸੇ ਦਾ ਕੋਈ ਬਿਜ਼ਨਸ ਟ੍ਰਾਂਜੈਕਸ਼ਨ ਹੈ ਉਹ ਵੀ ਕਰ ਸਕਣ। ਪਰ ਦੂਸਰੇ ਪਾਸੇ ਜਿਹੜੇ ਇੰਡਸਟਰੀ ਦੇ ਮਾਹਰ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਜੇ ਮੁੜ ਕੇ ਕੋਈ ਘਟਨਾ ਵਾਪਰਦੀ ਹੈ, ਕੋਈ ਨੈਟਵਰਕ ਫੇਲੀਅਰ ਹੁੰਦਾ ਹੈ ਤਾਂ ਕੋਈ ਵੀ ਜਿਹੜੀ ਕੰਪੈਟੀਟਿਵ ਕੰਪਨੀ ਹੈ ਉਹ ਪੂਰੀ ਜਿਹੜੀ ਸਰਵਿਸ ਬਹਾਲ ਨਹੀਂ ਕਰ ਸਕੇਗੀ। ਕੁਝ ਜਿਹੜੇ ਲੋਕ ਨੇ ਜਾਂ ਕੁਝ ਕੰਪਨੀਆਂ ਨੇ ਉਹ ਵੀ ਸਰਵਿਸ ਤੋਂ ਬਾਹਰ ਰਹਿ ਜਾਣਗੀਆਂ। ਪਰ ਹਾਲ ਦੀ ਘੜੀ ਇਹ ਇੱਕ ਡੀਲ ਸਾਈਨ ਹੋ ਚੁੱਕੀ ਹੈ ਜਿਸ ਦੇ ਉੱਤੇ ਜਿਹੜੇ ਇੰਡਸਟਰੀ ਮਿਨਿਸਟਰ ਨੇ ਫ੍ਰਾਂਸਿਸ ਫਿਲਿਪ ਉਹਨਾਂ ਨੇ ਵੀ ਖੁਸ਼ੀ ਜ਼ਾਹਰ ਕੀਤੀ ਹੈ ਕਿਉਂਕਿ ਜਦੋਂ ਰੋਜਰਸ ਦਾ ਨੈਟਵਰਕ ਫੇਲ ਹੋਇਆ ਸੀ ਉਸ ਤੋਂ ਬਾਅਦ ਮੰਤਰੀ ਨੇ ਰੋਜਰਸ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਇਸ ਤਰ੍ਹਾਂ ਦਾ ਹੱਲ ਨਿਕਲਣਾ ਚਾਹੀਦਾ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਜੀ। ਬੀਤੇ ਦਿਨੀ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਸੀ ਸਸਕੈਚੁਅਨ ਦੇ ਵਿੱਚ, ਜਿੱਥੇ ਕਿ ਦੋ ਭਰਾਵਾਂ ਨੇ ਤਕਰੀਬਨ 10 ਲੋਕਾਂ ਨੂੰ ਜਿਹੜਾ ਚਾਕੂ ਮਾਰ ਕੇ ਮਾਰ ਦਿੱਤਾ ਸੀ ਤੇ 18 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀ। ਇਹ ਦੋ ਭਰਾ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਭਰਾ ਦੀ ਜਿਹੜਾ ਮਰਿਆ ਪਾਇਆ ਗਿਆ ਸੀ ਕੁਝ ਸਮੇਂ ਬਾਅਦ ਹੀ, ਦੂਸਰੇ ਦਿਨ। ਇਹ ਸੈਂਡਰਸਨ ਭਰਾ ਸੀ, ਇੱਕ ਮਾਇਲ ਸੈਂਡਰਸਨ ਤੇ ਦੂਸਰਾ ਡੇਮੀਅਨ ਸੈਂਡਰਸਨ। ਤੇ ਜਿਹੜਾ ਇੱਕ ਇਹਨਾਂ ਦੇ ਵਿੱਚੋਂ ਫਰਾਰ ਸੀ ਮਾਇਲ ਸੈਂਡਰਸਨ, ਉਸਨੂੰ ਵੀ ਹੁਣ ਜਿਹੜਾ RCMP ਨੇ ਗ੍ਰਿਫਤਾਰ ਕਰ ਲਿਆ ਤੇ ਕਿਹਾ ਗਿਆ ਕਿ ਹੁਣ ਕਿਸੇ ਨੂੰ ਇਹਨਾਂ ਤੋਂ ਕੋਈ ਖਤਰਾ ਨਹੀਂ ਕਿਉਂਕਿ ਪਹਿਲਾਂ ਜਿਹੜਾ RCMP ਨੇ ਵਾਰੰਟ ਜਾਰੀ ਕੀਤੇ ਸੀ ਕਿ ਇਹ ਬੰਦਾ ਖਤਰਨਾਕ ਹੈ ਕਿਉਂਕਿ ਇਹਨਾਂ ਦਾ ਜਿਹੜਾ ਰਿਕਾਰਡ ਸੀ ਉਹ ਕਾਫੀ ਜੁਰਮਾਂ ਭਰਿਆ ਸੀ। ਸੋ ਜਿਹੜੀ ਇਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਸੀ ਉਹਦੇ ਵਿੱਚ 10 ਲੋਕ ਮਾਰੇ ਸੀ ਜਿਨ੍ਹਾਂ ਦੀ ਉਮਰ 23 ਤੋਂ 78 ਸਾਲ ਦੇ ਵਿਚਾਲੇ ਸੀ ਤੇ ਜਿਹੜੇ ਇਹ 10 ਲੋਕ ਮਰੇ ਸੀ ਉਹਨਾਂ ਵਿੱਚੋਂ 6 ਜਿਹੜੇ ਲੋਕ ਸੀ ਉਹਨਾਂ ਦੇ ਲਾਸਟ ਨੇਮ ਸੇਮ ਸੀ, ਭਾਵ ਬਰਨ ਉਹਨਾਂ ਦਾ ਲਾਸਟ ਨੇਮ ਸੀ, 2 ਲਾਸਟ ਨੇਮ ਹੈਡ ਸੀ, ਇਹਨਾਂ ਦਾ ਲਾਸਟ ਨੇਮ ਭਾਵ ਹੈਡ ਸੀਗਾ ਤੇ ਇੱਕ ਨੇ ਜਿਹੜਾ ਲਾਸਟ ਨੇਮ ਉਹ ਜਿਹੜਾ ਸਸਪੈਕਟ ਸੀਗੇ ਜਿਨ੍ਹਾਂ ਨੇ ਇਹ ਘਟਨਾ ਅੰਜਾਮ ਦਿੱਤੀ ਸੈਂਡਰਸਨ, ਇੱਕ ਦਾ ਜਿਹੜਾ ਲਾਸਟ ਨੇਮ ਸੈਂਡਰਸਨ ਸੀ। ਸੋ ਇਸ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਪਿੱਛੇ ਕੀ ਕਾਰਨ ਸੀ। ਇਸ ਤੋਂ ਇਲਾਵਾ ਇੱਕ ਖਬਰ ਹੈ ਪੀਲ ਖੇਤਰ ਤੋਂ। ਪੀਲ ਖੇਤਰ ਦੇ ਵਿੱਚ ਵੀ ਜਿਹੜੀ ਫੈਡਰਲ ਸਰਕਾਰ ਹੈ ਉਹਦੇ ਵੱਲੋਂ ਫੰਡਿੰਗ ਦਿੱਤੀ ਜਾ ਰਹੀ ਹੈ ਹਿਊਮਨ ਟਰੈਫਿਕਿੰਗ ਨੂੰ ਨੱਥ ਪਾਉਣ ਦੇ ਲਈ, ਇਸ ਨੂੰ ਰੋਕਣ ਦੇ ਲਈ। ਤੇ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਨੇ ਉਹਨਾਂ ਵੱਲੋਂ ਇਹ ਅਨਾਊਂਸ ਕੀਤਾ ਗਿਆ ਹੈ ਤਕਰੀਬਨ $2,73,000 ਹੈ ਅਗਲੇ 4 ਸਾਲਾਂ ਦੇ ਵਿੱਚ ਇਹ ਦਿੱਤਾ ਜਾਣਾ ਹੈ EFRY ਹੋਪ ਐਂਡ ਹੈਲਪ ਫॉर ਵੂਮਨਸ ਐਮਪਾਵਰਮੈਂਟ ਅਗੇਂਸਟ ਐਕਸਪਲੋਇਟੇਸ਼ਨ ਪ੍ਰੋਜੈਕਟ ਦੇ ਲਈ। ਤੇ ਇਹਦੇ ਤਹਿਤ ਕਿਹਾ ਜਾ ਰਿਹਾ ਕਿ ਜਿਹੜੇ ਯੂਥ ਹੈ ਉਹਨੂੰ ਉਹਦੇ ਵਿੱਚ ਅਵੇਅਰਨੈਸ ਲਿਆਂਦੀ ਜਾਵੇਗੀ ਤੇ ਜਿਹੜਾ ਔਰਤਾਂ ਦੇ ਨਾਲ ਜਿਹੜਾ ਸੈਕਸੁਅਲ ਅਬਿਊਜ਼ ਹੁੰਦਾ ਜਾਂ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਹੀ ਰੋਕਥਾਮ ਦੇ ਲਈ ਵੀ ਜਿਹੜੇ ਇਹ ਫੰਡ ਵਰਤੇ ਜਾਣਗੇ।
ਇੱਕ ਖਬਰ ਹੈ ਪੰਜਾਬ ਤੋਂ। ਪੰਜਾਬ ਦੇ ਵਿੱਚ ਹੁਣ ਫਿਰ ਜਿਹੜਾ ਮਸਲਾ ਭਖਣ ਲੱਗ ਪਿਆ। ਇਹ ਮਸਲਾ ਹੈ ਜੀ SYL ਦਾ। ਤੇ ਜਿਹੜਾ ਸੁਪਰੀਮ ਕੋਰਟ ਹੈ ਉਹਨੇ ਆਦੇਸ਼ ਦੇ ਦਿੱਤੇ ਨੇ, ਹੁਕਮ ਦੇ ਦਿੱਤੇ ਨੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਕਿ 1 ਮਹੀਨੇ ਦੇ ਵਿੱਚ ਕੋਈ ਵੀ ਜਗ੍ਹਾ ਤੇ ਥਾਂ ਮੁਕਰਰ ਕਰਕੇ ਜਿਹੜੀ ਮੀਟਿੰਗ ਕੀਤੀ ਜਾਵੇ ਤੇ SYL ਨੂੰ ਜਿਹੜਾ ਚਾਲੂ ਕਰਨ ਦੇ ਲਈ ਕੋਈ ਹੱਲ ਲੱਭਿਆ ਜਾਵੇ। ਪਰ ਦੂਸਰੇ ਪਾਸੇ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਭਗਵੰਤ ਮਾਨ, ਉਹਨਾਂ ਨੇ ਕਿਹਾ ਹੈ ਕਿ ਮੈਂ ਮੀਟਿੰਗ ਕਰਨ ਲਈ ਤਿਆਰ ਹਾਂ, ਮੈਨੂੰ ਕੋਈ ਵੀ ਇਸ ਵਿੱਚ ਮੁਸ਼ਕਿਲ ਨਹੀਂ ਹੈ। ਪਰ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕੇਂਦਰ ਸਰਕਾਰ ਹੈ ਜਿਹੜੀ ਉਹ ਬਿਨਾਂ ਵਜ੍ਹਾ ਇਸ ਮੁੱਦੇ ਨੂੰ ਲੋੜ ਤੋਂ ਵੱਧ ਤੂਲ ਦੇ ਰਹੀ ਹੈ ਤੇ ਜਿਹੜਾ ਕਿ ਮੰਦਭਾਗਾ ਹੈ, ਕਿਉਂਕਿ ਇਹ ਮੁੱਦਾ ਇਸ ਤਰ੍ਹਾਂ ਤਤ ਪੜਾਤੇ ਵਿੱਚ ਹੱਲ ਹੋਣ ਵਾਲਾ ਨਹੀਂ ਹੈ। ਇਹਦੇ ਲਈ ਲੰਬੀ ਗੱਲਬਾਤ ਦੀ ਲੋੜ ਹੈ। ਪਰ ਦੂਸਰੇ ਪਾਸੇ ਜਿਹੜਾ ਸੁਪਰੀਮ ਕੋਰਟ ਹੈ ਉਹਨੇ ਇਹ ਵੀ ਕਿਹਾ ਹੈ ਦੋਵਾਂ ਸਰਕਾਰਾਂ ਨੂੰ, ਖਾਸ ਕਰਕੇ ਜਿਹੜੀ ਪੰਜਾਬ ਸਰਕਾਰ ਹੈ, ਕਿ ਇਸ ਮੁੱਦੇ ਦੇ ਲਈ ਕੋਈ ਨਾ ਕੋਈ ਜਿਹੜਾ ਹੱਲ ਲੱਭਿਆ ਜਾਵੇ ਤੇ ਜਿਹੜਾ ਹਰਿਆਣੇ ਦਾ ਬਣਦਾ ਪਾਣੀ ਹੈ ਉਹ ਹਰਿਆਣੇ ਨੂੰ ਦਿੱਤਾ ਜਾਵੇ। ਤੇ ਨਾਲ ਹੀ ਜਿਹੜੇ ਕਿਸਾਨ ਆਗੂ ਨੇ ਬਲਵੀਰ ਸਿੰਘ ਰਾਜੇਵਾਲ, ਉਹਨਾਂ ਨੇ ਕਿਹਾ ਹੈ ਕਿ ਅਸੀਂ ਜਿਹੜੀ SYL ਨਹਿਰ ਹੈ ਉਸ ਨੂੰ ਨਿਕਲਣ ਨਹੀਂ ਦੇਵਾਂਗੇ ਤੇ ਇਸ ਲਈ ਅਸੀਂ ਪੂਰਾ ਜਿਹੜਾ ਅੰਦੋਲਨ ਦੁਬਾਰਾ ਕਰਾਂਗੇ ਜੇ ਸਾਨੂੰ ਕਰਨਾ ਪਿਆ ਜੀ। ਤੇ ਇੱਕ ਖਬਰ ਆਪਾਂ ਵਿੱਚ ਰਹਿ ਗਈ ਸੀ, ਇਹ ਹੈ ਜੀ ਕਿਊਬੈਕ ਤੋਂ। ਕਿਊਬੈਕ ਦੇ ਵਿੱਚ ਵੀ ਚੋਣਾਂ ਹੋਣੀਆਂ ਨੇ। ਸੋ ਜਿਹੜੀ ਕਿਊਬੈਕ ਦੀ ਹੁਣ ਸੱਤਾਧਾਰੀ ਪਾਰਟੀ ਸੀ ਉਹਦੇ ਸੰਬੰਧ ਨਾਲ ਇਹ ਖਬਰ ਹੈ ਕਿ ਉਹਨਾਂ ਦੀ ਵੈਬਸਾਈਟ ਦੇ ਉੱਤੇ ਇੰਗਲਿਸ਼ ਦੇ ਵਿੱਚ ਕੰਟੈਂਟ ਪੈਣ ਤੇ ਜਿਹੜੇ ਪਾਰਟੀ ਦੇ ਮੁਖੀ ਨੇ ਲਗਾਲ ਫਰਾਂਸਿਓ, ਉਹਨਾਂ ਨੇ ਮਾਫੀ ਮੰਗੀ ਹੈ। ਉਹਨਾਂ ਨੇ ਕਿਹਾ ਮੈਂ ਮਾਫੀ ਮੰਗਦਾ ਕਿ ਸਾਡੇ ਤੋਂ ਜਿਹੜਾ ਇੰਗਲਿਸ਼ ਦੇ ਵਿੱਚ ਜਿਹੜਾ ਇਹ ਸਾਡੀਆਂ ਪਿਛਲੇ 4 ਸਾਲਾਂ ਦੀਆਂ ਕਾਰਗੁਜ਼ਾਰੀਆਂ ਨੇ ਉਹ ਇੰਗਲਿਸ਼ ਦੇ ਵਿੱਚ ਪੈ ਗਈ ਸਾਡੀ ਵੈਬਸਾਈਟ 'ਤੇ। ਸੋ ਉਹਨਾਂ ਨੇ ਉਹ ਜਿਹੜਾ ਕੰਟੈਂਟ ਰਿਮੂਵ ਕਰਵਾ ਦਿੱਤਾ, ਕਿਉਂਕਿ ਜਿਹੜੀ ਇਹ ਸਰਕਾਰ ਹੈ ਕਿਊਬੈਕ ਦੇ ਵਿੱਚ ਉਹ ਲਗਾਤਾਰ ਜਿਹੜੀ ਫਰੈਂਚ ਨੂੰ ਉੱਪਰ ਚੁੱਕਣ ਅਤੇ ਫਰੈਂਚ ਨੂੰ ਬੜਾਵਾ ਦੇਣ ਦੇ ਲਈ ਕੰਮ ਕਰ ਰਹੀ ਹੈ। ਤੇ ਬੀਤੇ ਸਮੇਂ ਦੇ ਵਿੱਚ ਇਹਨਾਂ ਨੇ ਇੱਕ ਬਿੱਲ ਵੀ ਪੇਸ਼ ਲਿਆਂਦਾ ਸੀ ਜਿਹੜਾ ਹੁਣ ਕਾਨੂੰਨ ਬਣ ਚੁੱਕਾ, ਜਿਸ ਦੇ ਤਹਿਤ ਜਿਹੜੀ ਇੰਗਲਿਸ਼ ਨੂੰ ਉਹਨਾਂ ਉੱਪਰ ਨਹੀਂ ਚੁੱਕਿਆ ਜਾ ਰਿਹਾ ਜਿੰਨਾ ਕਿ ਫਰੈਂਚ ਨੂੰ ਚੁੱਕਿਆ ਜਾ ਰਿਹਾ। ਜਿਸ ਦੇ ਸੰਬੰਧ ਵਿੱਚ ਉਹਨਾਂ ਨੇ ਵੀ ਕਿਹਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਈ ਵੀ ਜਿਹੜਾ ਇਲੈਕਸ਼ਨ ਸੰਬੰਧੀ ਸਮੱਗਰੀ ਹੈ ਉਹ ਇੰਗਲਿਸ਼ ਦੇ ਵਿੱਚ ਨਹੀਂ ਛਾਪਾਂਗੇ, ਉਹ ਫਰੈਂਚ ਦੇ ਵਿੱਚ ਹੀ ਹੋਵੇਗੀ। ਜੀ ਬਾਬੂ ਜੀ। ਗੱਲ ਆਪਾਂ ਕਰਦੇ ਹਾਂ ਜੀ ਫਰੀਦਕੋਟ ਦੀ। ਮੈਨੂੰ ਪਤਾ ਨਹੀਂ ਹੈ ਕਿ ਤੁਹਾਨੂੰ ਉਸ ਖਬਰ ਬਾਰੇ ਪਤਾ ਜਾਂ ਨਹੀਂ ਹੋ। ਫਰੀਦਕੋਟ ਦਾ ਕਹਿੰਦੇ ਜੀ ਰਿਆਸਤ ਦੇ ਸ਼ਾਹੀ ਪਰਿਵਾਰ ਦੀ ਜਿਹੜਾ ਹੈਗਾ ਆ ਤਕਰੀਬਨ 30 ਸਾਲ ਬਾਅਦ ਉਹਨਾਂ ਦੀਆਂ ਧੀਆਂ ਨੂੰ ਜਿਹੜਾ ਹੱਕ ਮਿਲਿਆ ਹੈਗਾ, ਜਿਹੜਾ ਫਰੀਦਕੋਟ ਦਾ ਰਾਜਾ ਸੀਗਾ। ਹਾਂਜੀ ਬਿਲਕੁਲ। ਉਹਨਾਂ ਦੇ ਮੈਂ ਅੱਜ ਖਬਰ ਕਾਫੀ ਜਿਹੜੀ ਹੈਗੀ ਆ ਉਹ ਪੜ੍ਹ ਰਿਹਾ ਸੀਗਾ, ਕਿਉਂਕਿ ਬਿਲੋਂਗ ਥੋੜ੍ਹਾ ਜਿਹਾ ਫਰੀਦਕੋਟ ਨੂੰ ਵੀ ਕਰਦੇ ਹਾਂ, ਸੋ ਥੋੜ੍ਹੇ ਬਹੁਤੇ ਖਬਰ ਜਿਹੜੀ ਹੈਗੀ ਰੱਖਦੇ ਹੈਗੇ ਆ। ਇਹ 1992 ਦਾ ਕੇਸ ਜਿਹੜਾ ਸੀਗਾ ਚੱਲ ਰਿਹਾ ਸੀਗਾ ਜਾਇਦਾਦ ਨੂੰ ਲੈ ਕੇ, ਤੇ ਅੱਜ ਆਖਰ 30 ਸਾਲ ਬਾਅਦ ਜਾ ਕੇ ਉਹਦਾ ਫੈਸਲਾ ਜਿਹੜਾ ਹੈਗਾ ਆ ਉਹ ਕੋਰਟ ਨੇ ਜਿਹੜਾ ਹੈਗਾ ਜੀ ਉਹ ਧੀਆਂ ਦੀ ਆਪਣਾ ਜਿਹੜੇ ਮਹਾਰਾਜਾ ਸੀਗੇ ਮਹਾਰਾਜਾ ਸਰ ਹਰਿੰਦਰ ਸਿੰਘ ਬਰਾੜ, ਉਹਨਾਂ ਦੀ ਸ਼ਾਹੀ ਜਾਇਦਾਦ ਜਿਹੜੀ ਹੈਗੀ ਆ ਉਹ 3 ਧੀਆਂ ਦੇ ਵਿੱਚ ਜਿਹੜੀ ਹੈਗੀ ਆ ਵੰਡ ਦਿੱਤੀ ਆ। ਉਹਦੇ ਵੰਡਣ ਦੇ ਜਿਹੜੇ ਹੈਗੇ ਹੁਕਮ ਦੇ ਦਿੱਤੇ ਨੇ। ਇੱਕ ਛੋਟਾ ਜਿਹਾ ਜਿਹੜੀ ਆਪਾਂ ਸਾਂਝੀ ਕਰਨੀ ਹੈਗੀ ਆ ਕਿ ਉਹ ਰਿਆਸਤ ਦੇ ਵਿੱਚ ਕੀ ਕੀ ਆਉਂਦਾ ਆ। ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ ਦੀ ਗੱਲ ਕਰੀਏ ਤਾਂ 300 ਏਕੜ ਜ਼ਮੀਨ, ਫਰੀਦਕੋਟ ਦਾ ਇੱਕ ਹਵਾਈ ਅੱਡਾ, 3 ਜਹਾਜ਼, 2 ਕਿਲੇ, ਫਰੀਦਕੋਟ ਦਾ ਪੈਲਸ ਕੰਪਲੈਕਸ, ਕੋਪਰਨਿਕਸ ਰੋਡ, ਨਵੀਂ ਦਿੱਲੀ ਵਿਖੇ ਫਰੀਦਕੋਟ ਹਾਊਸ, ਨਵੀਂ ਦਿੱਲੀ ਦੇ ਵਿੱਚ ਫਰੀਦਕੋਟ ਹਾਊਸ ਬਣਿਆ ਪਿਆ, ਉਹ ਵੀ ਜਿਹੜਾ ਹੈਗਾ ਉਹਨਾਂ ਦੀ ਹੈਗੀ ਆ। ਮਨੀ ਮਾਜਰਾ, ਚੰਡੀਗੜ੍ਹ ਦਾ ਕਿਲਾ, ਸੋਨਾ, ਹੀਰਾ ਅਤੇ ਹੋਰ ਸਮਾਨ ਸ਼ਾਮਲ ਆ। ਉਹਨਾਂ ਦੇ ਨਾਲ ਉਹਨਾਂ ਦੇ ਸ਼ਿਮਲਾ 'ਚ ਵੀ ਕਰੋੜਾਂ ਦੇ ਵਿਲਿਆ ਨੇ। ਇਸ ਦੇ ਨਾਲ ਹੀ ਸ਼ਾਹੀ ਪਰਿਵਾਰ ਕੋਲ ਰੋਇਲ ਰੋਇਸ, ਬੈਟਲੇ ਅਤੇ ਕਈ ਵੈਂਟੇਜ ਕਾਰਾਂ ਨੇ ਤੇ ਕਈ ਮਹਿੰਗੀਆਂ ਵੈਂਟੇਜ ਜਿਹੜੀਆਂ ਆਪਣੀਆਂ ਗੱਡੀਆਂ ਨੇ ਜਿਹੜੀਆਂ ਉਹਨਾਂ ਕੋਲੇ ਸ਼ਾਹੀ ਰਿਆਸਤ ਦੇ ਵਿੱਚ ਉਸ ਵੇਲੇ ਦੀਆਂ ਹਲੇ ਪਈਆਂ ਨੇ।
ਭਾਵੇਂ ਉਹ ਬਿਲਕੁਲ ਜੀ, ਇਹ ਕਿਹਾ ਜਾ ਰਿਹਾ ਕਿ ਤਕਰੀਬਨ 25,000 ਕਰੋੜ ਤੋਂ ਵੱਧ ਦੀ ਪੂਰੀ ਜਾਇਦਾਦ ਹੈ ਜਿਹੜੀ ਹੁਣ ਮਹਾਰਾਵਲ ਖੇਵਾ ਜੀ ਟਰਸਟ ਸਾਂਭ ਰਿਹਾ ਸੀ ਜੀ। ਤੇ ਜਿਹੜੀ ਤੁਸੀਂ ਜਿਵੇਂ ਦੱਸਿਆ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਜਿਹੜੀ ਬੇਟੀ ਸੀ ਰਾਜਕੁਮਾਰੀ ਅੰਮ੍ਰਿਤ ਕੌਰ, ਉਹਨੇ ਅਦਾਲਤ ਦਾ ਜਿਹੜਾ ਦਰਵਾਜ਼ਾ ਖੜਕਾਇਆ ਸੀ ਤੇ ਕਿਹਾ ਸੀਗਾ ਕਿ ਜਿਹੜਾ ਰਾਜਾ ਹਰਿੰਦਰ ਸਿੰਘ ਦੀ ਵਸੀਅਤ ਹੈ ਉਹ ਫਰਜ਼ੀ ਹੈ ਅਤੇ ਉਹਨਾਂ ਦੇ ਪਿਤਾ ਨੇ ਕਦੇ ਵੀ ਉਹਨਾਂ ਨੂੰ ਜਾਇਦਾਦ ਤੋਂ ਬੇਦਖਲ ਨਹੀਂ ਸੀ ਕੀਤਾ। ਜਿਵੇਂ ਤੁਸੀਂ ਦੱਸਿਆ ਕਾਫੀ ਲੰਬਾ ਸਮਾਂ ਇਹ ਕੇਸ ਚੱਲਿਆ ਤੇ ਅੰਤ ਦੇ ਵਿੱਚ ਜੇ ਇਸ ਤਰ੍ਹਾਂ ਕਿਹਾ ਜਾਵੇ ਸੱਚਾਈ ਦੀ ਜਿੱਤ ਹੋਈ ਹੈ ਤੇ ਬੀਟੀਏ ਦੀ ਜਿੱਤ ਹੋਈ ਹੈ। ਤੇ ਜਿਹੜੀ ਇਹ ਟਰਸਟ ਹੈ ਮਹਾਰਾਵਲ ਖੀਵਾ ਜੀ ਟਰਸਟ, ਉਹਦੀ ਜਿਹੜੀ ਹੋਂਦ ਹੈ ਉਹ 30 ਸਤੰਬਰ ਨੂੰ ਖਤਮ ਹੋ ਜਾਣੀ ਹੈ। ਉਸ ਤੋਂ ਬਾਅਦ ਜਿਹੜੀ ਸਾਰੀ ਕੁੱਲ ਜਾਇਦਾਦ ਹੈ ਉਹ ਸ਼ਾਹੀ ਪਰਿਵਾਰ ਭਾਵ ਜਿਹੜੀਆਂ ਬੇਟੀਆਂ ਨੇ ਮਹਾਰਾਜਾ ਹਰਿੰਦਰ ਸਿੰਘ ਦੀ ਉਹਨਾਂ ਨੂੰ ਮਿਲ ਜਾਣੀ ਹੈ ਜੀ। ਬਿਲਕੁਲ ਜੀ, ਇੱਕ ਕਾਫੀ ਵੱਡੀ ਜਿਹੜੀ ਆ ਆਈ ਥਿੰਕ ਫਰੀਦਕੋਟ ਦੇ ਨਾਲ ਬਿਲੋਂਗ ਕਰਦੇ ਨੇ ਸਾਰੇ, ਉਹਨਾਂ ਨੂੰ ਪਤਾ ਹੋਏਗਾ ਕਿਉਂਕਿ ਬਿਲਕੁਲ ਜੀ ਕਾਫੀ ਸਮੇਂ ਤੋਂ ਇਹ ਜਿਹੜਾ ਕੇਸ ਚੱਲ ਰਿਹਾ ਸੀ। ਪਹਿਲਾਂ ਵੀ ਕੁਝ ਸਮਾਂ ਪਹਿਲਾਂ ਵੀ ਇਹ ਜਿਹੜਾ ਖਬਰ ਇਹ ਸੁਰਖੀਆਂ ਦੇ ਵਿੱਚ ਆਈ ਸੀ ਜੀ। ਬਿਲਕੁਲ, ਕਿਉਂਕਿ ਕਾਫੀ ਕਈ ਵਾਰੀ ਜਦੋਂ ਦੇਖਦੇ ਹਾਂ ਅਸੀਂ ਫਰੀਦਕੋਟ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਵੀ ਫਰੀਦਕੋਟ ਦਾ ਜਿਹੜਾ ਰਾਜ ਸੀਗਾ, ਕਹਿੰਦੇ ਵੀ ਰਾਜਾ ਜਿਹੜਾ ਸੀਗਾ ਕਾਫੀ ਜਿਹੜਾ ਸੀਗਾ ਉਹ ਕਹਿ ਲਓ ਵੀ ਦਿਆਲੂ ਤੇ ਆਪਣੀ ਪ੍ਰਜਾ ਨੂੰ ਟੇਕ ਕੇਅਰ ਕਰਨ ਵਾਲਾ ਸੀਗਾ, ਨਾ ਕਿ ਅੱਜ ਦੇ ਮੰਤਰੀਆਂ ਵਰਗਾ ਸੀਗਾ। ਸੋ ਉਹ ਚੀਜ਼ ਨੂੰ ਦੇਖਦੇ ਹੋ ਜਿਹੜੇ ਫਰੀਦਕੋਟ ਦੇ ਜਿਹੜੇ ਵਸਨੀਕ ਨੇ ਜਾਂ ਜਿਹੜੇ ਇੱਥੇ ਵੀ ਰਹਿੰਦੇ ਨੇ ਉਹ ਕਾਫੀ ਆਪਣਾ ਜਿਹੜਾ ਹੈਗਾ ਆ ਫਰੀਦਕੋਟ ਦੇ ਨਾਲ ਟੱਚ ਦੇ ਵਿੱਚ ਰਹਿੰਦੇ ਨੇ ਫਰੀਦਕੋਟ ਦੀਆਂ। ਸੋ ਮੈਂ ਇੱਕ ਜ਼ਰੂਰੀ ਸਮਝਿਆ ਕਿ ਵੀ ਆਪਾਂ ਕਿਉਂ ਨਾ ਥੋੜ੍ਹੀ ਜਿਹੀ ਜਿਹੜੀ ਇਹ ਆਇਆ ਹੈਗਾ ਇਹਦਾ ਸੰਬੰਧਿਤ ਜੋ ਖਬਰ ਆਈ ਹੈਗੀ ਆ ਉਹ ਆਪਾਂ ਜਿਹੜੀ ਹੈਗੀ ਆ ਉਹ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਲਈਏ ਅੱਜ ਦੀ। ਹਾਂ ਬਿਲਕੁਲ ਜੀ, ਜ਼ਰੂਰ। ਇਹ ਵੀ ਆਪਣੇ ਪੰਜਾਬ ਦਾ ਸੱਭਿਆਚਾਰ ਦਾ ਹਿੱਸਾ ਹੈ। ਬਿਲਕੁਲ, ਇਹ ਵੀ ਸਾਂਝੀ ਕਰਨੀ ਬਣਦੀ ਹੈ ਜੀ। ਬਿਲਕੁਲ ਜੀ। ਤੁਹਾਡਾ ਪ੍ਰੋਗਰਾਮ ਦੇ ਵਿੱਚ ਅੱਜ ਸਾਥ ਦੇਣ ਲਈ ਸਿਮਰਤ ਜੀ ਬਹੁਤ ਬਹੁਤ ਥੈਂਕ ਯੂ। ਤੇ ਸ਼ੁੱਕਰਵਾਰ ਨੂੰ ਫਿਰ ਤੁਹਾਡੇ ਨਾਲ ਆਵਾਜ਼ ਦੇ ਜ਼ਰੀਏ ਮੁਲਾਕਾਤ ਹੋਵੇਗੀ। ਸੋ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਧੰਨਵਾਦ ਮੇਰੇ ਵੱਲੋਂ ਵੀ ਸਾਰੇ ਦਰਸ਼ਕਾਂ ਨੂੰ। ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਜੀ ਹਾਂ ਦੋਸਤੋ, ਆਪਣਾ ਜੀਵਨ ਜੀ ਆਪਾਂ ਜਿਵੇਂ ਗੱਲ ਕਰਦੇ ਸੀਗੇ ਕਈ ਵਾਰ ਦੇਖੋ ਵਿਰਾਸਤਾਂ ਜਿਹੜੀਆਂ ਨੇ ਉਹ ਰਾਜੇ ਜਿਹੜੇ ਕਦੋਂ ਦੇ ਚੱਲ ਜਾਂਦੇ ਨੇ, ਪਰ ਜਿਹੜੀਆਂ ਵਿਰਾਸਤਾਂ ਨੇ ਜਾਂ ਜਿਹੜੀਆਂ ਪਿੱਛੇ ਜ਼ਮੀਨ ਜਾਇਦਾਦਾਂ ਨੇ ਉਹਨਾਂ ਦੇ ਪਿੱਛੇ ਵੀ ਦੇਖ ਲਓ ਕਿੰਨਾ ਸਮਾਂ ਲੜਾਈ ਕਰਕੇ ਆਖਰਕਾਰ ਜਿਹੜਾ ਹੈਗਾ ਆ ਉਹਨਾਂ ਦਾ ਨਿਕਲਿਆ। ਇਹ ਜਿੰਨੀ ਵੱਡੀ ਰਿਆਸਤ ਉਹਨਾਂ ਹੀ ਪ੍ਰੋਬਲਮ ਲੱਗਦੀ ਹੈ। ਪਰ ਸਭ ਤੋਂ ਪਹਿਲਾਂ ਜਿਵੇਂ ਆਪਾਂ ਇੱਥੇ ਇਹਨਾਂ ਕੰਟਰੀਆਂ 'ਚ ਰਹਿੰਦੇ ਹਾਂ, ਇਹ ਜਿਹੜੇ ਤੁਹਾਡੇ ਲੀਗਲ ਡਾਕੂਮੈਂਟਸ ਤੁਹਾਨੂੰ ਆਲਵੇਜ਼ ਬਣਾ ਕੇ ਰੱਖਣੇ ਚਾਹੀਦੇ ਹੈਗੇ, ਚਾਹੇ ਤੁਹਾਡੀ ਬਿੱਲ ਹੈਗੀ ਹੈ, ਚਾਹੇ ਹੋਰ ਕਈ ਪ੍ਰੋਬਲਮਸ ਆਉਂਦੀਆਂ। ਕਈ ਵਾਰੀ ਤੁਹਾਡੀ ਕੈਪੈਸਿਟੀ 'ਚ ਨਹੀਂ ਹੁੰਦੇ ਹੈਗੇ ਵੀ ਟੂ ਮੇਕ ਅ ਡਿਸੀਜ਼ਨ। ਹੂ ਕੈਨ ਮੇਕ ਅ ਡਿਸੀਜ਼ਨ? ਤੁਹਾਨੂੰ ਹੈਲਥ ਕੇਅਰ ਵਾਲੇ ਸਾਈਡ ਤੋਂ ਵੀ ਤੁਹਾਨੂੰ ਇੱਕ ਬਿੱਲ ਚਾਹੀਦੀ ਹੈਗੀ ਆ ਔਨ ਬਿਹਾਫ ਆਫ who can be eligible to make that decision। ਬਿਲਕੁਲ, ਤੁਹਾਡੀ ਕਈ ਵਾਰੀ ਜਿਹੜੇ ਲਾਸਟ ਟਾਈਮ ਦੇ ਜਿਹੜੇ ਡਿਸੀਜ਼ਨਸ ਨੇ ਉਹ ਕੌਣ ਤੁਸੀਂ ਚਾਹੁੰਦੇ ਹੋ ਵੀ ਕੌਣ ਲੈ ਸਕੇ। ਕਈ ਵਾਰੀ ਕੀ ਹੁੰਦਾ ਕਿ ਪਰਿਵਾਰਾਂ ਦੇ ਵਿੱਚ ਜਿਹੜਾ ਆ ਉਹ ਦੇਖਣ ਨੂੰ ਮਿਲਦਾ ਆ ਜਾਂ ਹੁਣ ਲਾਸਟ ਮਿੰਟ ਦੇ ਉੱਪਰ ਜਦੋਂ ਫਿਰ ਆਪਸ ਦੇ ਵਿੱਚ ਪਰਿਵਾਰ ਦੇ ਵਿੱਚ ਖਿੱਚੋਤਾਣੀ ਹੁੰਦੀ ਹੈ, ਨਹੀਂ ਜੀ ਅਸੀਂ ਫਿਊਨਰਲ ਇੱਦਾਂ ਕਰਨਾ ਆ, ਦੂਜੇ ਕਹਿੰਦੇ ਨਹੀਂ ਜੀ ਫਿਊਨਰਲ ਇੱਦਾਂ ਕਰਕੇ ਪਰੇ ਕਰੋ ਜੀ ਦੱਸਣ ਦੈਟ, ਉਹ ਫਿਰ ਆਪਸ ਦੇ ਵਿੱਚ ਖਿੱਚੋਤਾਣੀ ਹੁੰਦੀ ਆ। ਸੋ ਦੈਟਸ ਜੇ ਅਸੀਂ ਪਹਿਲਾਂ ਹੀ ਬਿੱਲ ਬਣਾ ਕੇ ਉਹਦੀ ਰੱਖੀ ਹੋਵੇ ਤਾਂ ਕਮ ਸੇ ਕਮ ਲੀਸਟ ਇਸ ਗਾਈਡਲਾਈਨ ਵੀ ਪਾਈ ਵੀ ਹਾਂ ਵੀ ਮੇਰੇ ਜਾਣ ਤੋਂ ਬਾਅਦ ਜਿਹੜੀ ਮੇਰੀ ਬੋਡੀ ਦੇ ਨਾਲ ਇੱਦਾਂ ਕੀਤਾ ਜਾਵੇ ਜਾਂ ਮੇਰੀ ਮਿੱਟੀ ਦੇ ਨਾਲ ਇੱਦਾਂ ਦਾ ਵਿਹਾਰ ਕੀਤਾ ਜਾਵੇ। ਜਾਂ ਈਵਨ ਉਹ ਵੀ ਹੈਗਾ ਬਾਕੀ ਜਿਹੜੀ ਤੁਹਾਡੀ ਜਾਇਦਾਦ ਹੈਗੀ ਆ ਉਹਨੂੰ ਤੁਸੀਂ ਕਿੱਦਾਂ ਟੈਕਸ ਸੇਵ ਕਰਨਾ ਹੈਗਾ, ਇਹ ਤੁਹਾਨੂੰ ਸਾਰੀ ਪਲੈਨਿੰਗ ਕਰਨੀ ਚਾਹੀਦੀ ਹੈਗੀ। ਇਹ ਨਾ ਹੋਵੇ ਵੀ ਹੁਣ ਅਸੀਂ ਚਾਹੇ ਭਾਂਦੀ ਤੁਹਾਡੇ ਕੋਲ $1 ਮਿਲੀਅਨ ਦੀ ਹੈ, ਚਾਹੇ 5 ਲੱਖ ਦੀ ਪ੍ਰੋਪਰਟੀ ਹੈਗੀ ਹੈ, ਚਾਹੇ 2 ਲੱਖ ਦੀ ਹੈਗੀ ਆ, ਉਹਨੂੰ ਮੇਕ ਇਟ ਅ ਸੇਫ ਵੇ ਟੂ ਡਿਸਟਰੀਬਿਊਟ ਵੀ ਉਹਦੇ ਹਿਸਾਬ ਨਾਲ ਤੁਸੀਂ ਕਿਸੇ ਆਰਗੇਨਾਈਜੇਸ਼ਨ ਨੂੰ ਡੋਨੇਟ ਕਰਨਾ ਹੈਗਾ, ਜਾਂ ਤੁਸੀਂ ਕਈ ਵਾਰੀ ਤੁਹਾਡੇ ਕੋਲ ਸਟਾਕਸ ਹੁੰਦੇ ਹੈਗੇ, ਸਟਾਕਸ ਵੀ ਤੁਸੀਂ ਡੋਨੇਟ ਕਰ ਸਕਦੇ ਹੈਗੇ ਆ। ਲੋਟ ਆਫ ਥਿੰਗਸ ਆਈ ਹੈਵ ਟੂ ਲੁੱਕ ਇਨਟੂ। ਬਟ ਬਿਲਕੁਲ ਕਈ ਵਾਰੀ ਨਾ ਆਪਾਂ ਇੱਕ ਚੀਜ਼ ਜਿਹੜੀ ਮੈਂ ਆਪਣੇ ਪਰਿਵਾਰਾਂ ਦੇ ਵਿੱਚ ਦੇਖਦੇ ਹਾਂ, ਅਸੀਂ ਇਮੋਸ਼ਨਲੀ ਹੋ ਕੇ ਆਹ ਚੀਜ਼ਾਂ ਬਣਾ ਲੈਂਦੇ ਹਾਂ, ਵਿਲ ਬਣਾ ਲਈ, ਪਰ ਅਸੀਂ ਉਹਨੂੰ 15-20 ਸਾਲ ਕਿਤੇ ਦੇਖਦੇ ਹੀ ਨਹੀਂ। ਟਾਈਮ ਟੂ ਟਾਈਮ ਹਰ 5 ਸਾਲ ਬਾਅਦ, ਹਰ 3-4 ਸਾਲ ਬਾਅਦ ਜੇ ਕੋਈ ਤੁਹਾਡੀ ਕੋਈ ਚੇਂਜਸ ਆਉਂਦੀ ਹੈ, ਹੈਲਥ ਚੇਂਜਸ ਆਈ ਜਾਂ ਉਹਦੇ ਅਕੋਰਡਿੰਗਲੀ ਤੁਸੀਂ ਉਹਦੇ ਵਿੱਚ ਟਾਈਮ ਟੂ ਟਾਈਮ ਆਪਣੇ ਲਾਇਰ ਕੋਲ ਜਾ ਕੇ ਆਪਣਾ ਉਹਦੇ ਵਿੱਚ ਜਿਹੜੀ ਅਮੈਂਡਮੈਂਟ ਜਿਹੜੀਆਂ ਹੈਗੀਆਂ ਉਹ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਹ ਹਰੇਕ ਟਾਈਮ ਟੂ ਟਾਈਮ ਤੁਹਾਡੀਆਂ ਸਿਚੁਏਸ਼ਨ ਚੇਂਜ ਹੁੰਦੀਆਂ ਰਹਿੰਦੀਆਂ ਹੈਗੀਆਂ, ਉਹਦੇ ਨਾਲ ਇਹ ਚੀਜ਼ਾਂ ਮੇਕਸ ਬਿਗ ਡਿਫਰੈਂਸ ਔਨ ਹਾਊ ਯੂ ਕੈਨ ਬੀ
ਇੰਪੈਕਟ, ਕਿਉਂਕਿ ਕਈ ਵਾਰੀ ਹੁੰਦਾ ਹੈਗਾ ਵੀ ਤੁਸੀਂ 5 ਲੱਖ ਦੀ ਪ੍ਰਾਪਰਟੀ ਛੱਡ ਗਏ, ਜੇ ਉਹਨੂੰ ਤੁਸੀਂ ਪ੍ਰੋਪਰਲੀ ਮੈਨੇਜ ਨਾ ਕੀਤਾ ਹੋਇਆ ਤਾਂ ਉਹ ਅੱਧੇ ਤੋਂ ਜ਼ਿਆਦਾ ਤੁਹਾਡਾ ਟੈਕਸ 'ਚ ਚਲਾ ਗਿਆ, ਤਾਂ ਬੈਨੀਫਿਟ ਕੀ ਹੋਇਆ ਹੈਗਾ। ਬਿਲਕੁਲ। ਸੋ ਇਸ ਕਰਕੇ ਚਾਹੇ ਉਹ ਤੁਹਾਡਾ ਅਕਾਊਂਟੈਂਟ ਹੈਗਾ, ਚਾਹੇ ਤੁਹਾਡਾ ਇੰਸ਼ੋਰੈਂਸ ਹੈਗੀ ਹੈ, ਚਾਹੇ ਤੁਹਾਡੇ ਲਾਇਰ ਦੇ ਥਰੂ ਆ ਬਿਲਸ ਆ ਜਾਂ ਕੁਛ ਵੀ, ਇਹ ਸਾਰੀਆਂ ਚੀਜ਼ਾਂ ਸਾਨੂੰ ਟਾਈਮ ਟੂ ਟਾਈਮ ਅਪਡੇਟ ਕਰਨੀਆਂ ਚਾਹੀਦੀਆਂ, ਤਾਂ ਬਣਾ ਕੇ ਜ਼ਰੂਰ ਰੱਖਣੀਆਂ ਚਾਹੀਦੀਆਂ ਹੈਗੀਆਂ। ਤੇ ਉਸ ਦੇ ਨਾਲ ਦੀ ਨਾਲ ਆਪਾਂ ਜੇ ਹੁਣ ਆਪਾਂ ਜਿਹੜਾ ਆਪਣਾ ਇਲੈਕਸ਼ਨ ਵਾਲਾ ਦਾ ਬਿਲਕੁਲ ਜੀ, ਆਪਾਂ ਇਲੈਕਸ਼ਨ ਦੀ ਗੱਲਬਾਤ ਕਰ ਰਹੇ ਸੀਗੇ, ਆਪਣੇ ਕੋਲੇ ਹੈਗੇ ਜੀ 10 ਮਿੰਟ 11 ਮਿੰਟ, ਤੇ ਉਹਦੇ 'ਚ ਯਾਨੀ ਕਿ ਪਿਛਲੀ ਵਾਰੀ ਆਪਾਂ ਵਿੰਜ਼ਰ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਬਾਰੇ ਥੋੜੀ ਮੋਟੀ ਨੌਲੇਜ ਦਿੱਤੀ ਸੀਗੀ, ਤੇ ਜਿਹੜੇ ਹੁਣ ਆਪਾਂ ਲੇਕ ਸ਼ੋਰ ਦੇ ਵਿੱਚ ਇੱਕ ਆਪਣਾ ਨਾਲ ਛੋਟੀ ਜਿਹਾ ਸ਼ਹਿਰ ਹੈਗਾ ਬਿਲਕੁਲ ਟਾਊਨ, ਤਾਂ ਉਹਦੇ ਵਿੱਚ ਵੀ ਯਾਨੀ ਕਿ ਕਾਫੀ ਦਿਲਚਸਪ ਦੌੜ ਹੈਗੀ ਆ। ਜਿਹੜਾ ਉਹਦੇ 'ਚ ਮੇਅਰ ਦੀ ਦੌੜ ਹੈਗੀ ਆ, ਉਹਦੇ 'ਚ 2 ਕੈਂਡੀਡੇਟ ਹੈਗੇ ਆ, ਇੱਕ ਟੌਮ ਬੇਨ ਹੈਗਾ ਜਿਹੜਾ ਪ੍ਰੀਵੀਅਸ ਮੇਅਰ ਹੈਗਾ, ਇਨਕੰਬੈਂਟ ਹੈਗਾ, ਉਹ ਮੈਨੂੰ ਲੱਗਦਾ 20+ ਈਅਰ ਤੋਂ ਮੇਅਰ ਚੱਲਿਆ ਆ ਰਿਹਾ ਹੈਗਾ, ਤੇ 30 ਤੋਂ 40 ਸਾਲ ਦੇ ਵਿੱਚ ਉਹਦਾ ਪੋਲੀਟੀਕਲ ਐਕਸਪੀਰੀਅੰਸ ਹੈਗਾ, ਤੇ ਉਸ ਦਾ ਕੰਪੀਟੀਸ਼ਨ ਹੈਗੀ ਆ ਉਹਨਾਂ ਦੀ ਜਿਹੜੀ ਪਿਛਲੇ ਸਾਲ ਡਿਪਟੀ ਮੇਅਰ ਹੁੰਦੀ ਸੀਗੀ, ਉਹ ਟ੍ਰੇਸੀ ਬੇਲੀ, ਉਹ ਮੇਅਰ ਵਾਸਤੇ ਰਨ ਕਰ ਰਹੀ ਹੈਗੀ ਆ। ਸੋ ਮੇਅਰ ਵਾਸਤੇ ਕੰਪੀਟੀਸ਼ਨ ਹੈਗਾ। ਫਿਰ ਡਿਪਟੀ ਮੇਅਰ ਉਹ ਵੀ ਹੁਣ, ਕਿਉਂਕਿ ਡਿਪਟੀ ਮੇਅਰ ਪਹਿਲਾਂ ਵਾਲੀ ਉਹ ਮੇਅਰ ਵਾਸਤੇ ਚਲੀ ਗਈ, ਉੱਥੇ ਵੀ ਹੁਣ 2 ਨਵੇਂ ਕੈਂਡੀਡੇਟ ਆਏ ਹੈਗੇ ਆ, ਜਿਨ੍ਹਾਂ 'ਚੋਂ ਇੱਕ ਕਾਉਂਸਲਰ ਸੀਗਾ, ਉਹਨਾਂ ਨੇ ਆਪਦਾ ਨਾਮ ਕੀਤਾ ਹੈਗਾ, ਤੇ ਕਿਰਕ ਵਾਲਸਟੈਡ ਐਂਡ ਡੇਵ ਮੋਨਿਕ, ਇਹ 2 ਕੈਂਡੀਡੇਟ ਹੈਗੇ ਆ ਜਿਹੜੇ ਆਪਣੇ ਡਿਪਟੀ ਮੇਅਰ ਵਾਸਤੇ ਰਨ ਕਰਦੇ ਹੈਗੇ ਆ। ਬਿਲਕੁਲ ਜੀ। ਇਸ ਨੂੰ ਮੈਂ ਇੱਕ ਥੋੜਾ ਜਿਹਾ ਅਪਡੇਟ ਕਰਦਾ ਵੀ ਜਿਹੜੇ ਲੇਕ ਸ਼ੋਰ ਦੀ ਆਬਾਦੀ ਹੈਗੀ ਆ ਉਹ 36,000 ਦੀ ਆਬਾਦੀ ਹੈਗੀ ਆ। ਉਹਦੇ 'ਚ ਜਿਹੜਾ ਮੇਅਰ ਐਂਡ ਡਿਪਟੀ ਮੇਅਰ ਇਹ ਸੈਪਰੇਟ ਇਲੈਕਟ ਕਰਦੇ ਹੈਗੇ ਆ। ਦੈਨ 6 ਵਾਰਡ ਹੈਗੇ ਆ ਜਿਨ੍ਹਾਂ ਦੇ ਵਿੱਚ 6 ਕਾਉਂਸਲਰ ਇਲੈਕਟ ਹੁੰਦੇ ਹੈਗੇ ਆ। ਜੇ ਕਾਉਂਸਲਰ ਜਿਹੜੇ ਹੈਗੇ ਆ 8 ਬੰਦੇ ਜਿਹੜੇ ਹੈਗੇ ਆ ਸਿਟੀ ਨੂੰ ਰਨ ਕਰਦੇ ਹੈਗੇ। ਹਾਂਜੀ, ਤੇ ਉਹਦੇ 'ਚ ਜਿਹੜਾ ਕਾਉਂਸਲਰ ਵਾਰਡ 1 ਦਾ ਸੀਗਾ ਉਹ ਸਟੀਵ ਉਹ ਨਹੀਂ ਰਨ ਕਰ ਰਿਹਾ, ਉੱਥੇ ਵੀ ਨਵੇਂ ਕਾਉਂਸਲਰ ਕੋਈ ਇਲੈਕਟ ਹੋਊਗਾ। ਇੱਕ ਨਿਕ ਪੈਨਾਸਿੰਕ ਐਂਡ ਰਾਇਨ ਮੈਕਨੈਮਾਰਾ, ਇਹ 2 ਜਣੇ ਰੇਸ ਦੇ ਵਿੱਚ ਹੈਗੇ ਆ, ਇਹ ਦੋਨੋਂ ਹੀ ਨਵੇਂ ਹੈਗੇ ਆ। ਕਾਉਂਸਲਰ ਵਾਰਡ 2 ਦੇ ਵਿੱਚ ਮਾਈਕਲ ਹੌਫਮੈਨ ਤੇ ਪੈਡੀ ਬ੍ਰਾਇਨ, 2 ਜਣੇ ਉੱਥੇ ਹੈਗੇ ਆ। ਵਾਰਡ 10 ਦੇ ਵਿੱਚ ਹੈਗੇ ਆ ਜਿਵਾਨੀ ਬੁਟਰੀਆ ਐਂਡ ਕੈਲਸੀ ਸੈਂਟਰੋਜ਼ਾ। ਇਹ ਸੈਂਟਰੋਜ਼ਾ ਵੀ ਯਾਨੀ ਕਿ ਕਾਫੀ ਵੱਡੀ ਫੈਮਿਲੀ ਹੈਗੀ ਆ ਉਸ ਏਰੀਏ ਦੀ। ਮੁਹੰਮਦ ਸੈਡਿਕ, 3 ਜਣੇ ਇਹਦੇ 'ਚ ਵਾਰਡ 3 ਦੇ ਵਿੱਚ ਹੈਗੇ ਆ। ਵਾਰਡ 4 ਦੇ ਵਿੱਚ ਸੈਰਾ ਓਬਨ, ਜੈਨੀਫਰ ਐਲਡਰਸਨ, ਜੌਨ ਕਰ, 3 ਜਣੇ ਉਹਦੇ 'ਚ ਹੈਗੇ ਆ ਵਾਰਡ 4 ਦੇ ਵਿੱਚ। ਪਰ 5 ਦੇ ਵਿੱਚ ਹੈਗੇ ਇਆਨ ਰਸਟਨ, ਟਿਮ ਮੈਕਡਰਮਟ ਐਂਡ ਸਟੀਵ ਐਨਹੋਰਨ, ਇਹਦੇ 'ਚ ਵੀ 3 ਜਣੇ ਹੈਗੇ ਆ। ਬਿਲਕੁਲ ਜੀ। ਸੋ ਜੇ ਆਪਾਂ ਦੇਖਿਆ ਜਾਵੇ, ਆਪਣਾ ਹੁਣ ਹਲੇ ਵਾਰਡ 6 ਦੀ ਆਪਾਂ ਗੱਲ ਕਰਦੇ ਹਾਂ, ਪਰ ਜੇ ਆਪਾਂ ਦੇਖਿਆ ਜਾਵੇ ਤਾਂ ਤਕਰੀਬਨ ਹਰ ਇੱਕ ਵਾਰਡ ਦੇ ਵਿੱਚ ਹੁਣ ਇਸ ਵੇਲੇ ਚੈਲੰਜਸ ਹੈਗੇ ਨੇ। ਕੋਈ ਵੀ ਇਹੋ ਜਿਹਾ ਵਾਰਡ ਨਹੀਂ ਹੈਗਾ ਜਿੱਥੇ ਕਹੀਏ ਵੀ ਭਾਈ ਵੀ ਹਾਂ ਵੀ ਚਲੋ ਇੱਕੋ ਕੈਂਡੀਡੇਟ ਖੜਾ ਸੀ ਤਾਂ ਉਹੀ ਸਿਲੈਕਟ ਹੋ ਜਾਣਾ ਆਟੋਮੈਟਿਕਲੀ। ਸੋ ਹਰ ਇੱਕ ਵਾਰਡ ਦੇ ਵਿੱਚ ਤਕਰੀਬਨ 2-2 3 ਯਾਨੀ ਕਿ ਹੈਗੇ ਆ। ਬਿਲਕੁਲ। ਤੇ ਵਾਰਡ 6 ਦੇ ਵਿੱਚ ਹੈਗਾ ਲਰੀਸਾ ਵੋਗਲਰ ਐਂਡ ਡੇਵਿਡ ਸੈਸਲੀ ਐਂਡ ਡੇਵਿਡ ਲੌਰੀਅਰ। ਇਹ ਯਾਨੀ ਕਿ 6 ਜਾਣੇ ਅਲੱਗ-ਅਲੱਗ 6 ਕਾਉਂਸਲਰ ਇਲੈਕਟ ਹੋਣੇ ਆ, ਇੱਕ ਡਿਪਟੀ ਮੇਅਰ ਤੇ ਇੱਕ ਮੇਅਰ। ਇੱਥੇ ਯਾਨੀ ਕਿ ਕਾਫੀ ਕੰਪੀਟੀਸ਼ਨ ਹੈਗਾ, ਸਪੈਸ਼ਲੀ ਦੀ ਮੇਅਰ ਰੇਸ ਦੇ ਵਿੱਚ। ਤੇ ਉਸ ਤੋਂ ਬਾਅਦ ਜੇ ਅਸੀਂ ਵੇਖਦੇ ਹੈਗੇ ਆ ਨਾਲ ਦੀ ਆਪਣੀ ਜਿਹੜੀ ਮਿਊਨਿਸਪੈਲਿਟੀ ਹੈਗੀ ਹੈ ਠੋਡਾ, ਜਿਹੜਾ ਏਰੀਆ ਹੈਗਾ ਟਕਾਮਸੀ ਦਾ ਹੈਗਾ। ਇਹਦੇ 'ਚ ਯਾਨੀ ਕਿ ਜਿਹੜਾ ਮੇਅਰ ਹੈਗਾ ਉਹ ਅਕਲੇਮਡ ਹੈਗਾ, ਉਹਦੇ ਕੋਈ ਕੰਪੀਟੀਸ਼ਨ ਨਹੀਂ ਹੈ। ਤੇ ਸੇਮ ਚੀਜ਼ ਹੈਗਾ, ਡਿਪਟੀ ਮੇਅਰ ਵੀ ਅਕਲੇਮਡ ਹੈਗਾ। ਠੀਕ ਹੈ ਜੀ। ਤੇ ਜਿਹੜੇ 5 ਵਾਰਡ ਹੈਗੇ ਆ ਉਹਦੇ ਵਿੱਚ ਜਿਹੜਾ ਵਾਰਡ 1 ਹੈਗਾ ਉਹ ਐਮਟੀ ਸੀਗਾ, ਉੱਥੇ ਵੀ ਨਵਾਂ ਕਾਉਂਸਲਰ ਬਣ ਕੇ ਆਊਗਾ ਜਿਹਦੇ 'ਚ ਡੈਨੀਅਲ ਹੌਫਗਾਰਟਨਰ ਤੇ ਅਲੀਸ਼ੀਆ ਹਿਗਨਸਨ, 2 ਜਣੇ ਯਾਨੀ ਕਿ ਕੰਪੀਟੀਸ਼ਨ ਦੇ ਵਿੱਚ ਹੈਗੇ ਆ। ਇਹ ਇੱਥੇ ਵੀ ਯਾਨੀ ਕਿ ਜਿਹੜਾ ਪਹਿਲਾ ਕਾਉਂਸਲਰ ਸੀਗਾ ਉਹ MPP ਬਣ ਗਿਆ ਸੀਗਾ, ਐਂਡਰਿਊ ਡੋਏ, ਤੇ ਉਹ ਹੁਣ ਯਾਨੀ ਕਿ ਆਪਣੇ ਇੱਥੋਂ ਵਿੰਜ਼ਰ ਟਕਾਮਸੀ ਤੋਂ MPP ਹੈਗਾ, ਤੇ ਇਸ ਕਰਕੇ ਉਹ ਵਾਰਡ ਖਾਲੀ ਹੋਇਆ ਸੀਗਾ, ਇੱਥੇ ਨਵਾਂ ਆਊਗਾ। ਜਿਹੜੀ ਵਾਰਡ 2 ਦੀ ਹੈਗੀ ਆ ਜੋਬਨ ਐਂਟੋਨੀ ਟੈਮਬੂਨਨ ਐਂਡ ਜੇਮਸ ਡਾਰਨਰ, 2 ਜਣੇ 2 ਵਾਰਡ ਦੇ ਵਿੱਚ ਹੈਗੇ ਆ। ਉਹਦੇ 'ਚੋਂ ਵੀ ਇੱਕ ਜਿਹੜਾ ਸਿਟਿੰਗ ਕਾਉਂਸਲਰ ਹੈਗਾ ਤੇ ਇੱਕ ਉਹਦਾ ਕੰਪੀਟੀਸ਼ਨ ਹੈਗਾ। ਵਾਰਡ 3 ਹੈਗਾ ਜਿਹੜਾ ਰਿਕਟੋਨੀਅਲ,
ਇਹ ਯਾਨੀ ਕਿ ਸਿਟਿੰਗ ਕਾਉਂਸਲਰ ਹੈਗਾ ਤੇ ਨਾਲ 2 ਹੋਰ ਉਹਦੇ ਨਾਲ, ਇੱਕ ਯਾਨੀ ਕਿ ਇੱਕ ਨੇ ਵਿਦਡਰਾ ਕਰ ਲਿਆ ਹੈਗਾ, ਐਲੈਕਸ ਇਲੈਜਸਕੀ ਇਹਦਾ ਕੰਪੀਟੀਸ਼ਨ ਹੈਗਾ ਰਿਕ ਦੇ ਨਾਲ। ਬਿਲਕੁਲ। ਤੇ ਜਿਹੜਾ ਤੁਹਾਡਾ ਵਾਰਡ 4 ਹੈਗਾ ਉਹ ਵੀ ਅਕਲੇਮਡ ਹੈਗਾ, ਬ੍ਰਾਇਨ ਹਿਊਸਟਨ ਉਹਦੇ ਬਰਾਬਰ ਕੋਈ ਖੜਾ ਨਹੀਂ ਹੈ। ਬਿਲਕੁਲ। ਤੇ ਜਿਹੜੀ 5 ਦੀ ਵਾਰਡ ਦੀ ਹੈਗੀ ਆ ਟਾਨੀਆ ਜੋਬਨ, ਇਹ ਤੁਹਾਡੀ ਸਿਟਿੰਗ ਕਾਉਂਸਲਰ ਹੈਗੀ ਆ, ਉਹਦਾ ਮੁਕਾਬਲਾ ਹੈਗਾ ਮਾਈਕਲ ਸਟਰੋਂਗ ਦੇ ਨਾਲ। ਸੋ ਹਰੇਕ ਇਹਨਾਂ ਦੇ ਵਿੱਚ ਉਹੀ ਹੈ ਨਾ ਵੀ ਟਕਮਸੀ ਵਰਗੇ ਟਾਊਨ ਕਈਆਂ ਦੇ ਵਿੱਚ ਤੁਹਾਨੂੰ ਮਿਲੂਗਾ ਵੀ ਜਿੱਥੇ ਉਹ ਕਈ ਵਾਰੀ ਤੁਹਾਨੂੰ ਅਕਲੇਮਡ ਪੋਜੀਸ਼ਨ ਮਿਲ ਜਾਂਦੀਆਂ ਹੈਗੀਆਂ, ਇਵਨ ਕਾਉਂਸਲਰ ਵੀ ਹੈਗਾ, ਚਾਹੇ ਮੈਂ ਮੇਅਰ ਔਰ ਡਿਪਟੀ ਮੇਅਰ ਲਾਈਕ ਉੱਥੇ ਕੋਈ ਯਾਨੀ ਕਿ ਆਇਆ ਨਹੀਂ ਹੈਗਾ। ਉਸ ਦੇ ਨਾਲ ਜੇ ਹੈਗਾ ਟਾਈਮ ਆਪਣੇ ਕੋਲ, ਹਾਂਜੀ, ਤੇ ਉਹਦੇ ਨਾਲ ਅਸੀਂ ਲਸਾਲ ਵੀ ਕਵਰ ਕਰ ਦਿੰਦੇ, ਫਿਰ ਬਾਕੀ ਜਿਹੜੀਆਂ 3 ਰਹਿ ਜਾਣਗੀਆਂ ਉਹਨਾਂ ਨੂੰ ਅਸੀਂ ਫਿਰ ਨੈਕਸਟ ਵੀਕ ਦੇ ਵਿੱਚ ਕਵਰ ਕਰ ਦਾਂਗੇ। ਤੇ ਉਹਦੇ 'ਚ ਵੀ ਉੱਥੇ ਵੀ ਲਸਾਲ ਦੇ ਵਿੱਚ ਵੀ ਆ ਜਿਹੜੇ ਮੇਅਰਲ ਕੈਂਡੀਡੇਟ ਸੀਗੀ ਕ੍ਰਿਸਟਲ ਮਲੋਚ, ਉਹ ਅਕਲੇਮਡ ਹੋ ਗਈ ਆ, ਤੇ ਡਿਪਟੀ ਮੇਅਰ ਕੈਂਡੀਡੇਟ ਸੀਗਾ ਉਹ ਵੀ ਪਹਿਲਾਂ ਕਾਉਂਸਲਰ ਹੁੰਦਾ ਸੀਗਾ ਮਾਈਕਲ ਐਕਪਾਟਾ, ਉਹ ਵੀ ਅਕਲੇਮਡ ਹੋ ਗਿਆ ਹੈਗਾ। ਜਿਹੜੇ ਕਾਉਂਸਲਰ ਹੈਗੇ ਆ ਉੱਥੇ ਥੋੜਾ ਜਿਹਾ ਡਿਫਰੈਂਟ ਕਾਨਸੈਪਟ ਹੈਗਾ ਕਾਉਂਸਲ ਦਾ, ਉਹਦੇ 'ਚ ਯਾਨੀ ਕਿ 1 2 11 ਜਾਣੇ ਖੜੇ ਹੈਗੇ ਆ, 11 ਚੋਂ ਟੌਪ ਜਿਹੜੇ 6 ਜਾਣੇ ਹੋਣਗੇ ਉਹ ਇਲੈਕਟ ਹੋਣਗੇ। ਓਕੇ, ਫਿਰ ਟੌਪ ਜਿਹੜੇ 6 ਆ ਗਏ ਉਹਨਾਂ ਨੂੰ ਵੱਖਰੇ ਵੱਖਰੇ ਉਹਨਾਂ ਦਾ ਵਾਰਡ ਸਿਸਟਮ ਨਹੀਂ ਹੈਗਾ, ਉਹ ਸਾਰੇ ਯਾਨੀ ਕਿ ਸਾਲ ਨੂੰ ਉਹਨੇ ਰਿਪਰੈਜ਼ੈਂਟ ਕਰਨਾ ਹੈਗਾ। ਠੀਕ ਹੈ ਜੀ। ਇੱਕ ਬੰਦੇ ਕੋਲ ਵੱਧ ਕੰਮ ਵੀ ਆ ਸਕਦਾ, ਇੱਕ ਭਾਵੇਂ ਕੋਈ ਕੰਮ ਕਰੇ ਨਾ ਉਹ ਵੀ ਹੋ ਸਕਦਾ ਹੈਗਾ, ਪਰ ਇਹਦੇ 'ਚ ਹੁਣ 11 ਕੈਂਡੀਡੇਟ ਖੜੇ ਹੈਗੇ, ਉਹਦੇ 'ਚੋਂ 6 ਕੈਂਡੀਡੇਟ ਉਹਨਾਂ ਨੇ ਫਸਟ 6 ਕੈਂਡੀਡੇਟ ਹੈਜ਼ ਟੂ ਬੀ। ਸੋ ਬੇਸਿਕਲੀ ਉਹਦੇ ਵਿੱਚ ਲੱਕ ਜਿਹੜਾ ਹੈਗਾ ਜਾਂ ਲੱਗਣ ਦੇ ਚਾਂਸਸ ਹੈਗੇ ਆ, ਕਿਉਂਕਿ ਵਾਰਡ ਦੇ ਵਿੱਚ ਈਚ ਵਾਰਡ ਦੇ ਵਿੱਚ ਤੁਹਾਨੂੰ ਸਾਰਾ ਕੰਮ ਕਰਨਾ ਪੈਂਦਾ। ਐਟਲੀਸਟ ਇਹਦੇ ਵਿੱਚ ਇੱਕ ਇਹ ਵੀ ਹੈ ਕਿ ਤੁਹਾਨੂੰ ਸਾਰੇ ਸਾਲ ਦੇ ਵਿੱਚ ਜਿਹੜਾ ਹੈਗਾ ਕੰਮ ਕਰਨਾ ਪਏਗਾ, ਤੁਹਾਡੀ ਆਪਣੀ ਪੋਜੀਸ਼ਨ ਉੱਪਰ ਲਿਆਉਣ ਦੇ ਲਈ। ਉਹੀ ਆ ਹੁਣ ਜਿਹੜੇ ਜੇ ਆਪਾਂ ਵੇਖਦੇ ਹੈਗੇ ਆ ਕ੍ਰਿਸਟਲ ਮਲੋਚ ਸੀਗੀ ਜਿਹੜੀ ਉਹ ਡਿਪਟੀ ਮੇਅਰ ਸੀਗੀ, ਉਹ ਮੇਅਰ ਰਨ ਨਹੀਂ ਕੀਤਾ, ਉਹਨੇ ਮੇਅਰ ਵਾਸਤੇ ਪੋਜੀਸ਼ਨ ਕਰ ਲਈ। ਜਿਹੜਾ ਮਾਈਕਲ ਸੀਗਾ ਇਹ ਆਟੋਮੈਟਿਕਲੀ ਉੱਪਰ ਚਲੇ ਗਏ ਉਹ ਹਾਂ, ਤੇ ਉਹਦਾ ਕੰਪੀਟੀਸ਼ਨ ਕੋਈ ਨਹੀਂ ਆ, ਉਧਰੋਂ ਵੀ ਕਲੇਮ ਹੋ ਗਈ ਆ ਤੇ ਉਹ ਲੱਕ ਤੁਹਾਡਾ ਕਾਇਮ ਕਰ ਗਿਆ। ਸੇਮ ਚੀਜ਼ ਮਾਈਕਲ ਸੀਗਾ, ਇਹ ਕਾਉਂਸਲਰ ਸੀਗਾ, ਇਹਨੇ ਡਿਪਟੀ ਮੇਅਰ ਵਾਸਤੇ ਰਨ ਕੀਤਾ ਤਾਂ ਉਹ ਵੀ ਅਕਲੇਮਡ ਹੋ ਗਿਆ। ਇਹ ਯਾਨੀ ਕਿ ਛੋਟੇ ਟਾਊਨਾਂ 'ਚ ਪੋਸੀਬਿਲਿਟੀ ਹੁੰਦੀ ਹੈ ਕਈ ਵਾਰੀ ਤੁਸੀਂ ਅਕਲੇਮ ਕਰ ਸਕਦੇ ਆ, ਪਰ ਉਹੀ ਆ ਵੀ ਜੇ ਤੁਸੀਂ ਐਕਸਪੀਰੀਅੰਸ ਹੈਗਾ ਤਾਂ ਮੋਸਟ ਪ੍ਰੋਬੇਬਲੀ। ਸੋ ਬੇਸਿਕਲੀ ਜਦੋਂ ਆਪਾਂ ਇੱਕ ਚੀਜ਼ ਹੋਰ ਜਿਹੜੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਈਏ, ਇਹ ਅਕਲੇਮ ਜਿਹੜੇ ਆਪਣੇ ਤੁਸੀਂ ਉਹੀ ਰਨ ਕਰ ਸਕਦੇ ਜਿਹੜੇ ਉਸ ਏਰੀਏ ਦੇ ਵਾਸੀ ਹੋਣ। ਨਹੀਂ, ਉਹਦੇ 'ਚ 2 ਚੀਜ਼ਾਂ ਹੁੰਦੀਆਂ ਹੈਗੀਆਂ, ਇੱਕ ਤੁਸੀਂ ਉੱਥੇ ਰਹਿੰਦੇ ਹੋਣੇ ਚਾਹੀਦੇ ਹੈਗੇ ਆ, 18 ਈਅਰ ਤਾਂ ਬੇਸਿਕ ਤੁਹਾਡੀ ਹੈਗੀ ਆ ਲਿਮਿਟ, ਏਜ ਲਿਮਿਟ ਦੇ ਵਿੱਚ ਹੋਣਾ ਚਾਹੀਦਾ 18 ਐਂਡ ਓਵਰ, ਤੇ ਬਾਕੀ ਜੇ ਤੁਸੀਂ ਪ੍ਰੋਪਰਟੀ ਉੱਥੇ ਓਨ ਕਰਦੇ ਆ ਫਿਰ ਵੀ ਤੁਸੀਂ ਉੱਥੇ ਰਨ ਕਰ ਸਕਦੇ ਹੈਗੇ ਆ ਜੀ। ਜੇ ਹੁਣ ਵਿੰਦਰ ਦੇ ਵਿੱਚ ਹੈਗਾ ਤੁਸੀਂ ਟਕਮਸੀ 'ਚ ਰਹਿੰਦੇ ਆ ਤੇ ਤੁਹਾਡੀ ਪ੍ਰਾਪਰਟੀ ਵਿੰਦਰ ਦੇ ਵਿੱਚ ਵੀ ਹੈਗੀ ਆ, ਪਰ ਤੁਸੀਂ ਉੱਥੇ ਵਿੰਦਰ 'ਚ ਰਨ ਕਰ ਸਕਦੇ ਹੈਗੇ ਭਾਵੇਂ ਤੁਸੀਂ ਟਕਮਸੀ 'ਚ ਰਹਿ ਰਹੇ ਹੈਗੇ ਆ, ਪਰ ਈਵਨ ਵੋਟ ਵੀ ਪਾ ਸਕਦੇ ਆ, ਤੁਸੀਂ ਦੋਨੋਂ ਪਾਸੇ ਹੀ ਵੋਟ ਪਾ ਸਕਦੇ ਹੋ, ਕਿਉਂਕਿ ਇਹ ਬੇਸਿਕਲੀ ਇਹ ਹੱਕ ਦਿੱਤਾ ਜਾਂਦਾ ਹੈਗਾ ਵੀ ਜਿਹੜਾ ਪ੍ਰਾਪਰਟੀ ਓਨਰ ਹੈਗਾ ਟੈਕਸ ਪੇਅਰ ਹੈਗਾ ਉਹ ਐਲੀਜੀਬਲ ਹੈਗਾ ਵੀ ਮਿਊਨਿਸਪਲ ਦੇ ਵਿੱਚ, ਜਦੋਂ ਕਿ ਫੈਡਰਲ ਪ੍ਰੋਵਿੰਸ਼ੀਅਲ 'ਚ ਇਹ ਰੂਲ ਨਹੀਂ ਅਪਲਾਈ ਹੁੰਦਾ ਵੀ ਜਿਹੜੀ ਰਾਈਡਿੰਗ 'ਚ ਤੁਸੀਂ ਰਹਿੰਦੇ ਆ ਉੱਥੇ ਹੀ ਤੁਸੀਂ ਵੋਟ ਪਾ ਸਕਦੇ ਹੈਗੇ ਆ ਜੀ। ਬਿਲਕੁਲ। ਤੇ ਜੇ ਉਸ ਦੇ ਨਾਲ ਯਾਨੀ ਕਿ ਇਹ ਹੈਗਾ ਬਾਕੀ ਆਪਣਾ ਐਮਸਬਰਗ, ਐਸੈਕਸ, ਕਿੰਗਸਵਿਲ ਤੇ ਪਿੱਲੇ ਆਈਲੈਂਡ ਰਹਿ ਗਿਆ ਹੈਗਾ, ਉਹ ਆਪਾਂ ਨੈਕਸਟ ਪ੍ਰੋਗਰਾਮ 'ਚ ਇਹਨੂੰ ਕਵਰ ਕਰ ਦਾਂਗੇ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਵੀ ਲੋਕਲ ਜਿਹੜੇ ਕੈਂਡੀਡੇਟ ਕੋਈ ਨਾ ਕੋਈ ਹੋਏ ਆਪਣੇ ਜਿਹੜੇ ਸਪੈਸ਼ਲੀ ਆ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਵੀ ਉਹਨਾਂ ਦਾ ਕੀ ਪਲੇਟਫਾਰਮ ਹੈਗਾ, ਕਿੱਦਾਂ ਉਹਨਾਂ ਦੀ ਤੁਸੀਂ ਇਹ ਇੱਕ ਦੂਜੇ ਦੀ ਹੈਲਪ ਕਰ ਸਕਦੇ ਹੈਗੇ ਆ, ਤਾਂ ਕੀ ਤੁਹਾਨੂੰ ਯਾਨੀ ਕਿ ਉਹਨਾਂ ਤੋਂ ਕੁਐਸਚਨ ਪੁੱਛਣੇ ਚਾਹੀਦੇ ਹੈਗੇ ਜਦੋਂ ਕੋਈ ਵੀ ਕੈਂਡੀਡੇਟ ਆਉਂਦਾ ਹੈਗਾ, ਤਾਂ ਕਿ ਜਿਹੜੇ ਸਾਡੇ ਹੈਗੇ ਆ ਮੁੱਦੇ ਹੈਗੇ ਆ ਉਹਨਾਂ ਨੂੰ ਉਹ ਟਾਈਮਲੀ ਫੈਸ਼ਨ ਬੇਸ ਤੇ ਉਹ ਐਡਰੈਸ ਕਰ ਸਕਣ। ਬਿਲਕੁਲ। ਨਾਲ ਦੀ ਨਾਲ ਆਪਾਂ ਥੋੜਾ ਜਿਹਾ ਨਾਲ ਦੱਸ ਦਈਏ ਕਿ ਜਦੋਂ ਹੁਣ ਆਪਣੇ ਕੋਲ ਚਲੋ 2 ਮਿੰਟ ਬਾਕੀ ਨੇ, ਰੀਅਲ estate ਬਾਰੇ ਵੀ ਅਸੀਂ ਕਾਫੀ ਜਾਣਕਾਰੀ ਦਿੱਤੀ ਅੱਜ, ਕਾਫੀ ਜਿਹੜਾ ਹੈਗਾ ਇੰਟਰਸਟ ਰੇਟ ਵਗੈਰਾ। ਆਖਰ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਨੂੰ ਜਿਹੜਾ ਹੈਗਾ ਆ ਕੀ ਇੱਕ ਸੁਨੇਹਾ ਦੇਣਾ ਚਾਹਾਂਗੇ ਜਿਹੜੇ ਇੰਟਰਸਟ ਵਧਣ ਦੇ ਜਿਹੜੇ ਨਾਲ ਕੁਇਕਲੀ ਜਿਹੜਾ ਹੈਗਾ ਆਪਾਂ ਤਾਂ ਕਿ ਕਹਿ ਦਈਏ ਵੀ ਆਪਾਂ ਜਿਹੜੀ ਹੋਰ ਪ੍ਰੋਗਰਾਮ ਦੀ ਜਿਹੜੀ ਹਾਈਲਾਈਟ ਵੀ ਹਾਂ ਵੀ ਜੇ ਤੁਸੀਂ ਅਗਲਾ ਮੂਵ ਬਣਾਉਣਾ ਆ, ਜੇ ਕੋਈ ਬੰਦਾ ਸੋਚ ਰਿਹਾ ਵੀ ਅੱਜ ਦੇ ਟਾਈਮ ਦੇ ਵਿੱਚ ਵੀ ਹੁਣ ਵੀ ਓਕੇ ਯਾਰ ਮੈਂ ਘਰ ਲੈਣਾ ਹੈਗਾ ਆ,
what he should be looking into it? See, basically ਤਾਂ ਜਿਹੜੀ ਘਰ ਦੀ ਤੁਹਾਡੀ ਨੈਸੈਸਿਟੀ ਹੈਗੀ ਆ ਤੁਹਾਨੂੰ ਯਾਨੀ ਕਿ ਫੁੱਟਵਰਕ ਥੋੜਾ ਜਿਹਾ ਜ਼ਿਆਦਾ ਕਰਨਾ ਪੈਣਾ ਹੈਗਾ ਵੀ ਤੁਹਾਨੂੰ ਇਹ ਨਹੀਂ ਹੈਗਾ ਵੀ ਜਾ ਕੇ ਤੁਸੀਂ ਮੈਂ ਬੇਧਿਆਨੇ ਨਾਲ ਕੋਈ ਵੀ ਡੀਲ ਮਾਰ ਲਓ ਤੁਹਾਨੂੰ ਇਹ ਕੈਲਕੂਲੇਸ਼ਨਾਂ ਕਰਨੀਆਂ ਪੈਣੀਆਂ ਹੈਗੀਆਂ ਚਾਹੇ ਆਪਾਂ ਡਿਫਰੈਂਟ ਐਗਜ਼ਾਮਪਲਾਂ ਦਿੱਤੀਆਂ ਹੈਗੀਆਂ ਕਿੰਨੀ ਤੁਹਾਡੀ ਕਾਸਟ ਪੈਂਦੀ ਹੈਗੀ ਆ ਇਜ਼ ਇਟ ਵਰਥ ਇਟ ਵੀ ਮੈਂ ਵੱਡਾ ਕਰ ਲਵਾਂ ਜਾਂ ਮੈਨੂੰ ਲੋੜ ਹੈਗੀ ਆ ਉਸ ਹਿਸਾਬ ਨਾਲ ਤੁਸੀਂ ਲਓ ਤਾਂ ਕਿ ਤੁਹਾਡਾ ਖਰਚਾ ਘੱਟ ਤੋਂ ਘੱਟ ਹੋ ਸਕੇ ਕਿਉਂਕਿ ਬਾਕੀ ਇਨਫਲੇਸ਼ਨਰੀ ਫੈਕਟਰ ਜਿਹੜੇ ਹੈਗੇ ਆ ਉਹ ਤਾਂ ਰਿਮੇਨਸ ਦੇਅਰ ਬਟ ਇਹ ਨਹੀਂ ਹੁੰਦਾ ਹੈਗਾ ਵੀ ਤੁਸੀਂ ਆਪਦੀ ਜਿਹੜੀ ਹਾਰਡ ਐਂਡ ਮਨੀ ਹੈਗੀ ਉਹਨੂੰ ਡਾਊਨ ਪੇਮੈਂਟ ਕਰ ਦਿਓ ਤੇ ਕੱਲ ਨੂੰ ਉਹ ਹੋਟਲ ਥੱਲੇ ਚਲੇ ਜਾਵੇ ਤਾਂ ਤੁਸੀਂ ਸਾਰਾ ਕੁਝ ਲੂਜ਼ ਕਰ ਜਾਓ ਬਿਲਕੁਲ ਜੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਆਪਣੇ ਕਮੈਂਟਸ ਸ਼ੇਅਰ ਕਰਕੇ ਤੁਹਾਨੂੰ ਗੱਲਬਾਤ ਜ਼ਰੂਰ ਸਾਨੂੰ ਦੱਸ ਦਿਆ ਕਰੋ ਫੋਨ ਸਾਡੇ ਫੋਨ ਨੰਬਰ ਨੇ 5199955677 ਅਤੇ ਰੀਅਲ ਸਟੇਟ ਸੰਬੰਧੀ ਜਾਂ ਸਿਟੀ ਕੌਂਸਲਰ ਦੇ ਵਾਰਡ 7 ਦੇ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਜੀਵਨ ਗਿੱਲ ਜੀ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ 5197919600 ਤੇ ਜਿਹੜਾ ਹੈਗਾ ਕੰਟੈਕਟ ਕੀਤਾ ਜਾ ਸਕਦਾ ਆ ਰੀਅਲ ਸਟੇਟ ਸੰਬੰਧੀ ਵੀ ਜੀਵਨ ਜੀ ਦਾ ਮੇਰੇ ਨਾਲ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਆ ਅੱਜ ਦਾ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ੁੱਕਰਵਾਰ ਦੀ ਸ਼ਾਮ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ